PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 4167317710 416 731 7710 6 रे एवेन्यू ब्रैम्पटन। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नु फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना कार ढा के नवा बनाना चाहते हो, ता अज ही मिलो सरबलो डिजाइन एंड बिल्डिंग वाले कुलविंदर पत्तड़ जी नु। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कली नरियारा ओए लंबिया रूटा ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 या फिर 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877 ਸੋਫਾ ਸਟੂਡੀਓ। ਟਰੱਕਾਂ 'ਚ ਅੱਜਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000
647 210 6000। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। टॉप रियल्टर रॉयल लीपेज, कॉल हरपाल पल्ला 4165602400। 416 560 2400। ਆਹਾਹਾਹਾ ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ। ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ। ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। ਕੀ ਟੂ ਹੈਪੀਨੈਸ ਇਜ਼ ਫਾਈਂਡਿੰਗ ਦ ਰਾਈਟ ਹੋਮ। ਗੱਲ ਸੁਣੋ, ਇੰਜ ਵੇਲੇ ਬਹਿ ਕੇ ਕਿਵੇਂ ਗੁਜ਼ਾਰਾ ਚੱਲੇਗਾ? ਮੈਨੂੰ ਆਪ ਨਹੀਂ ਸਮਝ ਆ ਰਹੀ ਕਿੱਥੇ ਪਤਾ ਕਰਾਂ ਕੰਮ ਦਾ। ਕੱਲ ਭਾਈ ਸਾਹਿਬ ਦੱਸਦਾ ਰਹੇ ਸੀ ਵੀ jobsingta.com ਵਾਲੇ ਫੁੱਲ ਟਾਈਮ ਜੌਬ ਦਵਾ ਦਿੰਦੇ ਨੇ। ਲੈ ਮੈਂ ਫਿਰ ਅੱਜ ਹੀ ਜਾਣਾ। ਜੀ ਹਾਂ, ਜੇ ਤੁਸੀਂ ਟੋਰਾਂਟੋ, ਮਿਸੀਸਾਗਾ, ਬ੍ਰੈਂਪਟਨ, ਵੁੱਡਬ੍ਰਿਜ ਜਾਂ ਕੈਂਬਰਿਜ ਦੇ ਏਰੀਆ 'ਚ ਜੌਬ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਰਜਿਸਟ੍ਰੇਸ਼ਨ ਕਰਵਾਓ www.jobsingta.com ਤੇ। ਇੱਥੇ ਨੇ ਹਜ਼ਾਰਾਂ ਦੇ ਹਿਸਾਬ ਨਾਲ ਜੌਬਸ। ਤੁਸੀਂ ਨਵੇਂ ਹੋ ਜਾਂ ਕੋਈ ਵੀ ਕੈਟੇਗਰੀ ਹੋਵੇ, ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ 4162130092 416 213 0092 और 9056140300 905 614 0300। ਜਦੋਂ PTN 24 ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24। ਇਹ ਤੁਹਾਡਾ ਸਾਡਾ ਸਾਥ ਜਿਹੜਾ ਮੰਡੇ ਟੂ ਫਰਾਈਡੇ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ, 11 ਤੋਂ 12 ਵਜੇ ਤੱਕ ਸੰਦੀਪ ਭੱਟੀ ਜੀ ਹੋਣੀ ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਪ੍ਰੋਗਰਾਮ ਲੈ ਕੇ ਆਉਂਦੇ ਨੇ। ਕਾਫੀ ਆਪਾਂ ਵਧੀਆ ਪ੍ਰੋਗਰਾਮ ਖਿੱਚ ਕੇ ਰੱਖੀਦਾ ਜੀ, ਜਿਹੜਾ ਤੁਸੀਂ ਇਹਨਾਂ ਲਾਈਕ ਕਰਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅੱਜ ਤਰੀਕ 8 ਹੈ ਜੀ ਤੇ ਟੈਂਪਰੇਚਰ ਬਹੁਤ ਹੀ ਵਧੀਆ 13 ਟੈਂਪਰੇਚਰ ਆ। ਦੁਪਹਿਰੇ ਜਿਹੜਾ 17, 18, 19 ਤੱਕ ਚਲਿਆ ਜਾਊਗਾ। ਕੱਲ ਨੂੰ ਥੋੜੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਆ। ਸੂਰਜ ਜਿਹੜਾ 6:45 ਤੇ ਚੜਿਆ ਤੇ 7:54 ਤੇ ਛਿਪੇਗਾ। ਸਭ ਤੋਂ ਪਹਿਲਾਂ ਆਪਣੀ ਜਿਹੜਾ ਗੱਲਬਾਤ ਕਰਦੇ ਹੁੰਦੇ ਅਰਸ਼ਦੀਪ ਸਿੱਧੂ ਉਹਨਾਂ ਦੇ ਨਾਲ ਆਪਣੀ ਲਾਈਨ ਜਿਹੜੀ ਇਸ ਟਾਈਮ ਮੋਹਾਲੀ ਸਟੂਡੀਓ ਜੁੜ ਚੁੱਕੀ ਹੈ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਅਰਸ਼ਦੀਪ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ ਆਪਾਂ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਇਲੈਕਸ਼ਨ ਦੀ। ਜਿਸ ਤਰ੍ਹਾਂ ਇਲੈਕਸ਼ਨ ਦਾ ਵਰ੍ਹਾ ਨੇੜੇ ਆਉਣ ਲੱਗ ਪੈਂਦਾ, ਕਿਉਂਕਿ 2022 ਦੇ ਵਿੱਚ ਇਲੈਕਸ਼ਨ ਹੋਣੇ ਤੇ ਜਿੱਦਾਂ ਬਰਸਾਤੀ ਡੱਡੂ ਨਹੀਂ ਬਾਹਰ ਨਿਕਲ ਆਉਂਦੇ ਜਦੋਂ ਮੀਂਹ ਪੈਂਦਾ, ਬਰਸਾਤ ਦੇ ਦਿਨ ਹੀ ਆਉਂਦੇ ਆ ਤੇ ਗੜਿਆਂ ਹੋਣ ਲੱਗ ਪੈਂਦੀ ਆ। ਹੁਣ ਸਾਰੇ ਜੋੜ ਤੋੜ ਤਾਲ ਮੇਲ, ਕਿਹੜੀ ਘੁਰੀ ਕਿੱਥੇ ਬੈਠਣੀ ਹੈ ਕਿੱਥੇ ਨਹੀਂ ਬੈਠਣੀ, ਉਹ ਸਾਰੀਆਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਹੁਣੇ। ਹੁਣ ਕਹਿੰਦੇ ਢੀਂਡਸੇ ਨੂੰ ਮਿਲਣ ਲੱਗੇ ਆਮ ਆਦਮੀ ਪਾਰਟੀ ਦੇ ਨਾਲ ਸੁਰ। ਤੇ ਜਦੋਂ ਭਗਵੰਤ ਮਾਨ ਕਹਿੰਦਾ ਸੀ ਜੀ ਢੀਂਡਸਿਆਂ ਦਾ ਮੈਂ ਪਤੀਲਾ ਪੋਜ ਦਿੱਤਾ, ਯਾਨੀ ਕਿ ਉਹਨੂੰ ਪੂੰਝ ਕੇ ਰੱਖ ਦਿੱਤਾ ਆ, ਤੇ ਉਦੋਂ ਡਿਫਰੈਂਟ ਸੀ। ਤੇ ਹੁਣ ਉਸੇ ਨੂੰ ਢੀਂਡਸੇ ਨੂੰ ਹਰਾਇਆ ਸੀਗਾ ਤੇ ਹੁਣ ਕਹਿੰਦੇ ਉਹਨਾਂ ਨਾਲ ਗੱਲਬਾਤ ਸ਼ੁਰੂ ਹੋ ਗਈ। ਦੇਖੋ ਜੀ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਇਸ ਤੋਂ ਪਹਿਲਾਂ ਇਸ ਵਾਰ ਵੱਡੇ ਸਿਆਸੀ ਜੋੜ ਤੋੜ ਹੋਣ ਦੀ ਜਿਹੜੀ ਉਹ ਸੰਭਾਵਨਾ ਉਹ ਜਤਾਈ ਜਾ ਰਹੀ ਹੈ ਜੀ। ਇਹਦੀ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਛੋਟੀਆਂ ਜਿਹੜੀਆਂ ਪਾਰਟੀਆਂ ਦੇ ਲੀਡਰ ਨੇ ਉਹਨਾਂ ਨੂੰ ਆਪ 'ਚ ਸ਼ਾਮਲ ਕਰ ਲਿਆ ਜਾਵੇ, ਆਪ 'ਚ ਸ਼ਾਮਲ ਕਰਕੇ ਚੋਣ ਜਿਹੜੀ ਉਹ ਲੜੀ ਜਾਵੇ ਤਾਂ ਕਿ ਵੋਟਾਂ ਜਿਹੜੀਆਂ ਉਹ ਵੰਡੀਆਂ ਨਾ ਜਾਣ। ਤੇ ਨਾਲੋਂ ਨਾਲ ਭਾਜਪਾ ਤੋਂ ਵੀ ਉਮੀਦ ਹੈ ਕਿ 2022 ਦੇ ਵਿੱਚ ਉਹ ਵੀ ਵੱਡੇ ਜੋੜ ਤੋੜ ਜਿਹੜੇ ਪੰਜਾਬ ਦੇ ਵਿੱਚ ਟੁੱਟ ਭੱਜ ਸਿਆਸੀ ਤੌਰ ਤੇ ਕਰ ਸਕਦੀ ਹੈ ਜੀ। ਇਹਨਾਂ ਹਾਲਾਤਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਗਿਆ ਸੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਗਿਆ ਸੀ। ਤਾਂ ਹੁਣ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਨੇ
ਉਹ ਦੁਬਾਰਾ ਇਕੱਠੇ ਹੋਣ ਜਾ ਰਹੇ ਨੇ। ਲਗਭਗ ਫੈਸਲਾ ਇਸ ਸੰਬੰਧੀ ਹੋ ਚੁੱਕਿਆ ਤੇ ਜਲਦੀ ਹੀ ਉਹ ਇਕਜੁੱਟਤਾ ਦਾ ਐਲਾਨ ਜਿਹੜਾ ਉਹ ਕਰ ਸਕਦੇ ਨੇ। ਪਰ ਇਸੇ ਦੌਰਾਨ ਹੀ ਸੁਖਦੇਵ ਸਿੰਘ ਢੀਂਡਸਾ ਦੇ ਸਰਜੰਦ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਕਿ ਵਿੱਤ ਮੰਤਰੀ ਵੀ ਰਹੇ ਨੇ ਪੰਜਾਬ ਦੇ, ਤਾਂ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਸਹਿ ਇੰਚਾਰਜ ਨੇ ਰਾਘਵ ਚੱਡਾ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਗੱਠਜੋੜ ਦੀ ਗੱਲ ਜਿਹੜੀ ਉਹ ਦੁਹਰਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜੋ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੇ। ਪਰ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ, ਬੇਸ਼ੱਕ ਦੋਵੇਂ ਧਿਰਾਂ ਹਾਂ ਪੱਖੀ ਦਿਖਾਈ ਦੇ ਰਹੀਆਂ ਨੇ, ਕਿਉਂਕਿ ਸਿਆਸੀ ਮਜਬੂਰੀ ਦੋਵਾਂ ਦੀ ਹੋਈ ਹੈ। ਢੀਂਡਸਾ ਦੀ ਵੀ ਸਿਆਸੀ ਮਜਬੂਰੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਜੇ ਪੁੱਤਰ ਨੂੰ ਵਿਧਾਇਕ ਦੁਬਾਰਾ ਬਣਾਉਣਾ ਤਾਂ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਦੇ ਨਾਲ ਮਿਲ ਕੇ ਉਹਨਾਂ ਨੂੰ ਚੱਲਣਾ ਪੈਣਾ ਗਾ, ਇਕੱਲਿਆਂ ਤੋਂ ਜੰਗ ਉਹਨਾਂ ਤੋਂ ਨਹੀਂ ਜਿੱਤੀ ਜਾਣੀ। ਇਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਜਿਹੜੀ ਮੀਟਿੰਗ ਹੋਈ ਉਹ 'ਚ ਉਹਨਾਂ ਨੇ ਗੱਠਜੋੜ ਦੀ ਗੱਲ ਕੀਤੀ ਹੈ। ਪਰ ਰਾਘਵ ਚੱਡਾ ਵੱਲੋਂ ਕਿਹਾ ਗਿਆ ਕਿ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਜਿਹੜਾ ਹੋ ਜਾਓ, ਕਿ ਆਮ ਆਦਮੀ ਪਾਰਟੀ ਦੇ ਵਿੱਚ ਆਓ, ਝਾੜੂ ਦੇ ਚੋਣ ਨਿਸ਼ਾਨ ਦੀ ਚੋਣ ਜਿਹੜੀ ਉਹ ਲੜੋ। ਤੇ ਇਹਨਾਂ ਹਾਲਾਤਾਂ ਨੂੰ ਲੈ ਕੇ ਗੱਲਬਾਤ ਤਾਂ ਹੋਈ ਹੈ, ਹਾਂ ਪੱਖੀ ਰਹੀ ਹੈ, ਪਰ ਢੀਂਡਸਾ ਧੜਾ ਜਿਹੜਾ ਹੈ ਹਾਲੇ ਵਿਚਾਰ ਕਰ ਰਿਹਾ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਹੈ ਜਾਂ ਨਹੀਂ ਫੜਨਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜਿਹੜੀਆਂ ਆ ਜਾਣੀਆਂ ਨੇ। ਤੇ ਇਸ ਕਰਕੇ ਜੋ ਆਮ ਆਦਮੀ ਪਾਰਟੀ ਦਾ ਹਿੱਸਾ ਬਣਦੇ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਉਹਨਾਂ ਲਈ ਔਖੀਆਂ ਹੋ ਜਾਣਗੀਆਂ, ਕਿਉਂਕਿ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਸਿਆਸੀ ਪਾਰਟੀ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਜਿਹੜੀਆਂ ਉਹ ਨਹੀਂ ਲੜ ਸਕੇਗੀ। ਤੇ ਇਸ ਕਰਕੇ ਢੀਂਡਸਾ ਦੀ ਜਿਹੜੀ ਹੈ ਉਹ ਮੀਟਿੰਗ ਹੋਈ ਹੈਗੀ ਤੇ ਉਹਦੇ ਬਾਅਦ ਵਿਚਾਰ ਚਰਚਾ ਹੁਣ ਵੱਡੇ ਪੱਧਰ ਤੇ ਚੱਲ ਰਹੀ ਹੈ ਕਿ ਸਭ ਤੋਂ ਪਹਿਲਾਂ ਬ੍ਰਹਮਪੁਰਾ ਨੂੰ ਨਾਲ ਲਿਆਂਦਾ ਜਾਵੇ, ਫਿਰ ਫੈਸਲਾ ਕੀਤਾ ਜਾਵੇ ਕਿ ਗੱਠਜੋੜ ਕਰਾਇਆ ਜਾਵੇ ਜਾਂ ਨਾ। ਕਿਉਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਾਰਟੀ ਦਾ ਹਿੱਸਾ ਬਣਨ ਲਈ ਕਿਹਾ, ਪਰ ਢੀਂਡਸਾ ਦਾ ਪ੍ਰਪੋਜ਼ਲ ਇਹ ਹੈ ਕਿ ਸਾਡੇ ਨਾਲ ਵੀ ਗੱਠਜੋੜ ਕਰੋ ਤੇ ਬਸਪਾ ਨਾਲ ਵੀ ਗੱਠਜੋੜ ਕਰੋ। ਬਸਪਾ ਦੇ ਨਾਲ ਗੱਲਬਾਤ ਹੋਣ ਦੀ ਗੱਲ ਵੀ ਉਹਨਾਂ ਨੇ ਆਖੀ ਹੈ ਕਿ ਸਾਡੀ ਮੀਟਿੰਗ ਉਹਨਾਂ ਦੇ ਲੀਡਰਾਂ ਦੇ ਨਾਲ ਵੀ ਹੋਈ ਹੈ ਕਿ ਬਸਪਾ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪਹੁੰਚ ਜਿਹੜੀ ਉਹ ਬਸਪਾ ਤੱਕ ਬਣਾਈ ਗਈ ਹੈ। ਉਹਨਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਭਾਜਪਾ ਦੀ ਟੇਕ ਜਿਹੜੀ ਆ ਉਹ ਵੀ ਦਲਿਤ ਵੋਟ ਬੈਂਕ ਤੇ ਹੈ ਕਿ ਦੁਆਬੇ ਦੇ ਵਿੱਚੋਂ ਅਸੀਂ ਸੀਟਾਂ ਜਿਹੜੀਆਂ ਉਹ ਕੱਢੀਏ, ਕਿਉਂਕਿ ਦੁਆਬੇ ਦੇ ਵਿੱਚ ਦਲਿਤ ਵੋਟ ਬੈਂਕ ਜ਼ਿਆਦਾ ਹੈਗਾ ਕਿ ਉਧਰੋਂ ਸੀਟਾਂ ਕੱਢ ਗਏ। ਤੇ ਇਸ ਕਰਕੇ ਉਹ ਕਹਿੰਦੇ ਕਿ ਭਾਜਪਾ ਦੀ ਰਣਨੀਤੀ ਨੂੰ ਫੇਲ ਕਰਨ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਬਸਪਾ ਦੇ ਨਾਲ ਗੱਠਜੋੜ ਕੀਤਾ ਜਾ ਰਿਹਾ ਹੈ, ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਬਸਪਾ ਦੇ ਨਾਲ ਵੀ ਗੱਠਜੋੜ ਕਰੋ ਤੇ ਸਾਡੇ ਨਾਲ ਵੀ ਗੱਠਜੋੜੀ ਕਰੋ। ਪਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਪਾਰਟੀ 'ਚ ਸ਼ਾਮਲ ਹੋਵੋ, ਬਸਪਾ ਨਾਲ ਗੱਠਜੋੜ ਬਾਰੇ ਵਿਚਾਰ ਜਿਹੜਾ ਉਹ ਬਾਅਦ 'ਚ ਕੀਤਾ ਜਾਊਗਾ। ਕਿਉਂਕਿ ਭਗਵੰਤ ਮਾਨ ਸੁਖਦੇਵ ਸਿੰਘ ਢੀਂਡਸਾ ਦੇ ਵਿਰੁੱਧ ਵੀ ਚੋਣ ਲੜੇ ਨੇ, ਉਹਨਾਂ ਤੋਂ ਵੀ ਜਿੱਤੇ ਨੇ, ਪਰਮਿੰਦਰ ਸਿੰਘ ਢੀਂਡਸਾ ਦੇ ਵਿਰੁੱਧ ਵੀ ਚੋਣ ਲੜੇ ਨੇ ਤੇ ਉਹਨਾਂ ਤੋਂ ਵੀ ਜਿੱਤੇ ਨੇ। ਤੇ ਜਿਹੜੇ ਰਾਜਨੀਤਿਕ ਲੀਡਰਾਂ ਦੀ ਬਿਆਨਬਾਜ਼ੀ ਹੁੰਦੀ ਹੈ ਉਹ ਕੁਰਸੀ ਤੱਕ ਹੀ ਹੁੰਦੀ ਹੈ ਤੇ ਉਸ ਹਿਸਾਬ ਦੇ ਨਾਲ ਹੀ ਹੁੰਦੀ ਹੈ ਜਿਸ ਹਿਸਾਬ ਦੇ ਹਾਲਾਤ ਹੋਣ। ਕਿਉਂਕਿ ਭਗਵੰਤ ਮਾਨ ਸੰਗਰੂਰ ਦੇ ਵਿੱਚ, ਬਰਨਾਲੇ ਦੇ ਵਿੱਚ ਚੰਗੀ ਪੈਂਠ ਰੱਖਦੇ ਨੇ, ਪਰ ਜਿਹੜਾ ਲਹਿਰਾ ਗਾਗਾ ਵਾਲਾ ਇਲਾਕਾ ਆ ਜਾਂਦਾ ਹੈਗਾ ਉੱਥੋਂ ਭਗਵੰਤ ਮਾਨ ਜਿਹੜੇ ਨੇ ਉਹ ਹਮੇਸ਼ਾ ਹਾਰਦੇ ਨੇ, ਬਾਕੀ ਜਗ੍ਹਾ ਤੋਂ ਲੀਡ ਲੈਂਦੇ ਨੇ। ਪਰ ਪਰਮਿੰਦਰ ਢੀਂਡਸਾ ਲਹਿਰਾ ਗਾਗਾ ਤੋਂ ਵਿਧਾਇਕ ਹੈ ਤੇ ਉਸ ਇਲਾਕੇ ਦੇ ਵਿੱਚ ਰਜਿੰਦਰ ਕੌਰ ਭੱਠਲ ਨੂੰ ਉਹਨਾਂ ਨੇ ਇਸ ਵਾਰ ਹਰਾਇਆ ਤੇ ਢੀਂਡਸਾ ਪਰਿਵਾਰ ਦੀ ਪਕੜ ਜਿਹੜੀ ਉਹ ਲਹਿਰਾ ਗਾਗਾ ਇਲਾਕੇ ਦੇ ਵਿੱਚ ਵੀ ਚੰਗੀ ਹੈ ਜੀ। ਤਾਂ ਆਮ ਆਦਮੀ ਪਾਰਟੀ ਨੂੰ ਇਹ ਕਿ ਜੇ ਸੰਗਰੂਰ ਬਰਨਾਲੇ ਦੇ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਹੋਣਾ ਤਾਂ ਢੀਂਡਸਾ ਪਰਿਵਾਰ ਜੇਕਰ ਉਹਨਾਂ ਦੇ ਨਾਲ ਆ ਜਾਂਦਾ ਤੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਪਛਾੜ ਸਕਦੀ ਹੈ। ਤੇ ਇਸ ਕਰਕੇ ਸਿਆਸੀ ਮਜਬੂਰੀਆਂ ਦੇ ਚੱਲਦਿਆਂ ਹੁਣ ਗੱਠਜੋੜ ਬਣਾਉਣ ਦੀ ਤਿਆਰੀ ਜਿਹੜੀ ਉਹ ਦੋਵੇਂ ਧਿਰਾਂ ਵੱਲੋਂ ਕੀਤੀ ਗਈ ਹੈ। ਹੁਣ ਦੇਖਦੇ ਹਾਂ ਕਿ ਢੀਂਡਸੇ ਝਾੜੂ ਦਾ ਪੱਲਾ ਫੜਦੇ ਨੇ ਜਾਂ ਨਹੀਂ ਫੜਦੇ, ਪਰ ਆਮ ਆਦਮੀ ਪਾਰਟੀ ਦਾ ਪ੍ਰਪੋਜ਼ਲ ਇਹੀ ਹੈ ਕਿ ਗੱਠਜੋੜ ਦੀ ਥਾਂ ਤੇ ਤੁਸੀਂ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਵੋ। ਹਾਂ ਬਿਲਕੁਲ ਜੀ, ਝਾੜੂ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ ਦੇਖਦੇ ਆਪਾਂ। ਕਾਲ ਤੇ ਲੈਣੇ ਜੀ, ਪਹਿਲੀ ਕਾਲ ਆਪਣੇ ਨਾਲ ਜੁੜੇ। ਹਾਂਜੀ 2770 ਤੇ ਕਾਲ ਆਈ। ਹਾਂਜੀ ਵੀਰ ਜੀ ਸਵਾਗਤ ਹੈ ਜੀ। ਹੈਲੋ ਹੈਲੋ ਹਾਂਜੀ ਵੀਰ ਜੀ ਕਾਲ ਕੀਤੀ ਹੈ ਜੀ ਤੁਸੀਂ 2770 ਤੇ। ਸ਼ਾਇਦ ਵੀਰ ਨੇ ਸੁਣਨ ਵਾਸਤੇ ਕੀਤੀ ਹੋਣੀ। ਅਰਸ਼ਦੀਪ ਆ ਵੈਕਸੀਨ ਸਪਲਾਈ ਨੂੰ ਲੈ ਕੇ ਖੇਬੜੇ ਸੂਬੇ ਤੇ ਕੇਂਦਰ ਸਰਕਾਰ। ਦੇਖੋ ਜੀ, ਵੈਕਸੀਨ ਸਪਲਾਈ ਜਿਹੜਾ ਹੈ ਉਹ ਇਸ ਸਮੇਂ ਭਾਰਤ ਦੇ ਵਿੱਚ ਸਿਆਸੀ ਮੁੱਦਾ ਬਣਿਆ ਹੋਇਆ ਹੈਗਾ, ਕਿਉਂਕਿ ਕੋਵਿਡ ਦੇ ਵਿਰੁੱਧ ਪੂਰੀ ਦੁਨੀਆ ਲੜ ਰਹੀ ਹੈ ਤੇ ਕੋਵਿਡ-19 ਦੇ ਖਿਲਾਫ ਲੜਨ ਲਈ ਜ਼ਰੂਰੀ ਹੈ ਕਿ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰਾਂ ਜਿਹੜੀਆਂ ਨੇ ਉਹ ਇਕਜੁੱਟ ਹੋ ਕੇ ਲੜਨ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਤੇ ਨਾਲੋਂ ਨਾਲ ਜਿਹੜੀ ਵੈਕਸੀਨ ਪ੍ਰਕਿਰਿਆ ਦੀ ਗੱਲ ਹੈ, ਵੈਕਸੀਨ ਨੂੰ ਰੋਲ ਆਊਟ ਕਰਨ ਦੀ ਗੱਲ ਹੈ, ਉਸ ਮਸਲੇ ਨੂੰ ਲੈ ਕੇ ਭਾਰਤ ਦੇ ਵਿੱਚ ਸਥਿਤੀ ਜਿਹੜੀ ਉਹ ਸਿਆਸੀ ਬਣਦੀ ਹੋਈ ਦਿਖਾਈ ਦੇ ਰਹੀ ਹੈ, ਜਿਹਦੇ ਵਿੱਚ ਮਹਾਰਾਸ਼ਟਰ ਜਿਹੜਾ ਹੈ ਸਭ ਤੋਂ ਜ਼ਿਆਦਾ ਖੁੱਲ ਕੇ ਨਿੱਤਰ ਕੇ ਬਾਹਰ ਆਇਆ ਹੈਗਾ। ਕਿਉਂਕਿ ਮਹਾਰਾਸ਼ਟਰ ਦੇ ਵਿੱਚ ਰੋਜ਼ਾਨਾ 5 ਲੱਖ ਲੋਕਾਂ ਨੂੰ ਜਿਹੜੀ ਆ ਉਹ ਵੈਕਸੀਨੇਸ਼ਨ ਲਗਾਈ ਜਾਂਦੀ ਹੈਗੀ, ਵੈਕਸੀਨੇਟ ਕੀਤਾ ਜਾਂਦਾ ਹੈਗਾ।
ਤੇ ਇਹਨਾਂ ਹਾਲਾਤਾਂ 'ਚ ਮਹਾਰਾਸ਼ਟਰ ਦੇ ਵਿੱਚ ਹੀ ਕੇਸ ਜਿਹੜੇ ਉਹ ਸਭ ਤੋਂ ਜ਼ਿਆਦਾ ਨੇ, ਕਿਉਂਕਿ ਭਾਰਤ ਦੇ ਵਿੱਚ ਜਿੰਨੇ ਕੇਸ ਆ ਰਹੇ ਨੇ ਉਹਦੇ 'ਚ 60% ਤੋਂ ਜ਼ਿਆਦਾ ਕੇਸ ਜਿਹੜੇ ਉਹ ਮਹਾਰਾਸ਼ਟਰ ਦੇ ਵਿੱਚੋਂ ਆ ਰਹੇ ਨੇ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਮੁੰਬਈ ਵਰਗਾ ਮਹਾਨਗਰ ਵੀ ਹੈ ਤੇ ਚੰਗੀ ਖਾਸੀ ਪਾਪੂਲੇਸ਼ਨ ਵਾਲਾ ਸੂਬਾ ਗਾ। ਉੱਥੇ ਲੋਕਾਂ ਦੀ ਜਿਹੜੇ ਨੇ ਲੋਕ ਨਜ਼ਦੀਕ ਜ਼ਿਆਦਾ ਰਹਿੰਦੇ ਨੇ, ਭੀੜ ਭੜੱਕੇ 'ਚ ਜ਼ਿਆਦਾ ਰਹਿੰਦੇ ਨੇ ਤੇ ਉੱਥੇ ਜ਼ਿੰਦਗੀ ਵੀ ਜਿਹੜੀ ਹੈ ਮਹਾਨਗਰਾਂ 'ਚ 24 ਘੰਟੇ ਵਾਂਗੂ ਚੱਲਦੀ ਹੈ। ਇਸ ਕਰਕੇ ਉਹਨਾਂ ਵੱਲੋਂ ਲੋਕਡਾਊਨ ਵੀ ਲਾਏ ਗਏ। ਪਰ ਜਦੋਂ ਵੈਕਸੀਨੇਸ਼ਨ ਹੀ ਫਾਈਨਲ ਹੱਲ ਹੈ ਤਾਂ ਮਹਾਰਾਸ਼ਟਰ ਦੇ ਸਿਹਤ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਸਾਨੂੰ 1 ਕਰੋੜ 6 ਲੱਖ ਡੋਜ਼ਾਂ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਨੇ ਕੇਂਦਰ ਸਰਕਾਰ ਨੇ ਤੇ ਅਸੀਂ 90 ਲੱਖ ਡੋਜ਼ਾਂ ਜਿਹੜੀਆਂ ਉਹ ਲੋਕਾਂ ਦੇ ਲਾ ਚੁੱਕੇ ਹਾਂ। 5 ਲੱਖ ਅਸੀਂ ਰੋਜ਼ਾਨਾ ਲਾਉਣੇ ਆ ਤਾਂ ਸਾਡੇ ਕੋਲੇ 2-3 ਦਿਨ ਦਾ ਸਟਾਕ ਹੈਗਾ ਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਸਟਾਕ ਸਾਨੂੰ ਵੱਡੇ ਪੱਧਰ ਤੇ ਨਹੀਂ ਦੇ ਰਹੀ, ਕਿਉਂਕਿ 7.5 ਲੱਖ ਦਾ ਸਟਾਕ ਕੇਂਦਰ ਸਰਕਾਰ ਨੇ ਹੋਰ ਦਿੱਤਾ, ਪਰ ਉਹ ਕਹਿੰਦੇ ਇਹ ਤਾਂ 1.5 ਦਿਨ ਹੋਰ ਚੱਲੂਗਾ। ਤੇ ਇਸ ਕਰਕੇ ਉਹਨਾਂ ਨੂੰ ਆਪਣੀਆਂ ਵੈਕਸੀਨੇਸ਼ਨ ਸਾਈਟਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਬੰਦ ਕਰਨੀਆਂ ਪਈਆਂ ਨੇ। ਇਸ ਕਰਕੇ ਜਦੋਂ ਮਹਾਰਾਸ਼ਟਰ ਦੇ ਸਿਹਤ ਮੰਤਰੀ ਨੇ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਨੇ 6 ਕਰੋੜ 40 ਲੱਖ ਡੋਜ਼ਾਂ ਜਿਹੜੀਆਂ ਉਹ ਵਿਦੇਸ਼ਾਂ ਦੇ ਵਿੱਚ ਵੰਡੀਆਂ ਨੇ, ਪਰ ਭਾਰਤ ਦੇ ਲੋਕਾਂ ਨੂੰ ਤਰਜੀਹ ਜਿਹੜੀ ਉਹ ਮਿਲਣੀ ਚਾਹੀਦੀ ਸੀਗੀ, ਇਸ ਕਰਕੇ ਮਹਾਰਾਸ਼ਟਰ ਸਰਕਾਰ ਨੂੰ ਜਿਹੜੀ ਉਹ ਪੂਰੀ ਸਪਲਾਈ ਨਹੀਂ ਦਿੱਤੀ ਜਾ ਰਹੀ। ਤਾਂ ਇਹਦੇ ਬਾਅਦ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਕੇਂਦਰ ਸਰਕਾਰ ਸਪਲਾਈ ਦੀ ਕਮੀ ਜਿਹੜੀ ਉਹ ਨਹੀਂ ਆਉਣ ਦੇਵੇਗੀ, ਸਾਰੇ ਸੂਬੇ ਨੂੰ ਸਪਲਾਈ ਜਿਹੜੀ ਕੀਤੀ ਜਾਊਗੀ। ਪਰ ਮਹਾਰਾਸ਼ਟਰ ਦੇ ਸਿਹਤ ਮੰਤਰੀ ਨੇ ਇਹ ਕਿਹਾ ਕਿ ਤੁਸੀਂ ਹਫ਼ਤੇ ਦਾ ਇੱਕ ਦਿਨ ਮਿਥ ਲਓ, ਜਿਹੜਾ ਮਰਜ਼ੀ ਉਸ ਦਿਨ ਸਾਨੂੰ 40 ਲੱਖ ਡੋਜ਼ਾਂ ਜਿਹੜੀਆਂ ਉਹ ਡਿਲੀਵਰ ਕਰੋ, ਹਰ ਵੀਕਲੀ ਸਾਨੂੰ 40 ਲੱਖ ਡੋਜ਼ਾਂ ਡਿਲੀਵਰ ਕਰੋ ਤਾਂ ਕਿ ਅਸੀਂ ਲੋਕਾਂ ਨੂੰ ਵੈਕਸੀਨੇਟ ਕਰ ਸਕੀਏ। ਕਿਉਂਕਿ ਮਹਾਰਾਸ਼ਟਰ ਦੇ ਵਿੱਚ ਜੇ 60% ਤੋਂ ਉੱਪਰ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਨੇ, ਇਹ ਮਤਲਬ ਵੈਕਸੀਨ ਸਪਲਾਈ ਦੀ ਜ਼ਰੂਰਤ ਉਹਨਾਂ ਨੂੰ ਹੈ। ਜਿਸ ਤਰ੍ਹਾਂ ਉਹ ਵੈਕਸੀਨੇਸ਼ਨ ਸਾਈਟਾਂ ਆਪਣੀਆਂ ਬੰਦ ਕਰ ਰਹੇ ਨੇ, ਇਹਦਾ ਮਤਲਬ ਵੈਕਸੀਨੇਸ਼ਨ ਦੀ ਘਾਟ ਵੀ ਉਹਨਾਂ ਕੋਲੇ ਹੈ। ਇਹਨਾਂ ਹਾਲਾਤਾਂ ਦੇ ਵਿੱਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵਿਵਾਦ ਨੂੰ ਹੋਰ ਵਧਾਤਾ। ਉਹਨਾਂ ਨੇ ਇਹ ਕਹਿਤਾ ਕਿ ਮਹਾਰਾਸ਼ਟਰ ਸਰਕਾਰ ਨੇ 5 ਲੱਖ ਡੋਜ਼ਾਂ ਜਿਹੜੀਆਂ ਉਹ ਖਰਾਬ ਕਰਤੀਆਂ ਨੇ, ਇਸ ਕਰਕੇ ਉਹਨਾਂ ਦੀ ਸਪਲਾਈ ਤਾਂ ਕੇਂਦਰ ਸਰਕਾਰ ਦੀ ਦਰੁਸਤ ਹੈ, ਪਰ ਉਹ ਜਿਹੜੇ ਕਸਬਿਆਂ ਤੱਕ ਨਹੀਂ ਪਹੁੰਚਾ ਸਕੇ ਤੇ ਵੈਕਸੀਨੇਸ਼ਨ ਉਹ ਸਹੀ ਢੰਗ ਨਾਲ ਨਹੀਂ ਕਰ ਸਕੇ। ਪਰ ਕੇਂਦਰ ਸਰਕਾਰ ਦੇ ਅੰਕੜੇ ਨੇ ਕਿ ਜਿਹੜੇ ਸੂਬੇ ਵੈਕਸੀਨੇਸ਼ਨ ਸਭ ਤੋਂ ਜ਼ਿਆਦਾ ਖਰਾਬ ਕਰਦੇ ਨੇ, ਉਹਨਾਂ ਪਹਿਲੇ 10 ਸੂਬਿਆਂ ਦੇ ਵਿੱਚ ਮਹਾਰਾਸ਼ਟਰ ਦਾ ਨਾਮ ਜਿਹੜਾ ਉਹ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਇਸ ਤੋਂ ਜ਼ਿਆਦਾ ਡੋਜ਼ਾਂ ਜਿਹੜੀਆਂ ਉਹ ਖਰਾਬ ਹੁੰਦੀਆਂ ਨੇ, ਕਰਨਾਟਕਾ ਦੇ ਵਿੱਚ ਹੁੰਦੀਆਂ ਨੇ, ਤੇਲੰਗਾਨਾ ਦੇ ਵਿੱਚ ਹੁੰਦੀਆਂ ਨੇ। ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀ ਉਹ ਬਿਆਨਬਾਜ਼ੀ ਉਹ ਜਾਰੀ ਹੋ ਗਈ ਹੈ, ਕਿਉਂਕਿ ਭਾਰਤ ਦੇ ਵਿੱਚ ਜਿਹੜੀ ਹੈਲਥ ਕੇਅਰ ਫੈਸਿਲਿਟੀ ਹੈਗੀ ਉਹ ਸੰਵਿਧਾਨ ਦੇ ਵਿੱਚ ਅਧਿਕਾਰ ਹੈ ਨਾਗਰਿਕਾਂ ਦਾ, ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਉਹ ਫੈਸਿਲਿਟੀ ਹੈ ਜਿਹੜੀ ਕਿ ਤੁਸੀਂ ਖਰੀਦਦੇ ਹੋਗੇ ਇੰਸ਼ੋਰੈਂਸ, ਪਰ ਭਾਰਤ ਦੇ ਵਿੱਚ ਅਧਿਕਾਰ ਹੈ ਕਿ ਤੁਸੀਂ ਵੰਡ ਨਹੀਂ ਸਕਦੇ ਲੋਕਾਂ ਨੂੰ, ਤੁਹਾਨੂੰ ਹਰ ਇੱਕ ਨੂੰ ਹੈਲਥ ਕੇਅਰ ਜਿਹੜੀ ਉਹ ਮੁਹੱਈਆ ਕਰਵਾਉਣੀ ਪਊਗੀ। ਉਹ ਬੇਸ਼ੱਕ ਕਾਗਜ਼ੀ ਗੱਲਾਂ ਨੇ, ਸਰਕਾਰੀ ਹੈਲਥ ਕੇਅਰ ਉਸ ਹਿਸਾਬ ਨਾਲ ਮੁਹੱਈਆ ਨਹੀਂ ਕਰਵਾਈ ਜਾਂਦੀ। ਪਰ ਹੁਣ ਪੰਜਾਬ ਨੇ ਇੱਥੇ ਇਹ ਪੁਆਇੰਟ ਰੇਜ਼ ਕਰਨਾ, ਅੱਜ ਰਾਤ ਨੂੰ ਜਿਹੜੀ ਮੀਟਿੰਗ ਹੋਣੀ ਹੈਗੀ ਕਿ ਤੁਸੀਂ ਉਮਰ ਹੱਦ ਜਿਹੜੀ ਉਹ ਹਟਾਓ। ਜੇ ਤੁਸੀਂ ਕਹਿੰਦੇ ਕਿ 45 ਸਾਲ ਤੋਂ ਉੱਪਰ ਦੇ ਲੋਕ ਜਿਹੜੇ ਵੈਕਸੀਨੇਸ਼ਨ ਲਵਾ ਸਕਦੇ ਨੇ, ਪਰ ਸਪਲਾਈ ਕੇਂਦਰ ਸਰਕਾਰ ਆਪਣੀ ਦਰੁਸਤ ਕਰੇ ਤੇ ਉਮਰ ਹੱਦ ਹਟਾਵੇ। ਜੋ ਵੀ ਵਿਅਕਤੀ ਬੁਕਿੰਗ ਕਰਵਾਉਂਦਾਗਾ ਸੂਬੇ 5 ਲੱਖ ਤੱਕ ਵੈਕਸੀਨ ਲਵਾ ਸਕਦੇ ਨੇ। ਪੰਜਾਬ ਨੇ ਵੀ ਕਿਹਾ, ਕਲੇਮ ਕੀਤੇ ਕਿ ਅਸੀਂ 4 ਲੱਖ ਤੱਕ ਵੈਕਸੀਨੇਟ ਲੋਕਾਂ ਨੂੰ ਰੋਜ਼ਾਨਾ ਕਰ ਸਕਦੇ ਹਾਂਗੇ, ਪਰ ਸਾਨੂੰ ਸਪਲਾਈ ਜਿਹੜੀ ਹੈ ਉਹ ਤੈਅ ਹੋਣੀ ਚਾਹੀਦੀ ਹੈ ਕਿ ਇੰਨੀ ਵੈਕਸੀਨੇਸ਼ਨ ਜਿਹੜੀ ਉਹ ਸਾਨੂੰ ਮਿਲੇਗੀ ਤੇ ਉਮਰ ਹੱਦ ਜਿਹੜੀ ਉਹ ਕੇਂਦਰ ਸਰਕਾਰ ਹਟਾਵੇ। ਜੋ ਲੋਕ ਬੁਕਿੰਗ ਕਰਾਉਂਦੇ ਨੇ ਉਹ ਜਾ ਕੇ ਵੈਕਸੀਨੇਸ਼ਨ ਲਵਾ ਲੈਣ। ਤੇ ਇਸ ਕਰਕੇ ਇਸ ਮਾਮਲੇ 'ਚ ਹੁਣ ਕੇਂਦਰ ਸਰਕਾਰ ਆਪਣੀ ਸਪਲਾਈ ਨੂੰ ਦਰੁਸਤ ਰੱਖ ਰਹੀ ਹੈ, ਪਰ ਨਾਲੋਂ ਨਾਲ ਸਿਰਮ ਇੰਸਟੀਚਿਊਟ ਹੈ ਜਿਹੜਾ ਪੂਨੇ ਦੇ ਵਿੱਚ, ਉਹਨਾਂ ਨੇ ਵੀ ਕਿਹਾ ਕਿ ਬੇਸ਼ੱਕ ਭਾਰਤ ਦੇ ਵਿੱਚ 1 ਕਰੋੜ ਵੈਕਸੀਨ ਤਿਆਰ ਕੀਤੀ ਜਾਂਦੀ ਹੈ ਰੋਜ਼ਾਨਾ, ਪਰ ਜੇ ਇਹਨੂੰ ਨਵੀਨੀਕਰਨ ਕਰਕੇ ਆਪਾਂ ਹੋਰ ਵਧਾਉਣਾ ਤਾਂ ਉਹਦੇ ਲਈ 3000 ਕਰੋੜ ਰੁਪਏ ਦੀ ਜ਼ਰੂਰਤ ਆ ਗਈ। ਇਹ ਮਸਲਾ ਹੁਣ ਜਿਹੜਾ ਗੰਭੀਰ ਬਣ ਗਿਆ, ਸਿਆਸੀ ਬਣ ਗਿਆ, ਜਿੱਥੇ ਸਰਕਾਰਾਂ ਨੇ ਇਕੱਠੇ ਹੋ ਕੇ ਕੋਵਿਡ ਵਿਰੁੱਧ ਲੜਾਈ ਲੜਨੀ ਸੀ, ਪਰ ਇੱਥੇ ਜਿਹੜਾ ਸਿਆਸੀ ਮੁੱਦਾ ਬਣ ਗਿਆ, ਕਿਉਂਕਿ ਹੈਲਥ ਅਧਿਕਾਰੀ ਨੇ ਜਿਹੜੇ ਉਹ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਸਕੱਤਰ ਹੋਣ ਬੇਸ਼ੱਕ ਹੈਲਥ ਡਿਪਾਰਟਮੈਂਟ ਤੇ, ਉਹ ਵੀ ਟਾਰਗੇਟ ਕਰਦੇ ਨੇ ਕਿ ਜੇਕਰ ਤੁਹਾਡੇ ਕੇਸ ਪਰਸੈਂਟੇਜ ਜ਼ਿਆਦਾ ਤੇ ਤਾਂ ਮਤਲਬ ਤੁਸੀਂ ਟੈਸਟ ਸਹੀ ਢੰਗ ਨਾਲ ਨਹੀਂ ਕਰ ਰਹੇ। ਪਰ ਜਿਹੜੇ ਸੂਬਿਆਂ ਦੇ ਵਿੱਚ ਟੈਸਟ ਹੋ ਰਹੇ ਨੇ ਉਹਨਾਂ ਸਰਕਾਰਾਂ ਦਾ ਦਾਅਵਾ ਹੈ ਕਿ ਸਪਰੈਡ ਇੰਨੀ ਬੁਰੀ ਤਰ੍ਹਾਂ ਹੋ ਰਿਹਾ, ਲੋਕਾਂ ਨੂੰ ਕਿੰਨਾ ਟਾਈਮ ਅਸੀਂ ਘਰਾਂ ਦੇ ਵਿੱਚ ਜਿਹੜਾ ਪੂਰਨ ਰੂਪ 'ਚ ਬੰਦ ਰੱਖਾਂਗੇ। ਇਸ ਕਰਕੇ ਵੈਕਸੀਨੇਸ਼ਨ ਦੀ ਸਪਲਾਈ ਜਿਹੜੀ ਉਹ ਦਰੁਸਤ ਕਰੋ। ਤੇ ਇਸ ਮੁੱਦੇ ਨੂੰ ਲੈ ਕੇ ਹੁਣ ਸਿਆਸੀ ਬਿਆਨਬਾਜ਼ੀ ਜਿਹੜੀ ਪੂਰੀ ਤਰ੍ਹਾਂ ਤੇਜ਼ ਹੈ। ਸਰਕਾਰਾਂ, ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਜਿਹੜੀ ਉਹ ਆਮੋ ਸਾਹਮਣੇ ਹੈਗੀ। ਹੁਣ ਪ੍ਰਧਾਨ ਮੰਤਰੀ ਵੱਲੋਂ ਅੱਜ ਮੀਟਿੰਗ ਜਿਹੜੀ ਉਹ ਕੀਤੀ ਜਾਣੀ ਹੈਗੀ ਤੇ ਉਮੀਦ ਹੈ ਕਿ ਇਹ ਮਸਲਾ ਸ਼ਾਇਦ ਹੱਲ ਹੋ ਜਾਏ। ਬਿਲਕੁਲ ਜੀ, ਹੋਣਾ ਚਾਹੀਦਾ ਮਸਲਾ ਹੱਲ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਕੈਪਟਨ ਅਮਰਿੰਦਰ ਸਿੰਘ ਨੇ ਸੈਂਟਰ ਦੇ ਕੋਲੋਂ ਮੰਗੇ ਜੀ 937 ਕਰੋੜ ਰੁਪਏ। ਦੇਖੋ ਜੀ, 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾਗਾ ਤੇ ਭਾਰਤ ਸਰਕਾਰ ਵੱਲੋਂ ਵੀ ਸਮਾਗਮ ਜਿਹੜੇ ਉਹ ਇਸ ਸੰਬੰਧੀ ਕੀਤੇ ਜਾਣੇ ਆ। ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਕਮੇਟੀ ਦੇ ਮੈਂਬਰ ਨੇ, ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਜਿਹੜੀ ਬਣਾਈ ਗਈ ਹੈ, ਜਿਨ੍ਹਾਂ ਵੱਲੋਂ ਸਮਾਗਮਾਂ ਦੇ ਆਯੋਜਨ ਜਿਹੜੇ ਨੇ ਉਹ ਕੀਤੇ ਜਾਣੇ ਨੇ ਮੁਲਕ ਭਰ ਦੇ ਵਿੱਚ।
ਤੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਹੈਗਾ 937 ਕਰੋੜ ਰੁਪਏ ਦਾ, ਜਿਹਦੇ ਚ ਸ੍ਰੀ ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 9ਵੇਂ ਪਾਤਸ਼ਾਹ ਨਾਲ ਸੰਬੰਧਿਤ ਜਿਹੜੇ ਪਿੰਡ ਨੇ ਉਹਨਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੇ ਲਈ, ਵਧੀਆ ਕਰਨ ਦੇ ਲਈ, ਉਹਨਾਂ ਨੂੰ ਚੋਟੀ ਦੇ ਪਿੰਡ ਬਣਾਉਣ ਦੇ ਲਈ ਜਿਹੜੇ ਫੰਡਾਂ ਦੀ ਮੰਗ ਕੀਤੀ ਗਈ ਹੈ ਜੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਹੜੀ ਇਸ ਪ੍ਰਪੋਜ਼ਲ ਨੂੰ ਹਰੀ ਝੰਡੀ ਦੇਵੇ, ਕਿਉਂਕਿ ਜੇ ਅਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਉਹਨਾਂ ਦੀ ਜਿਹੜੀ ਚਰਨ ਛੋਹ ਪ੍ਰਾਪਤ ਧਰਤੀਆਂ ਨੇ ਉੱਥੇ ਜਿਹੜਾ ਹੈਗਾ ਵਿਕਾਸ ਉਹ ਦਿਖਣਾ ਚਾਹੀਦਾ ਹੈਗਾ, ਉੱਥੇ ਵਿਕਾਸ ਜਿਹੜਾ ਉਹ ਹੋਣਾ ਚਾਹੀਦਾ ਹੈਗਾ। ਖੈਰ ਪ੍ਰਧਾਨ ਮੰਤਰੀ ਨੇ ਕੌਮਾਂਤਰੀ ਪੱਧਰ ਤੇ ਮਨਾਉਣ ਦੀ ਗੱਲ ਤਾਂ ਕੀਤੀ ਹੈ, ਪਰ ਇਸ ਪ੍ਰੋਜੈਕਟ ਜਿਹੜਾ ਉਹਨਾਂ ਨੇ ਕਿਹਾ 937 ਕਰੋੜ ਰੁਪਏ ਦੀ ਜਿਹੜੀ ਮੰਗ ਕੀਤੀ ਹੈ, ਇਹ ਪ੍ਰਪੋਜ਼ਲ ਉਹਨਾਂ ਨੇ ਦੇਤਾ, ਪਰ ਉਹਦੇ ਲਈ ਹਰੀ ਝੰਡੀ ਜਿਹੜੀ ਉਹ ਹਾਲੇ ਮਿਲਣੀ ਬਾਕੀ ਹੈ। ਹਰੀ ਝੰਡੀ ਜਿਹੜੀ ਉਹ ਨਹੀਂ ਦਿੱਤੀ ਗਈ, ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈਗੀ, ਇਸ ਕਰਕੇ ਉਹਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਉਹ ਕਰਨਾ ਹੀ ਚਾਹੀਦਾ ਹੈਗਾ। ਕਿਉਂਕਿ ਜਿਹੜੇ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਤਾਂ ਜੇ ਕੇਂਦਰ ਸਰਕਾਰ ਇਹ ਪ੍ਰਪੋਜ਼ਲ ਮੰਨ ਵੀ ਲੈਂਦੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਜਿਹੜਾ ਚਾਹੀਦਾ ਕਿ ਦਰੁਸਤ ਢੰਗ ਨਾਲ ਯੋਜਨਾਬੰਦੀ ਦੇ ਨਾਲ ਜਿਹੜਾ ਹੈ ਇਹ ਪੈਸੇ ਨੂੰ ਵਰਤਿਆ ਜਾਵੇ, ਕਿਉਂਕਿ ਜਲੰਧਰ ਸ਼ਹਿਰ ਵੀ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਸੀਗਾ ਤੇ ਉੱਥੇ 20-25 ਕਰੋੜ ਰੁਪਏ ਜਿਹੜਾ ਉਹ ਚੌਂਕਾਂ ਦੇ ਨਵੀਨੀਕਰਨ ਤੇ ਲਾ ਦਿੱਤਾ ਗਿਆ, ਜਿਹੜਾ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਮਿਲਿਆ। ਉਹਦਾ ਨਗਰ ਨਿਗਮ ਦੇ ਵਿੱਚ ਰੌਲਾ ਵੀ ਪਿਆ ਕਿ 25 ਕਰੋੜ ਰੁਪਏ ਚੌਂਕਾਂ ਤੇ ਲਾਉਣ ਦਾ ਕੀ ਫਾਇਦਾ, ਜੇ ਸਮਾਰਟ ਸਿਟੀ ਲਈ ਪੈਸੇ ਆਏ ਸੀ ਤਾਂ ਉਹ ਬਾਕੀ ਥਾਵਾਂ ਤੇ ਜਿਹੜੇ ਉਹ ਵਰਤੇ ਜਾਣੇ ਚਾਹੀਦੇ ਸੀ। ਤਾਂ ਦੇਖਦੇ ਹਾਂ ਕਿ ਕੇਂਦਰ ਸਰਕਾਰ ਹੁਣ ਇਹ ਪ੍ਰਪੋਜ਼ਲ ਮੰਨਦੀ ਹੈ ਕਿ ਨਹੀਂ, ਪਰ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਇਹ ਪ੍ਰਪੋਜ਼ਲ ਜਿਹੜਾ ਉਹ ਪ੍ਰਧਾਨ ਮੰਤਰੀ ਅੱਗੇ ਰੱਖਿਆ ਗਿਆ। ਹਾਂ ਬਿਲਕੁਲ ਜੀ, ਇੱਕ ਬੰਨੇ ਕਿਸਾਨ ਸੰਘਰਸ਼ ਕਰ ਰਹੇ ਆ, ਕਿਸਾਨੀ ਜਿਹੜੀ ਬੜੀ ਬੁਰੀ ਹਾਲਤ ਦੇ ਵਿੱਚ ਆ, ਤੇ ਨਾਲ ਹੀ ਕਹਿੰਦੇ ਖਾਦ ਦੀ ਕੀਮਤ ਦੇ ਵਿੱਚ 700 ਰੁਪਏ ਦਾ ਵਾਧਾ ਕੀਤਾ ਗਿਆ ਜੀ। ਹੈਲੋ ਹਾਂਜੀ, ਮੈਂ ਕਿਹਾ ਜੀ ਖਾਦ ਦੀ ਕੀਮਤ ਦੇ ਵਿੱਚ 700 ਰੁਪਏ ਦਾ ਵਾਧਾ ਕੀਤਾ ਗਿਆ। ਅਰਸ਼ਦੀਪ ਦੇਖੋ ਜੀ, ਕਿਸਾਨਾਂ ਨੂੰ ਜਿਹੜੇ ਝਟਕੇ ਲਗਾਤਾਰ ਦਿੱਤੇ ਜਾ ਰਹੇ ਨੇ, ਇਹਦੇ ਤੋਂ ਇਹੀ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਉਹ ਕਿਸਾਨੀ ਸੰਘਰਸ਼ ਤੋਂ ਖਾਸੀ ਖਪਾ ਗਈ ਤੇ ਉਹ ਜਿਹੜਾ ਗੁੱਸਾ ਹੈਗਾ ਉਹ ਕਿਸਾਨਾਂ ਤੇ ਲਗਾਤਾਰ ਕੱਢਿਆ ਜਾ ਰਿਹਾ, ਕਿਉਂਕਿ BT ਕਾਟਨ ਬੀਜ ਜਿਹੜਾ ਹੈ ਉਹਦੇ ਭਾਅ ਬੀਤੇ ਦਿਨ ਵਧਾਏ ਗਏ। ਤਾਂ ਹੁਣ ਜਿਹੜੀ DAP ਖਾਦ ਆ ਗਈ, DAP ਖਾਦ ਜਿਹੜੀ ਉਹ ਫਸਲ ਦੀ ਬਿਜਾਈ ਸਮੇਂ ਬਹੁਤ ਅਹਿਮ ਭੂਮਿਕਾ ਅਦਾ ਕਰਦੀ ਹੈਗੀ। ਤਾਂ ਹੁਣ ਜਿਹੜਾ ਹੈ DAP ਖਾਦ ਦੀਆਂ ਕੀਮਤਾਂ 'ਚ ਵੀ 40% ਦਾ ਵਾਧਾ ਜਿਹੜਾ ਉਹ ਕੀਤਾ ਗਿਆ ਹੈਗਾ, ਕਿਉਂਕਿ ਇਫਕੋ ਕੰਪਨੀ ਹੈਗੀ ਜਿਹੜੀ ਕਿ ਸਹਿਕਾਰੀ ਕੰਪਨੀ ਹੈਗੀ, ਅਰਧ ਸਰਕਾਰੀ ਅਦਾਰਾ ਹੈਗਾ, ਤਾਂ ਉਹਦੇ ਵਿੱਚ ਜਿਹੜਾ 50 ਕਿਲੋ ਦਾ ਬੈਗ ਹੈ ਉਹ ਹੁਣ 1900 ਰੁਪਏ ਦਾ ਕਿਸਾਨਾਂ ਨੂੰ ਜਿਹੜਾ ਉਹ ਮੁਹੱਈਆ ਕਰਵਾਇਆ ਜਾਊਗਾ, ਜੋ ਕਿ ਪਹਿਲਾਂ 900 ਰੁਪਏ ਦਾ ਮਿਲਦਾ ਸੀਗਾ। ਇਹਦੀ ਜਾਣਕਾਰੀ ਜਿਹੜੀ ਉਹਨਾਂ ਦੇ ਮਾਰਕੀਟਿੰਗ ਡਾਇਰੈਕਟਰ ਨੇ ਜਿਹੜੇ ਯੋਗਿੰਦਰ ਕੁਮਾਰ ਉਹਨਾਂ ਨੇ ਦਿੱਤੀ ਹੈਗੀ। ਤਾਂ ਜਿਹੜੀਆਂ ਨਵੀਆਂ ਦਰਾਂ ਨੇ ਜਿਹੜੀਆਂ ਉਹ 1 ਅਪ੍ਰੈਲ ਤੋਂ ਲਾਗੂ ਕਰ ਦਿੱਤੀਆਂ ਗਈਆਂ ਨੇ, ਤੇ ਇਹਦੇ ਮਾਮਲੇ 'ਚ ਇਹ ਹੈ ਕਿ ਕਿਸਾਨਾਂ ਦੇ ਲਈ ਵੱਡਾ ਝਟਕਾ ਹੈਗਾ। ਕਿਸਾਨਾਂ ਦੇ ਉੱਪਰ ਜਿਹੜਾ DAP ਦੇ ਮਾਮਲੇ 'ਚ 700 ਰੁਪਇਆ ਪ੍ਰਤੀ ਗੱਟੇ ਦਾ, ਪ੍ਰਤੀ ਬੈਗ ਦਾ ਜਿਹੜਾ ਬੋਝ ਪਾਉਣਾਗਾ, ਇਹ ਬੇਹੱਦ ਦੀ ਮੰਦਭਾਗਾ, ਕਿਉਂਕਿ ਕਿਸਾਨੀ ਤਾਂ ਪਹਿਲਾਂ ਹੀ ਆਰਥਿਕ ਸੰਕਟ ਦੇ ਨਾਲ ਜੂਝ ਰਹੀ ਹੈ। ਫਸਲਾਂ ਤੇ MSP ਵੱਧ ਨਹੀਂ ਰਹੀ, ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਦੇ ਕਿਸਾਨਾਂ ਨੂੰ ਛੱਡ ਕੇ MSP ਕਿਸੇ ਨੂੰ ਮਿਲ ਨਹੀਂ ਰਹੀ। ਖੁੱਲੀ ਮਾਰਕੀਟ ਦੇ ਵਿੱਚ ਕਣਕ ਦਾ ਭਾਅ ਜਿਹੜਾ ਉਹ ਕਿਸਾਨਾਂ ਨੂੰ ਇਸ ਵਾਰ ਵੀ 1600-1500 ਰੁਪਇਆ ਮਿਲਣਾਗਾ, ਜਦਕਿ MSP ਤੇ ਖਰੀਦ ਜਿੱਥੇ ਹੋਣੀ ਹੈ ਪੰਜਾਬ ਹਰਿਆਣਾ 'ਚ ਉੱਥੇ 1900 ਤੋਂ ਉੱਪਰ ਭਾਅ ਜਿਹੜਾ ਉਹ ਮਿਲਣਾਗਾ। ਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨੀ ਪਹਿਲੇ ਬੁਰੀ ਤਰ੍ਹਾਂ ਆਰਥਿਕ ਸੰਕਟ 'ਚ ਫਸੀ ਹੋਈ ਹੈ, ਮਾਰ ਚੱਲ ਰਹੀ ਹੈ, ਤੇ ਹੁਣ 700 ਰੁਪਇਆ DAP ਦਾ ਭਾਅ ਜਿਹੜਾ ਵਧਾ ਦਿੱਤਾ ਗਿਆ। ਇਹਦੇ ਬਾਅਦ ਕਿਸਾਨ ਵੀ ਇਹੀ ਟਿੱਪਣੀ ਕਰ ਰਹੇ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨੀ ਸੰਘਰਸ਼ ਤੋਂ ਬੁਰੀ ਤਰ੍ਹਾਂ ਖਫਾ ਗਈ, ਗੁੱਸੇ ਆ ਗਈ, ਤੇ ਚਿੜ ਕੱਢਣ ਦੇ ਲਈ ਤੇ ਆਪਣਾ ਗੁੱਸਾ ਕੱਢਣ ਦੇ ਲਈ ਲਗਾਤਾਰ ਭਾਅ ਜਿਹੜੇ ਉਹ ਵਧਾਏ ਜਾ ਰਹੇ ਨੇ। ਬੇਸ਼ੱਕ ਉਹ BT ਕਾਟਨ ਬੀਜ ਦਾ ਭਾਅ ਵਧਾਇਆ ਗਿਆ ਹੋਵੇ ਜਾਂ ਅੱਜ ਜਿਹੜਾ DAP ਖਾਦ ਦਾ ਭਾਅ ਜਿਹੜਾ ਹੈ 700 ਰੁਪਇਆ ਪ੍ਰਤੀ ਗੱਟਾ ਇੱਕਦਮ ਜਿਹੜਾ ਉਹ ਵਧਾਇਆ ਗਿਆ। ਹੁਣ ਲੱਗਦਾ ਕਿ ਕਿਸਾਨ ਜਥੇਬੰਦੀਆਂ ਇਹਦੇ ਵਿਰੁੱਧ ਵੀ ਸੰਘਰਸ਼ ਜਿਹੜਾ ਤੋਰਨਗੀਆਂ, ਜਾਏ ਕਹਿ ਲਓ ਕਿ ਜਿਹੜਾ 3 ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਹੈਗਾ ਲਗਾਤਾਰ ਅੰਦੋਲਨ, ਉਸ ਅੰਦੋਲਨ ਦੇ ਵਿੱਚ ਵੀ ਕਿਸਾਨਾਂ ਵੱਲੋਂ ਹੁਣ ਇਹ ਮੰਗ ਵੀ ਜਿਹੜੀ ਉਹ ਦਾਇਰ ਕੀਤੀ ਜਾਊਗੀ ਕਿ ਜਿਸ ਹਿਸਾਬ ਦੇ ਨਾਲ MSP ਵੱਧਦੀ ਹੈ, ਲਾਗਤ ਉਸ ਹਿਸਾਬ ਦੇ ਨਾਲ ਹੀ ਵਧਣੀ ਚਾਹੀਦੀ ਹੈ, ਉਸ ਰੇਸ਼ੋ ਦੇ ਹਿਸਾਬ ਨਾਲ ਹੀ ਵਧਣੀ ਚਾਹੀਦੀ ਹੈਗੀ। ਇਹ ਨਹੀਂ ਕਿ ਜੇ 50 ਰੁਪਏ MSP ਵੱਧ ਗਈ ਤੇ DAP ਦਾ ਗੱਟਾ 700 ਰੁਪਇਆ ਮਹਿੰਗਾ ਕਰ ਦਿਓ ਤੇ ਇਹਦੇ ਨਾਲ ਕਿਸਾਨਾਂ ਨੂੰ ਬਚੇਗਾ ਕੀ? ਫਿਰ ਤਾਂ ਉਹ ਭਾਅ ਵਧਾਉਣਾ ਜਿਹੜਾ ਉਹ ਘਾਟੇ ਦਾ ਸੌਦਾ ਕਿਸਾਨਾਂ ਦੇ ਲਈ ਸਾਬਤ ਹੋਇਆ। ਇਸ ਕਰਕੇ ਹੁਣ ਲੱਗਦਾ ਕਿ ਜਲਦੀ ਸੰਯੁਕਤ ਕਿਸਾਨ ਮੋਰਚਾ ਇਸ ਮੁੱਦੇ ਨੂੰ ਵੀ ਵਿੱਚ ਸ਼ਾਮਲ ਕਰੇਗਾ ਕਿ ਜਿਹੜੀ ਲਾਗਤ ਹੈ ਖੇਤੀ ਦੀ, ਬੇਸ਼ੱਕ ਬੀਜ ਨੇ, DAP ਖਾਦ ਆ, ਯੂਰੀਆ ਖਾਦ ਹੈਗੀ ਜਾਂ ਪੈਸਟੀਸਾਈਡਸ ਨੇ, ਇਹਨਾਂ ਦੀ ਜਿਹੜੀ ਹੈ ਕੀਮਤ ਹੈ ਉਹ ਵੀ ਉਸ ਰੇਸ਼ੋ ਦੇ ਨਾਲ ਵਧਣੀ ਚਾਹੀਦੀ ਹੈ, ਜਦਕਿ ਇਹਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਉਛਾਲ ਮਾਰਦੀਆਂ ਨੇ ਤੇ ਦੂਜੇ ਪਾਸੇ ਫਸਲਾਂ ਦਾ ਭਾਅ ਉਸ ਤਰ੍ਹਾਂ ਨਹੀਂ ਵੱਧਦਾ। ਸਰਕਾਰ ਨੇ ਕਿਹਾ ਕਿ ਅਸੀਂ ਯੂਰੀਏ ਦਾ ਭਾਅ ਜਿਹੜਾ ਉਹ ਨਹੀਂ ਵਧਾਇਆ, ਨੀਮ ਕੋਟਡ ਯੂਰੀਆ ਜਿਹੜਾ ਕਰਤਾ, ਕਿਉਂਕਿ ਯੂਰੀਏ ਦੀ ਵਰਤੋਂ ਦੁੱਧ 'ਚ ਹੁੰਦੀ ਸੀ, ਪਰ ਭਾਅ ਨਹੀਂ ਵਧਾਇਆ ਤਾਂ ਗੱਟਾ 45 ਕਿਲੋ ਦਾ ਕਰਤਾ 50 ਕਿਲੋ ਦੀ ਥਾਂ ਤੇ। ਗੱਲ ਤਾਂ ਜਿਹੜੀ ਉੱਥੇ ਗਈ, ਕਿਸਾਨਾਂ ਦੇ ਬੋਝ ਤਾਂ ਜਿਹੜਾ ਉਸ ਰੂਪ ਦੇ ਵਿੱਚ ਵੀ ਪਾਇਆ ਗਿਆ। ਜੀ
ਅੰਮ੍ਰਿਤਸਰ ਤੋਂ ਵੈਨਕੂਵਰ ਟੋਰਾਂਟੋ ਲਈ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ। ਦੇਖੋ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਚ ਗੁਰੂ ਰਾਮਦਾਸ ਜੀ ਦੇ ਨਾਮ ਤੇ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈਗਾ ਜੀ, ਉੱਥੋਂ ਲਗਾਤਾਰ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਇੱਥੋਂ ਇੰਟਰਨੈਸ਼ਨਲ ਉਡਾਨਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾਣ। ਖਾਸ ਕਰਕੇ ਇੰਟਰਨੈਸ਼ਨਲ ਉਡਾਨਾਂ ਜਿਹੜੀਆਂ ਨੇ ਉਹ ਅਮਰੀਕਾ, ਕੈਨੇਡਾ ਦੇ ਲਈ ਸ਼ੁਰੂ ਕੀਤੀਆਂ ਜਾਣ, ਕਿਉਂਕਿ ਪੰਜਾਬੀ ਭਾਈਚਾਰਾ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਵਸਦਾ ਹੈਗਾ। ਬੇਸ਼ੱਕ ਬਰਮਿੰਗਮ ਦੇ ਲਈ ਫਲਾਈਟ ਸ਼ੁਰੂ ਕੀਤੀ ਗਈ, ਜਿਹਦੇ ਕਿ ਬਹੁਤ ਅੱਛੇ ਰਿਜ਼ਲਟ ਜਿਹੜੇ ਉਹ ਸਾਹਮਣੇ ਆਏ। ਜਿਹੜੀ ਫਲਾਈਟ ਉਹ ਪੂਰੀ ਤਰ੍ਹਾਂ ਫੁੱਲੀ ਚੱਲੀ, ਉਹ ਘਾਟੇ ਦਾ ਸੌਦਾ ਜਿਹੜਾ ਉਹ ਸਾਬਤ ਨਹੀਂ ਹੋਈ ਕੰਪਨੀਆਂ ਦੇ ਲਈ। ਤਾਂ ਹੁਣ 400 ਸਾਲਾ ਪ੍ਰਕਾਸ਼ ਪੁਰਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆ ਰਿਹਾ ਹੈਗਾ, ਤੇ ਇਸ ਕਰਕੇ ਜਿਹੜੇ ਲੋਕ ਲਗਾਤਾਰ ਮੰਗ ਕਰ ਰਹੇ ਨੇ ਸਿੱਧੀਆਂ ਫਲਾਈਟਾਂ ਦੀ ਸ੍ਰੀ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ, ਤਾਂ ਉਹਨਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ ਵੈਨਕੂਵਰ ਤੇ ਟੋਰਾਂਟੋ ਲਈ ਵੀ ਉਡਾਨਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾਣ, ਕਿਉਂਕਿ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਵਸਦੇ ਨੇ ਤੇ ਉਹ ਤਰਜੀਹ ਵੀ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੇਣਗੇ। ਕਿਉਂਕਿ ਹੁਣ COVID-19 ਦਾ ਟਾਈਮ ਸੀਗਾ, ਤਾਂ ਉਸ ਸਮੇਂ ਕਤਰ 에ਅਰਵੇਜ਼ ਤੇ 에ਅਰ ਇੰਡੀਆ ਦੀਆਂ ਕਰੀਬ 25 ਤੋਂ ਵੱਧ ਵਿਸ਼ੇਸ਼ ਉਡਾਨਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚਲਾਈਆਂ ਗਈਆਂ ਸੀ, ਜਿਸ 'ਚ 7500 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਜਿਹੜਾ ਉਹ ਸਫ਼ਰ ਕੀਤਾ ਹੈਗਾ, ਜਿਨ੍ਹਾਂ ਨੇ ਪੈਸੇ ਵੀ ਜਿਹੜੇ ਨੇ ਉਹ ਵੱਧ ਦਿੱਤੇ, $2800 ਤੋਂ $3500 ਤੱਕ ਜਿਹੜੇ ਉਹਨਾਂ ਨੂੰ ਖਰਚਣੇ ਪਏ। ਇਹਦਾ ਮਤਲਬ ਲੋਕਾਂ ਨੇ ਤਰਜੀਹ ਦਿੱਤੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ। ਤੇ ਵੈਸੇ ਵੀ ਜਿਹੜੀ ਉਹ ਮੰਗ ਪੰਜਾਬੀ ਭਾਈਚਾਰੇ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ ਕਿ ਗੁਰੂ ਕੀ ਨਗਰੀ ਤੋਂ ਸਿੱਧੀਆਂ ਉਡਾਨਾਂ ਜਿਹੜੀਆਂ ਹੋਣ, ਨਾ ਕਿ ਉਹਨਾਂ ਨੂੰ ਦਿੱਲੀ ਤੋਂ ਟੈਕਸੀ ਕੈਬ ਰਾਹੀਂ ਆਉਣਾ ਪੈਂਦਾ ਗਾ ਜਾਂ ਡੋਮੈਸਟਿਕ ਫਲਾਈਟਾਂ ਲਈ ਆਉਣਾ ਪੈਂਦਾ ਗਾ, ਇੱਕ ਸੂਬਾ ਵਿੱਚ ਹਰਿਆਣਾ ਜਿਹੜਾ ਉਹ ਪਾਰ ਕਰਨਾ ਪੈਂਦਾ ਗਾ। ਇਸ ਕਰਕੇ ਉਹ ਕੈਨੇਡਾ ਤੋਂ ਸਿੱਧੇ ਆਪਣੀ ਧਰਤੀ ਦੇ ਉੱਪਰ, ਪੰਜਾਬ ਦੇ ਉੱਪਰ ਜਿਹੜਾ ਉਤਰਨ। ਇਸ ਕਰਕੇ ਹੁਣ ਜਿਹੜੇ ਲੋਕ ਲੜ ਰਹੇ ਨੇ ਲਗਾਤਾਰ ਇਹਨਾਂ ਇੰਟਰਨੈਸ਼ਨਲ ਉਡਾਨਾਂ ਦੇ ਲਈ, ਉਹਨਾਂ ਵੱਲੋਂ ਮੁੜ ਤੋਂ ਮੰਗ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨੇ ਗੁਰਜੀਤ ਸਿੰਘ ਔਜਲਾ, ਉਹਨਾਂ ਨੇ ਸੰਸਦ ਦੇ ਵਿੱਚ ਵੀ ਬਹੁਤ ਵਾਰੀ ਇਹ ਮੁੱਦਾ ਚੁੱਕਿਆ ਗਿਆ ਤੇ ਦੇ ਆਧਾਰ ਤੇ ਚੁੱਕਿਆ ਗਿਆ ਕਿ ਤੁਸੀਂ ਜਿੰਨੀਆਂ ਵੀ ਇੰਟਰਨੈਸ਼ਨਲ ਉਡਾਨਾਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ ਸ਼ੁਰੂ ਕੀਤੀਆਂ ਨੇ, ਕੋਈ ਵੀ ਉਡਾਨ ਜਿਹੜੀ ਉਹ ਕਦੇ ਵੀ ਘਾਟੇ 'ਚ ਨਹੀਂ ਰਹੀ। ਸਾਰੀਆਂ ਉਡਾਨਾਂ ਮੁਨਾਫੇ ਵਾਲੀਆਂ ਸਾਬਤ ਹੋਈਆਂ ਨੇ ਤੇ ਜਿਹੜੇ ਯਾਤਰੀ ਨੇ ਉਹਨਾਂ ਨੇ ਤਰਜੀਹ ਦਿੱਤੀ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ। ਤਾਂ ਹੁਣ ਇੱਕ ਵਾਰ ਮੁੜ ਤੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਮੰਗ ਕੀਤੀ ਗਈ ਹੈ ਕਿ ਵੈਨਕੂਵਰ ਤੇ ਟੋਰਾਂਟੋ ਤੋਂ ਜਿਹੜੀਆਂ ਸਿੱਧੀਆਂ ਉਡਾਨਾਂ ਨੇ ਉਹ ਸ਼ੁਰੂ ਕੀਤੀਆਂ ਜਾਣ। ਹਾਂ ਬਿਲਕੁਲ ਜੀ, ਆਪਾਂ ਚੱਲਦੇ ਹਾਂ ਕਾਲ ਤੇ ਉਸ ਤੋਂ ਬਾਅਦ ਆਪਣਾ ਅਗਲੀ ਖਬਰ ਤੇ। ਹਾਂਜੀ ਕਿਸ਼ ਪੰਜਾ, ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੇ ਬਹੁਤ ਵਧੀਆ ਖਬਰਾਂ ਦਾ ਖਾਸਾ ਮਿਲ ਰਿਹਾ ਜੀ। ਥੈਂਕ ਯੂ ਜੀ। ਤੇ ਆ ਜਿਹੜੀ ਖਾਦਾਂ ਦੀ ਗੱਲ ਹੈਗੀ ਹੈ ਨਾ ਜੀ, ਫਿਰ ਹੁਣ ਖਾਦ ਦੀ ਕੀਮਤ ਕਣਕ ਨਾਲੋਂ ਡਬਲ ਹੋ ਗਈ ਨਾ। ਬਿਲਕੁਲ ਜੀ। ਤੇ ਖਾਣੇ ਵਾਲੀ ਚੀਜ਼ ਉਹ ਆ ਜਿਹੜੀ ਇਹ ਫੈਕਟਰੀ 'ਚ ਬਣਦੀ ਚੀਜ਼ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਕੁ ਟਨ ਬਣ ਜਾਂਦੀ ਆ। ਕਣਕ ਦਾ ਕੋਈ ਬੀਜੂਗਾ ਤਾਂ 4 ਮਹੀਨੇ ਬਾਅਦ ਇਹਦੀ 4-5 ਮਹੀਨੇ ਬਾਅਦ ਇਹਦੀ ਫਸਲ ਆਉਣੀ ਆ। 5 ਮਹੀਨੇ ਦੀ ਇਹ ਚੀਜ਼ ਦੀ ਉਡੀਕ ਕਰਨੀ ਆ, ਉਹਦੀ ਕੀਮਤ ਅੱਧੀ ਆ, ਜਿਹੜੀ ਸਵੇਰ ਦੀ ਸ਼ਾਮ ਨੂੰ ਤਿਆਰ ਹੋਈ ਉਹ ਡਬਲ ਆ। ਇਹਦਾ ਮਤਲਬ ਉੱਥੇ ਗੌਰਮੈਂਟ ਦੀ ਦੋਸਤੀ ਖਾਤੇ ਚੱਲਦੇ, ਉਹਨਾਂ ਦੇ ਨਾਲ ਉਧਰ ਵਧੀ ਜਾਂਦਾ ਤੇ ਜਿੱਥੇ ਕਿਸਾਨ ਆ ਉਹ ਦਬੀ ਜਾਂਦੇ ਆ। ਇਹ ਮੈਨੂੰ ਤਾਂ ਇਹ ਲੱਗਦਾ ਜੀ ਇਹਨਾਂ ਦੀ ਇਹ ਪੂਰੀ ਦੀ ਪੂਰੀ ਨੀਤੀ ਇਹੀ ਆ ਵੀ ਕਿਸੇ ਤਰ੍ਹਾਂ ਕਿਸਾਨੀ ਖਤਮ ਹੋ ਜਾਵੇ। ਇਹਨਾਂ ਨੂੰ ਹੁਣ ਕਣਕ ਤੇ ਝੋਨੇ ਦੀ ਲੋੜ ਹੈ ਨਹੀਂ, ਲੋੜ ਤੋਂ ਜ਼ਿਆਦਾ ਇਹਨਾਂ ਦੇ ਸਟਾਕ 'ਚ ਪਿਆ, ਉਹ ਖਰਾਬ ਹੋ ਰਿਹਾ। ਇਹ ਲੋਕਾਂ ਨੂੰ ਇੱਥੋਂ ਹਟਾਉਣਾ ਚਾਹੁੰਦੇ ਆ। ਹੋਰ ਕੋਈ ਕਦੀ ਕੋਈ ਕਾਨੂੰਨ ਲੈ ਕੇ ਆਉਂਦੇ ਆ, ਕਦੀ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਆ। ਜੇ ਹੁਣ ਕਣਕ ਦਾ ਭਾਅ $50 ਵਧਾ ਵੀ 50 ਰੁਪਏ ਵਧਾ ਵੀ ਦਓਗੇ, ਦੂਸਰੇ ਪਾਸੇ 700 ਚੱਕ ਦਿੱਤਾ, ਉਹਦੀ ਪੂਰਤੀ ਹੋਣੀ ਤਾਂ ਬਹੁਤ ਔਖੀ ਆ। ਤੇ ਜਿਹੜੀ ਉਡਾਨਾਂ ਦੀ ਗੱਲ ਵਾ, ਅੰਮ੍ਰਿਤਸਰ 에ਅਰਪੋਰਟ ਨੂੰ ਫੇਲ ਕਰਨੇ ਦਾ ਇਹਨਾਂ ਦਾ ਕਾਰਨ ਇਹ ਆ, ਉੱਥੇ ਜਿਹੜਾ 에ਅਰਪੋਰਟ ਦੇ ਜਹਾਜ਼ਾਂ ਨੂੰ ਟੈਕਸ ਪੈਂਦੇ ਉਹ ਆਲਮੋਸਟ ਦਿੱਲੀ ਨਾਲੋਂ ਡਬਲ ਆ। ਬਿਲਕੁਲ ਜੀ, ਫੀਸ ਬਹੁਤ ਜ਼ਿਆਦਾ ਹੈ। ਹਾਂ, ਇਸ ਕਰਕੇ ਉੱਥੇ ਇਹ ਲੈਣ ਵਾਲੇ ਵੀ ਉਧਰ ਨੂੰ ਤਵੱਜੋ ਨਹੀਂ ਦਿੰਦੇ ਕਿਉਂਕਿ ਉਹਨਾਂ ਦਾ ਖਰਚਾ ਵੱਧਦਾ। ਜੇ ਕਿਤੇ ਉੱਥੇ ਕੋਈ ਪਲੇਨ ਨੂੰ ਓਵਰਨਾਈਟ ਸਟੇ ਕਰਨੀ ਪਵੇ, ਉਹਦੀ ਫਲਾਈਟ ਡਿਲੇ ਹੋਵੇ ਤੇ ਉਹਦਾ ਵੀ ਡਬਲ ਖਰਚਾ ਆ। ਇਹਨਾਂ ਨੂੰ ਗੌਰਮੈਂਟ ਨੂੰ ਪਹਿਲਾਂ ਚਾਹੀਦਾ ਉੱਥੇ ਦੇ ਖਰਚੇ ਘਟਾਉਣ। ਜਿਹੜਾ ਗੁਰੂਆਂ ਦੇ ਨਾਂ ਤੇ ਕੈਪਟਨ ਸਾਹਿਬ ਸਬਸਿਡੀਆਂ ਮੰਗਦੇ ਆ ਨਾ, ਅਸੀਂ ਗੁਰੂ ਦਾ ਦਿਨ ਮਨਾਉਣਾ, ਗੁਰੂ ਦਾ ਦਿਨ ਤਾਂ ਲੋਕਾਂ ਨੇ ਮਨਾ ਲੈਣਾ, ਇਹਨਾਂ ਨੇ ਇਹ ਪੈਸੇ ਖਾਣੇ ਆ। ਜਿਹੜੇ ਤਨਖਾਹਾਂ ਵਧਾ ਕੇ ਘਾਟੇ ਕੀਤੇ ਆ ਨਾ ਨੇ ਖਜ਼ਾਨੇ ਨੂੰ, ਉਹ ਘਾਟੇ ਪੂਰੇ ਕਰਨੇ ਗੁਰੂਆਂ ਦੇ ਨਾਂ ਤੇ। ਉਧਰ ਅਕਾਲੀ ਵੀ ਗੁਰੂਆਂ ਦੇ ਨਾਂ ਤੇ, ਸ਼੍ਰੋਮਣੀ ਕਮੇਟੀ ਨਾਲ ਰਲ ਕੇ ਖਾ ਰਹੇ ਆ, ਇਹ ਵੀ ਗੁਰੂਆਂ ਦੇ ਨਾਂ ਤੇ ਖਾਣਾ ਚਾਹੀਦਾ। ਇਹ ਚੋਰ ਇਕੱਠੇ ਹੋਏ, ਇਹਨਾਂ ਨੂੰ ਪੈਸਾ ਇੱਕ ਨਹੀਂ ਮਿਲਣਾ ਚਾਹੀਦਾ। ਇਹਨਾਂ ਨੂੰ ਚਾਹੀਦਾ ਜਿਹੜਾ ਤੁਸੀਂ ਪੰਜਾਬ ਤੋਂ ਟੈਕਸ ਲੈਣੇ ਆ ਉਹ ਸਾਰਾ ਪੰਜਾਬ 'ਚ ਲਾਓ, ਉਹ ਸੈਂਟਰ ਨੂੰ ਦਿਓ ਨਾ। ਜੇ ਬਚਦਾ ਕਿਤੇ ਲਾਣ ਤੋਂ ਫੇਰ ਦਿਓ, ਉਹਨਾਂ ਨੂੰ ਸ਼ੋਅ ਕਰੋ ਅਸੀਂ ਟੈਕਸ ਇੱਥੇ ਖਰਚ ਕਰ ਦਿੱਤਾ, ਉਹਦੀ ਰਸੀਦਾਂ ਦਿਓ। ਚੌਹਾਨ ਸਾਹਿਬ ਟੈਕਸੀ ਸੈਂਟਰ ਲੈਂਦੀ ਹੈ ਜੀ, ਪੰਜਾਬ ਨੂੰ ਮਿਲਦਾ ਕੁਛ ਨਹੀਂਗਾ, ਪੰਜਾਬ ਬਾਅਦ ਦੇ ਵਿੱਚ ਹੀ ਦਿੰਦੀਆਂ ਸਟੇਟਾਂ ਨੂੰ। ਹਾਂ, ਜਿਹੜਾ ਕੰਮ ਕਰਨੇ ਵਾਲਾ ਉਹ ਤਾਂ ਕਰਦੇ ਨਹੀਂ, ਉਹਨਾਂ ਤੋਂ ਡਰਦੇ ਆ, ਉਹਨਾਂ ਦੇ ਆਓ ਭਗਤ ਕਰਕੇ, ਉਹਨਾਂ ਦੇ ਨਾਲ ਭਾਈਵਾਲੀਆਂ ਕਰਕੇ ਕੋਸੀਆਂ ਦਾ ਨਿੱਘ ਮਾਣਦੇ ਆ।
ਫਿਰ ਗੁਰੂਆਂ ਦੇ ਨਾਂ ਦੇ ਉਹਨਾਂ ਤੋਂ ਪੈਸੇ ਮੰਗਦੇ। ਤੁਸੀਂ ਸਿੱਧਾ ਮੰਗੋ ਤਾਂ ਡਿਵੈਲਪਮੈਂਟ ਕਰਨੀ, ਡਿਵੈਲਪਮੈਂਟ ਵਾਸਤੇ ਪੈਸੇ ਦੇਣਾ, ਉਹਨਾਂ ਦਾ ਫਰਜ਼ ਵਾ, ਇਸ ਕਰਕੇ ਟੈਕਸ ਲੈਂਦੇ ਆ। ਗੁਰੂਆਂ ਦੇ ਨਾਂ ਦੇ ਉੱਤੇ ਪੈਸੇ ਚੋਰ ਬਜ਼ਾਰੀ ਇਕੱਠੀ ਕਰਕੇ ਇਹਨਾਂ ਦਾ ਘਪਲਾਬਾਜ਼ੀ ਨਾ ਕਰੋ। ਗੁਰੂਆਂ ਨੇ ਤੁਹਾਨੂੰ ਬਖਸ਼ਣਾ ਨਹੀਂ। ਅੱਗੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਆ, ਗੁਰੂਆਂ ਦੇ ਨਾਂ ਤੇ ਪੰਜਾਬ ਦਾ ਹੋਰ ਨੁਕਸਾਨ ਨਾ ਕਰਨ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਅਰਸ਼ਦੀਪ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੇ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਣ ਦੀ ਗੱਲ ਹੈ, ਗੁਰੂ ਸਾਹਿਬਾਨ ਦੇ ਦਿਹਾੜੇ ਜਿਸ ਤਰ੍ਹਾਂ ਇਹਨਾਂ ਨੇ ਬਿਲਕੁਲ ਦਰੁਸਤ ਫਰਮਾਇਆ ਕਿ ਸੰਗਤਾਂ ਜਿਹੜੀਆਂ ਉਹ ਖੁਦ ਮਨਾ ਲੈਣਗੀਆਂ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਮਨਾ ਲੈਣਗੀਆਂ। ਪਰ ਜ਼ਰੂਰਤ ਇਹ ਹੈ ਕਿ ਸਰਕਾਰਾਂ ਹੋਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਧਾਰਮਿਕ ਸੰਸਥਾਵਾਂ ਹੋਣ, ਇਹਨਾਂ ਨੂੰ ਚਾਹੀਦਾ ਹੈ ਕਿ ਜਦੋਂ ਗੁਰੂ ਸਾਹਿਬ ਦੇ ਦਿਹਾੜੇ ਆਉਂਦੇ ਆ ਤਾਂ ਉਸ ਸਮੇਂ ਮਨੁੱਖਤਾ ਦੀ ਸੇਵਾ ਲਈ ਜਿਹੜੇ ਉਹ ਕਦਮ ਪੁੱਟੇ ਜਾਣ, ਨਾ ਕਿ 20 ਕਰੋੜ ਰੁਪਏ ਦੇ ਇੱਕ ਸਮਾਗਮ ਜਿਹੜਾ ਉਹ ਦਿਖਾਇਆ ਜਾਵੇ। ਕਿਉਂਕਿ ਸਮਾਗਮ ਤਾਂ ਸੰਗਤਾਂ ਜਿੰਨੇ ਲੋਕਲ ਗੁਰੂ ਘਰ ਨੇ ਆਸ-ਪਾਸ ਉੱਤੇ ਸਾਰੇ ਕਿਤੇ ਸਮਾਗਮ ਜਿਹੜੇ ਉਹ ਹੁੰਦੇ ਨੇ, ਸੰਗਤਾਂ ਵੱਧ ਚੜ ਕੇ ਜਾਂਦੀਆਂ ਨੇ, ਸ਼ਰਧਾ ਸਤਿਕਾਰ ਆਪਣਾ ਭੇਂਟ ਕਰਦੀਆਂ ਨੇ, ਦਸਵੰਧ ਵੀ ਜਿਹੜਾ ਕਰਦੀਆਂ ਨੇ। ਪਰ ਸੰਸਥਾਵਾਂ ਦੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਜੀ, ਉਹ ਇਹ ਹੁੰਦੀ ਹੈ ਕਿ ਲੋਕ ਭਲਾਈ ਦੇ ਲਈ ਉਸ ਸਮੇਂ ਕੰਮ ਜਿਹੜੇ ਉਹ ਕੀਤੇ ਜਾਣ। ਨਾਲੋਂ ਨਾਲ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੰਡਾਂ ਦੀ ਮੰਗ ਕੀਤੀ ਹੈ ਜੀ, ਇਹ ਫੰਡ ਜੇ ਪੰਜਾਬ ਨੂੰ ਮਿਲਦੇ ਨੇ ਤਾਂ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਨੀਮ ਪਹਾੜੀ ਖੇਤਰ ਹੈਗਾ, ਤੇ ਇਸ ਕਰਕੇ ਜੇ ਉਹਨੂੰ ਸਮਾਰਟ ਸਿਟੀ ਦਾ ਦਰਜਾ ਮਿਲਦਾ ਹੈਗਾ ਤਾਂ ਉਹ ਪੈਸਾ ਜੇ ਸਹੀ ਤਰ੍ਹਾਂ ਢੰਗ ਦੇ ਨਾਲ ਵਰਤਿਆ ਜਾਵੇ ਤਾਂ ਉੱਥੇ ਤਰੱਕੀ ਜਿਹੜੀ ਉਹ ਹੋ ਸਕਦੀ ਹੈ ਜੀ। ਇਸ ਤੋਂ ਇਲਾਵਾ ਜਿਹੜੇ ਇਤਿਹਾਸਕ ਪਿੰਡ ਨੇ, ਇਤਿਹਾਸਕ ਕਸਬੇ ਨੇ, ਉੱਥੋਂ ਦਾ ਵਿਕਾਸ ਵੀ ਜੇ ਕੇਂਦਰ ਸਰਕਾਰ ਦੀ ਸਹਾਇਤਾ ਦੇ ਨਾਲ ਬੇਸ਼ੱਕ 60-40 ਦੀ ਰੇਸ਼ੋ ਦੇ ਨਾਲ ਹੀ ਹੋ ਜੇ, ਸੁਚੱਜੇ ਢੰਗ ਨਾਲ ਹੋ ਜੇ ਤਾਂ ਉਹ ਅਹਿਮ ਆਗਾ। ਇਸ ਕਰਕੇ ਮੌਕਾ ਅਹਿਮ ਹੁੰਦਾ ਹੈਗਾ। ਜੇਕਰ ਮੁੱਖ ਮੰਤਰੀ ਸਾਹਿਬ ਨੇ ਪ੍ਰਪੋਜ਼ਲ ਭੇਜਿਆ ਹੈਗਾ ਤੇ ਕੇਂਦਰ ਸਰਕਾਰ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਪੰਜਾਬ ਦੇ ਬਹੁਤ ਸਾਰੇ ਕਸਬੇ ਪਿੰਡ ਤੇ ਗੁਰੂ ਨਗਰੀ ਦੀ ਤਰੱਕੀ ਜਿਹੜੀ ਉਹ ਹੋ ਸਕਦੀ ਹੈ। ਪਰ ਜ਼ਰੂਰਤ ਹੈ ਕਿ ਫੰਡਾਂ ਨੂੰ ਸੁਚੱਜੇ ਢੰਗ ਦੇ ਨਾਲ ਵਰਤਿਆ ਜਾਵੇ। ਬਿਲਕੁਲ ਜੀ, ਅਗਲੀ ਖਬਰ ਤੇ ਚੱਲਦੇ। ਸਿੱਧੀ ਅਦਾਇਗੀ ਜਿਹੜੀ ਪੰਜਾਬ ਦੀ 4 ਮੈਂਬਰੀ ਕਮੇਟੀ ਕੇਂਦਰ ਦੇ ਨਾਲ ਕਰੂਗੀ ਮੀਟਿੰਗ। ਦੇਖੋ ਜੀ, ਬੀਤੇ ਦਿਨ ਵੀ ਜਿਹੜਾ ਹੈ ਪੰਜਾਬ ਕੈਬਨਿਟ ਦੇ ਮੰਤਰੀਆਂ ਵੱਲੋਂ ਕੇਂਦਰੀ ਜਿਹੜੇ ਖੁਰਾਕ ਮੰਤਰੀ ਨੇ ਪਿਊਸ਼ ਗੋਇਲ, ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ। ਤਾਂ ਉਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਤੈਅ ਹੈ ਕਿ ਅਦਾਇਗੀ ਜਿਹੜੀ ਉਹ ਆੜ੍ਹਤੀਆਂ ਦੇ ਥਰੂ ਹੋਊਗੀ ਤੇ 48 ਘੰਟਿਆਂ ਦੇ ਵਿੱਚ ਕਿਸਾਨਾਂ ਨੂੰ ਹੋਊਗੀ, ਜਿਸ ਤਰ੍ਹਾਂ ਪਹਿਲਾਂ ਹੋ ਰਹੀ ਹੈ। ਨਾਲ ਉਹਨਾਂ ਨੇ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਗੱਲ ਜਿਹੜੇ ਕੇਂਦਰੀ ਮੰਤਰੀ ਕਰ ਰਹੇ ਨੇ। ਪਰ ਪਿਛਲੀਆਂ 4 ਫਸਲਾਂ ਤੋਂ ਲਗਾਤਾਰ ਪਾਰਦਰਸ਼ੀ ਢੰਗ ਦੇ ਨਾਲ ਖਾਤਾ ਜਿਹੜਾ ਲਿੰਕ ਕੀਤਾ ਹੋਇਆ ਪੰਜਾਬ ਸਰਕਾਰ ਨੇ, ਤੇ ਸਾਰੀ ਤਸਵੀਰ ਜਿਹੜੀ ਉਹ ਕੇਂਦਰ ਸਰਕਾਰ ਦੇ ਮੂਹਰੇ ਸਾਫ਼ ਆ ਗਈ। ਤਾਂ ਇਹਦੇ ਬਾਅਦ ਹੁਣ ਪਿਊਸ਼ ਗੋਇਲ ਜਿਹੜੇ ਕੇਂਦਰੀ ਮੰਤਰੀ ਨੇ, ਉਹਨਾਂ ਨੇ ਅੱਜ ਮੁਲਾਕਾਤ ਦੇ ਲਈ ਸੱਦਿਆ ਗਿਆ, ਜਿਹਦੇ ਲਈ 4 ਮੈਂਬਰੀ ਕਮੇਟੀ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ, ਜਿਹਦੇ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤੇ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ, ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ। ਇਹ ਚਾਰੇ ਲੀਡਰਾਂ ਵੱਲੋਂ ਅੱਜ ਕੇਂਦਰੀ ਮੰਤਰੀ ਦੇ ਨਾਲ ਮੀਟਿੰਗ ਕੀਤੀ ਜਾਣੀ ਹੈ ਤੇ ਉਮੀਦ ਤੇ ਆਸ ਜਿਹੜੀ ਹੈ ਪੂਰੀ ਤਰ੍ਹਾਂ ਇਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਉਹ ਆੜ੍ਹਤੀਆਂ ਥਰੂ ਪੇਮੈਂਟ ਕਰਨ ਦੇ ਲਈ ਮੰਨੇਗੀ, ਕਿਉਂਕਿ ਪਹਿਲਾਂ ਵੀ ਉਹ ਇੱਕ ਵਾਰੀ ਨਰਮ ਰੁੱਖ ਦਿਖਾ ਚੁੱਕੇ ਨੇ। ਤੇ ਹੁਣ ਭਲਕੇ ਦੀ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਮੀਟਿੰਗ ਲਈ ਸੱਦਾ ਦਿੱਤਾ ਹੈਗਾ, ਜਿਹੜੇ ਕਿ ਪਹਿਲਾਂ ਸੱਦਾ ਨਹੀਂ ਦਿੱਤਾ ਗਿਆ ਸੀਗਾ, ਕਿਉਂਕਿ ਮੁੱਖ ਮੰਤਰੀ ਸਾਹਿਬ ਵੱਲੋਂ ਆੜ੍ਹਤੀਆਂ ਤੇ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਤੇ ਕਿਸਾਨਾਂ ਵੱਲੋਂ ਪ੍ਰੋਟੈਸਟ ਜਿਹੜਾ ਇਸ ਮਸਲੇ ਨੂੰ ਲੈ ਕੇ ਕੀਤਾ ਗਿਆ। ਉਹ ਬੇਸ਼ੱਕ FCI ਦੇ ਗੋਡਾਊਨ ਹੋਣ ਜਾਂ ਦਫ਼ਤਰ ਹੋਣ, ਉਹਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਤੇ ਮਹਾਪੰਚਾਇਤਾਂ ਦੇ ਵਿੱਚ ਵੀ ਇਹੀ ਲਗਾਤਾਰ ਕਿਹਾ ਜਾ ਰਿਹਾ ਕਿ ਦਾਣਾ ਜਿਹੜਾ ਹੈ ਉਹ ਮੌਜੂਦਾ ਪ੍ਰਬੰਧ ਜਿਹੜਾ ਚੱਲ ਰਿਹਾ ਉਹਦੇ ਥਰੂ ਬਕਵਾਇਆ ਜਾਊਗਾ। ਇਹਦੇ ਲਈ ਜਿੰਨਾ ਮਰਜ਼ੀ ਸੰਘਰਸ਼ ਕਰਨਾ ਪਵੇ ਤੇ ਨਾਲੋਂ ਨਾਲ ਪੰਜਾਬ ਸਰਕਾਰ ਨੇ ਵੀ ਇਹੀ ਕਿਹਾ ਕਿ ਦਾਣਾ ਜਿਹੜਾ ਹੈ ਉਹ ਖਰੀਦਿਆ ਜਾਊਗਾ ਤੇ ਕਿਸਾਨ ਆੜ੍ਹਤੀਆਂ ਥਰੂ ਪੇਮੈਂਟ ਲੈਣਾ ਚਾਹੁਣ ਆੜ੍ਹਤੀਆਂ ਥਰੂ ਲੈ ਸਕਦੇ ਆ ਤੇ ਪੇਮੈਂਟ ਜਿਹੜੀ ਉਹ 48 ਘੰਟਿਆਂ ਦੇ ਵਿੱਚ ਦਿੱਤੀ ਜਾਊਗੀ। ਸੋ ਅੱਜ ਦੀ ਮੀਟਿੰਗ ਕਾਫੀ ਅਹਿਮ ਹੈ ਤੇ ਉਮੀਦ ਹੈ ਕਿ ਇਸ ਮੀਟਿੰਗ ਤੋਂ ਬਾਅਦ ਸਿੱਧੀ ਅਦਾਇਗੀ ਵਾਲਾ ਜਿਹੜਾ ਰੇਟ ਲਗਾਤਾਰ ਬਣਿਆ ਹੋਇਆਗਾ ਉਹ ਮੁੱਕ ਜਾਣਾਗਾ ਪੰਜਾਬ ਦੇ ਵਿੱਚ ਤੇ ਪੁਰਾਣੀ ਜਿਹੜੀ ਚੱਲ ਰਹੀ ਹੈਗੀ ਹੁਣ ਜਿਹੜਾ ਸਿਸਟਮ ਚੱਲ ਰਿਹਾ ਇਸੇ ਸਿਸਟਮ ਦੇ ਵਿੱਚ ਖਰੀਦ ਜਿਹੜੀ ਉਹ ਹੋਵੇਗੀ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 6939 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਚੰਨੀ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ ਵੀਰੇ, ਅਰਸ਼ਦੀਪ ਵੀਰੇ ਬਹੁਤ ਵਧੀਆ ਰਿਪੋਰਟਿੰਗ ਅਰਸ਼ਦੀਪ ਦੀ ਨਾ। ਥੈਂਕ ਯੂ ਵੀਰ। ਜਿਵੇਂ ਪਹਿਲਾਂ ਪਰਮਵੀਰ ਵਾਰ ਕਰਦਾ ਹੁੰਦਾ ਸੀ ਨਾ ਜੀ, ਆਪਾਂ 5-6 ਸਾਲ ਪਹਿਲਾਂ ਉਦੋਂ ਹੀ ਮੈਨੂੰ ਬਾਈ ਦੀ ਵੀ ਜਮਾ ਪੱਤਰਕਾਰੀ ਲੱਗਦੀ ਹੈ ਨਾ ਜੀ। ਬਹੁਤ ਵਧੀਆ ਪੱਤਰਕਾਰੀ ਹੈ। ਤੇ ਮੈਂ ਵੀਰੇ ਪੁੱਛਣਾ ਸੀਗਾ ਜੀ, ਆਪਣਾ ਸਿੱਧੂ ਸਾਹਿਬ ਭਾਈ ਕਾਹਨੂੰ ਇੰਨਾ ਡਿਲੇ ਕਰੀ ਜਾਂਦੇ ਆ? ਨਾਲੇ ਮੈਂ ਅੰਦਰ ਖਾਤੇ ਸੁਣਿਆ ਜੀ ਆਪਣਾ ਜਿਹੜੀ ਆਮ ਆਦਮੀ ਪਾਰਟੀ ਆ ਉਹ CM ਵੀ ਚਲੋ ਦੇ ਰਹੀ ਆ ਉਹਨੂੰ, ਹਨਾ, ਜੋ ਪਤਾ ਲੱਗਿਆ ਵੀ CM ਚਾਹੁੰਦੇ ਆ CM ਬਣਨਾ, ਉਹ CM ਦਾ ਵੀ ਉਹਦਾ ਉਹਨੂੰ ਦੇ ਰਹੀ ਆ ਨਾ। ਤੇ ਭਾਈ ਇਹ ਅਰਸ਼ਦੀਪ ਕੋਲ ਕੋਈ ਹੈਗਾ ਜੀ ਆਪਣਾ ਵੀ ਕੋਈ ਰਿਪੋਰਟ ਹੈਗੀ ਆ ਵੀ ਕੋਈ ਅੱਗੇ ਆਉਣਾ ਟਾਈਮ ਦੇ ਵਿੱਚ? ਇਹ ਭਾਈ ਬਹੁਤ ਡਿਲੇ ਕਰੀ ਜਾਂਦਾ ਭਾਈ, ਕਾਂਗਰਸ ਦੇ ਵਿੱਚ ਰਹਿ ਕੇ ਵੀ ਨਾ ਭਾਈ
ਇਹਨਾਂ ਦੀ ਲੱਤਾਂ ਖਿੱਚਣ ਵਾਲੇ ਬਹੁਤ ਨੇ। ਜੇ ਇਹ ਕਿਤੇ ਸੀਐਮ ਬਣ ਗਏ, ਰਵਨੀਤ ਬਿੱਟੂ ਆ ਭਾਈ, ਹੋਰ ਆ ਜਾਖੜ ਹੈਗਾ ਭਾਈ, ਕੈਪਟਨ ਦਾ ਪਹਿਲੀ ਕਹੀ ਜਾਂਦਾ ਵੀ ਮੈਂ ਤਾਂ ਰਿਟਾਇਰ ਨਹੀਂ ਹੋਣਾ ਹੈਗਾ, ਹਨਾ ਵੀ ਉਹਨੇ ਕੁਛ ਨਹੀਂ ਲੱਭਣਾ ਹੈਗਾ ਭਾਈ। ਕਾਂਗਰਸ ਤਾਂ ਵੈਸੇ ਹੀ ਭਾਈ ਇਹਨਾਂ ਨੇ ਕਿੰਨਾ ਭਾਈ ਘਾਣ ਕੀਤਾ ਆਪਣੇ ਸਿੱਖਾਂ ਦਾ ਨਾ, ਤੇ ਵੈਸੇ ਵੀ ਆਪਣੇ ਦੇਸ਼ ਇੰਡੀਆ ਦਾ ਕਿੰਨਾ ਇਹਨਾਂ ਨੇ ਘਾਣ ਕੀਤਾ ਹੈਗਾ, ਤੇ ਮੈਨੂੰ ਲੱਗਦਾ ਨਹੀਂ ਵੀ ਉਹ ਵੀ ਇਹਦੇ ਵਿੱਚ ਪੈਰ ਲੱਗਣ ਦੇਣਗੇ ਕਾਂਗਰਸ ਵਾਲੇ। ਚਲੋ ਠੀਕ ਹੈ, ਇਹਨਾਂ ਨੂੰ ਭਾਈ ਮਾੜਾ ਮੋਟਾ ਦੇਖ ਕੇ ਨਾ ਵੀ ਆ ਜਿੰਨੇ ਬੰਦੇ ਆਪਣੇ ਹੈਗੇ, ਖਹਿਰੇ ਓੜੀ ਹੋ ਗਿਆ, ਆਪਣਾ ਡਾਕਟਰ ਗਾਂਧੀ ਹੋ ਗਿਆ ਜੀ, ਛੋਟੇਪੁਰ ਹੋ ਗਿਆ ਜੀ, ਇਹ ਸਾਰੇ ਬੰਦੇ ਰਲ ਕੇ ਜੀ ਆਪਣਾ, ਮੈਨੂੰ ਆਹ ਹੀ ਪਤਾ ਲੱਗਾ ਜੀ ਮਨਪ੍ਰੀਤ ਬਾਲ ਦਾ ਕੋਈ ਬੰਦਾ ਸੀਗਾ ਜੀ ਆਪਣਾ ਇਹਨਾਂ ਦੇ ਹਲਕੇ ਚੋਂ, ਉਹ ਵੀ ਕਹਿੰਦੇ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਜੀ, ਹਨਾ। ਤੇ ਆ ਤੁਸੀਂ ਦੂਜੇ ਵੀ ਦੱਸਦੇ ਢੀਂਡਸੇ ਵੀ ਸ਼ਾਇਦ ਹਨਾ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ। ਇਹਦੇ ਬਾਰੇ ਦੱਸਣ ਵੀ ਸਿੱਧੂ ਸਾਹਿਬ ਕੱਲ ਆਪਣੇ ਪੱਤੇ ਖੋਲਣਗੇ, ਕੋਈ ਹੈਗੀ ਰਿਪੋਰਟ ਦੀ? ਮੈਂ ਹੀ ਕਹਿਣਾ ਸੀ। ਹਾਂ ਬਿਲਕੁਲ ਜੀ, ਇੱਕ ਕੰਮ ਹੋਰ ਮਸਲਾ ਹੱਲ ਹੋ ਸਕਦਾ। ਆਪਾਂ ਅਰਸ਼ਦੀਪ ਨੂੰ ਪੁੱਛਦੇ ਹਾਂ, ਅਰਸ਼ਦੀਪ ਕੋਈ ਇਦਾਂ ਹੋ ਸਕਦਾ ਵੀ ਜਿੱਦਾਂ ਜਿੰਨੇ ਜ਼ਿਲ੍ਹੇ ਆ ਪੰਜਾਬ ਦੇ ਵਿੱਚ 12-13 ਜ਼ਿਲ੍ਹੇ ਆ, 12-13 ਮੁੱਖ ਮੰਤਰੀ ਬਣ ਜਾਣ ਤੇ ਇੱਕ ਉਹਨਾਂ ਦਾ ਸੁਪਰ ਮੁੱਖ ਮੰਤਰੀ ਹੋਵੇ, ਜਾਂ 12-13 ਉਪ ਮੁੱਖ ਮੰਤਰੀ ਬਣ ਜਾਣ, ਕਿਉਂਕਿ ਪਾਰਟੀਆਂ ਇੰਨੀਆਂ, ਢੀਂਡਸਾ ਸਾਹਿਬ ਵੀ ਬਣਨਾ ਚਾਹੁੰਦੇ ਆ ਜੀ, ਖਹਿਰਾ ਸਾਹਿਬ ਵੀ ਬਣਨਾ ਚਾਹੁੰਦੇ ਆ, ਬੈਂਸ ਭਰਾ ਵੀ ਬਣਨਾ ਚਾਹੁੰਦੇ ਆ, 12-13 ਡਿਪਟੀ ਸੀਐਮ ਬਣ ਜਾਣ ਤੇ ਇੱਕ ਬਣ ਜਾਵੇ ਸੀਐਮ ਜਿਹੜਾ ਮੇਨ ਆ। ਇਦਾਂ ਸ਼ਾਇਦ ਮਸਲਾ ਹੱਲ ਹੋ ਜਾਵੇ, ਉਦਾਂ ਨਹੀਂ ਹੋਣਾ ਜੀ। ਦੇਖੋ ਜੀ, ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਜਿਹੜੇ ਤਮਾਮ ਲੀਡਰ ਨੇ ਇਹਨਾਂ ਦਾ ਆਧਾਰ ਜਿਹੜਾ ਹੈ ਉਹ ਆਪਣੇ ਹਲਕਿਆਂ ਤੱਕ ਸੀਮਤ ਹੈਗਾ, ਆਪਣੇ ਇਲਾਕੇ ਤੱਕ ਸੀਮਤ ਹੈਗਾ। ਬੇਸ਼ੱਕ ਸੋਸ਼ਲ ਮੀਡੀਆ ਤੇ ਚੰਗਾ ਰਿਸਪੌਂਸ ਇਹਨਾਂ ਨੂੰ ਲੋਕਾਂ ਦਾ ਮਿਲਦਾ ਹੈਗਾ, ਪਰ ਜਦੋਂ ਧਰਾਤਲ ਤੇ ਜਾਂਦੇ ਆਪਾਂ ਵੋਟਿੰਗ ਪ੍ਰਕਿਰਿਆ ਦੇ ਵਿੱਚ ਇਹਨਾਂ ਦੀ ਛਾਪ ਜਿਹੜੀ ਉਹ ਆਪਣੇ ਇਲਾਕੇ ਤੱਕ ਹੀ ਸੀਮਤ ਰਹਿੰਦੀ ਹੈਗੀ। ਤੇ ਇਹਨਾਂ ਹਾਲਾਤਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਕਾਫੀ ਕੁਝ ਡਿਪੈਂਡ ਕਰਦਾ ਕਿ ਇਹ ਸਾਰੇ ਮੁੱਖ ਮੰਤਰੀ ਬਣਨ ਦੀ ਇੱਛਾ ਛੱਡ ਦੇਣ। ਇਹਦੇ ਲਈ ਜ਼ਰੂਰੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਵੱਡਾ ਸਟੈਪ ਪੁੱਟਣ, ਕਿਉਂਕਿ ਇਹਨਾਂ ਸਭ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਦਾ ਆਧਾਰ ਪੂਰੇ ਪੰਜਾਬ ਦੇ ਵਿੱਚ ਹੈ, ਖਾਸ ਕਰ ਮਾਝੇ ਇਲਾਕੇ ਦੇ ਵਿੱਚ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਦੀ ਪੈਂਟ ਕਿਸੇ ਤੋਂ ਲੁਕੀ ਹੋਈ ਨਹੀਂ ਹੈਗੀ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜੇ ਨਵਜੋਤ ਸਿੰਘ ਸਿੱਧੂ ਸਟੈਪ ਚੁੱਕਦੇ ਆ ਤਾਂ ਇਹ ਜਿਹੜੇ ਹੈਗੇ ਨਵਜੋਤ ਸਿੰਘ ਸਿੱਧੂ ਦੀ ਛਤਰ ਛਾਇਆ ਚ ਆਉਣ ਲਈ ਸਾਰੇ ਹੀ ਤਿਆਰ ਨੇ। ਲਗਾਤਾਰ ਆਵਾਜ਼ਾਂ ਉਹਨਾਂ ਨੂੰ ਮਾਰ ਰਹੇ ਨੇ, ਬਹੁਤ ਜ਼ੋਰ ਕੇ ਆਵਾਜ਼ਾਂ ਮਾਰ ਰਹੇ ਨੇ, ਪਰ ਸਿੱਧੂ ਸਾਹਿਬ ਜਿਹੜੇ ਆਵਾਜ਼ ਉਹ ਨਹੀਂ ਸੁਣ ਰਹੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਦੇਰੀ ਜਿਹੜੀ ਉਹ ਕਰ ਦਿੱਤੀ ਹੈਗੀ। ਕਿਉਂਕਿ ਕਿਸਾਨ ਅੰਦੋਲਨ ਅਹਿਮ ਮੌਕਾ ਸੀ ਜਦੋਂ ਸਿੱਧੂ ਸਾਹਿਬ ਖੁੱਲ੍ਹ ਕੇ ਲੋਕਾਂ ਦੇ ਵਿੱਚ ਵਿਚਰ ਸਕਦੇ ਸੀ। ਉਹਨਾਂ ਦਾ ਕਿਰਦਾਰ ਐਸਾ ਲੋਕਾਂ ਦੇ ਵਿੱਚ ਕਿ ਲੋਕ ਉਹਨਾਂ ਨੂੰ ਨਫ਼ਰਤ ਜਿਹੜੀ ਉਹ ਨਹੀਂ ਕਰਦੇ, ਪਰ ਜਿਸ ਤਰ੍ਹਾਂ ਉਹ ਡਿਲੇ ਕਰ ਰਹੇ ਨੇ ਤਾਂ ਉਹਦਾ ਮੈਸੇਜ ਲੋਕਾਂ 'ਚ ਇਹੀ ਜਾ ਰਿਹਾ ਕਿ ਸਿੱਧੂ ਸਾਹਿਬ ਜਿਹੜੇ ਨੇ ਉਹ ਕੁਰਸੀ ਦੀ ਲੜਾਈ ਲੜ ਰਹੇ ਨੇ, ਪੰਜਾਬ ਦੀ ਲੜਾਈ ਜਿਹੜੀ ਉਹ ਨਹੀਂ ਲੜ ਰਹੇ। ਇਹਨਾਂ ਹਾਲਾਤਾਂ ਦੇ ਵਿੱਚ ਦੇਰ ਤਾਂ ਸਿੱਧੂ ਸਾਹਿਬ ਨੇ ਕਰ ਦਿੱਤੀ ਹੈ, ਪਰ ਜੇ ਉਹਨਾਂ ਨੇ ਇਸ ਵਾਰ ਕੋਈ ਸਿਆਸੀ ਸਟੈਪ ਨਾ ਪੁੱਟਿਆ ਤਾਂ ਉਹ ਸਿਆਸੀ ਤੌਰ ਤੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਘਾਤਕ ਜਿਹੜਾ ਉਹ ਸਿੱਧ ਹੋਊਗਾ। ਇਸ ਕਰਕੇ ਉਹਨਾਂ ਨੂੰ ਵੱਡਾ ਸਟੈਪ ਜਿਹੜਾ ਉਹ ਪੁੱਟ ਲੈਣਾ ਚਾਹੀਦਾ ਹੈ, ਕਿਉਂਕਿ ਲੋਕਪ੍ਰਿਯਤਾ ਉਹਨਾਂ ਦੀ ਪਹਿਲਾਂ ਦੇ ਮੁਕਾਬਲੇ ਘਟੀ ਹੈਗੀ ਤੇ ਉਹ ਹੋਰ ਘਟੇਗੀ ਜੇ ਉਹ ਕਾਂਗਰਸ ਦੇ ਵਿੱਚ ਹੀ ਲਗਾਤਾਰ ਬਣੇ ਰਹੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਵੱਡਾ ਸਟੈਪ ਜਿਹੜਾ ਉਹਨਾਂ ਨੂੰ ਪੁੱਟਣਾ ਚਾਹੀਦਾ। ਜ਼ਰੂਰ ਆਮ ਆਦਮੀ ਪਾਰਟੀ ਦੇ ਲੀਡਰ ਵੀ ਆਵਾਜ਼ਾਂ ਮਾਰ ਰਹੇ ਨੇ ਉਹਨਾਂ ਨੂੰ, ਬਾਕੀ ਜਿੰਨੀਆਂ ਪਾਰਟੀਆਂ ਨੇ ਸਾਰੇ ਲੀਡਰ ਹੀ ਆਵਾਜ਼ਾਂ ਮਾਰ ਰਹੇ ਨੇ, ਪਰ ਸਿੱਧੂ ਸਾਹਿਬ ਹਲੇ ਪੱਤੇ ਖੋਲਣ ਦੇ ਮੂਡ 'ਚ ਜਿਹੜੇ ਉਹ ਨਹੀਂ ਹੈਗੇ। ਹਲੇ ਉਹ ਆਖਰੀ ਜ਼ੋਰ ਅਜ਼ਮਾਇਸ਼ ਜਿਹੜੀ ਉਹ ਕਰਕੇ ਦੇਖ ਰਹੇ ਨੇ ਕਿ ਸ਼ਾਇਦ ਗੱਲ ਬਣ ਜੇ। ਕਾਂਗਰਸ ਪ੍ਰਧਾਨ ਜਿਹੜੇ ਨੇ ਤੇ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਸ਼ਾਇਦ ਆਖਰੀ ਸਮੇਂ ਤੇ ਆ ਕੇ ਉਹਨਾਂ ਨੂੰ ਹਰੀ ਝੰਡੀ ਜਿਹੜੀ ਉਹ ਦੇ ਸਕਦੀ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੇ ਪਕੜ ਜਿਹੜੀ ਉਹ ਬਹੁਤ ਜ਼ਿਆਦਾ ਮਜ਼ਬੂਤ ਆ ਗਈ। ਵਿਧਾਇਕਾਂ ਦਾ ਜਿਹੜਾ ਵੱਡਾ ਤਬਕਾ ਗਾ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਹੈ। ਤੇ ਇਸ ਕਰਕੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਤੋਂ 2022 ਚ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਗੱਲ ਕਰ ਚੁੱਕੇ ਨੇ ਤਾਂ ਇਹਦਾ ਮਤਲਬ ਇਹ ਤੈਅ ਹੀ ਹੈ, ਹਾਈ ਕਮਾਂਡ ਉਹਨਾਂ ਨੂੰ ਜਿਹੜਾ ਨਹੀਂ ਬਦਲ ਸਕਦੀ। ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਸਟੈਪ ਜਿਹੜਾ ਉਹ ਆਪਣਾ ਪੁੱਟ ਲੈਣਾ ਚਾਹੀਦਾ ਤਾਂ ਕਿ ਉਹ ਆਪਣੀ ਜਿਹੜੀ ਸ਼ਾਖ ਆ ਗਈ ਉਹਨੂੰ ਵੀ ਬਚਾ ਸਕਣ ਤੇ ਦੁਬਾਰਾ ਤੋਂ ਜਿਹੜਾ ਹੈ ਲੋਕਾਂ ਦੇ ਦਿਲਾਂ ਤੇ ਛਾ ਸਕਣ। ਇਸ ਕਰਕੇ ਉਮੀਦ ਤਾਂ ਇਹੀ ਹੈ ਕਿ ਉਹ ਸਟੈਪ ਪੁੱਟਣਗੇ, ਪਰ ਫਿਲਹਾਲ ਪੱਤਾ ਜਿਹੜਾ ਹੈ ਉਹ ਨਹੀਂ ਖੋਲ ਰਹੇ। ਜੀ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 3331 ਸਵਾਗਤ ਹੈ ਵੀਰ। ਹਾਂ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, ਆਪਣੇ 1999 ਚ ਆਪਣੇ ਖਾਲਸੇ ਦਾ 300 ਸਾਲਾ ਇਹਨਾਂ ਮਨਾਇਆ ਸੀ ਤੇ ਆਪਣੇ ਪਿਛੇ 2 ਸਾਲ ਆਪਣੇ 2019 ਚ ਇਹਨਾਂ ਨੇ 350 ਸਾਲ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਹੰਦੀ ਚਾਦਰ ਦਾ ਆਪਣੇ 300 ਸਾਲਾ ਜਨਮ ਦਿਨ ਹੈ ਕਹਿੰਦੇ ਮਨਾਉਣਾ ਜੀ। ਇਹਨਾਂ ਵੀਰੇ ਹਾਂ ਵੀਰ ਜੀ, ਅੱਗੇ ਇਹਨਾਂ ਨੇ ਕੁੱਕੜ ਖੇਡ ਆਈ ਆ ਜੀ, ਪੈਸੇ ਜੇ ਮਿਲੇ ਵੀ ਪਤਾ ਨਹੀਂ ਇਹਨਾਂ ਨੇ ਕਿੱਥੇ ਵਰਤੇ ਹਨ। ਆਪਣੇ ਘੱਟੋ ਘੱਟ ਉਹ ਗੁਰੂ ਨਾਨਕ ਦੇਵ ਜੀ ਦੇ ਬਠਿੰਡਾ ਥਰਮਲ ਪਲਾਂਟ ਬਣਾਇਆ ਸੀ ਇਹਨਾਂ ਨੇ ਆਪਣੇ 69 ਚ ਜੀ, ਉਹ ਵੀ ਬੰਦ ਕੀਤਾ ਜਿਹੜਾ ਬਣਾਇਆ ਵੀ ਸੀ। ਇਹ ਘੱਟੋ ਘੱਟ ਸੋਲਰ ਸਿਸਟਮ ਨਾਲ ਪੰਜਾਬ ਦੀ ਬਿਜਲੀ ਦਾ ਹੱਲ ਕਰ ਲੈਣ, ਐਜੂਕੇਸ਼ਨ ਦੀ ਯੂਨੀਵਰਸਿਟੀ ਕੋਈ ਚੰਗੀ ਹਸਪੀਟਲ ਕੋਈ ਚੰਗਾ ਖੋਲਣ, ਏਅਰਪੋਰਟ ਅੰਮ੍ਰਿਤਸਰ ਦਾ ਇਹੀ ਆਪਣੇ ਆਪ ਚੰਗਾ ਇਹਨੂੰ ਆਪਣੇ ਚਾਲੂ ਕਰ ਲੈਣ। ਚੋਂ 5 ਮੰਗਾਂ ਚੋਂ ਇੱਕ ਕੰਮ ਤੇ
ਹੀ ਕਰ ਲੈਣ ਆਪਣੇ ਕੁੱਕੜ ਖੇਡ ਆਉਣ ਤੋਂ ਬਗੈਰ। ਸਟੇਜਾਂ ਤੇ ਪੈਸੇ ਲਾਉਂਦੇ ਆ, ਖਾਣਿਆਂ ਤੇ ਪੈਸੇ ਲਾਉਂਦੇ ਆ, ਰੰਗ ਹੀ ਇੱਕੋ ਜਿਹਾ ਕਰ ਦਿੱਤਾ ਅਨੰਦਪੁਰ ਸਾਹਿਬ ਨੂੰ। ਕੀ ਫਾਇਦਾ ਦੱਸੋ ਜੀ? ਕੋਈ ਇਹਨਾਂ ਨੇ ਯੂਨੀਵਰਸਿਟੀ, ਕੋਈ ਟੌਪ ਦਾ ਹਸਪੀਟਲ, ਕੋਈ ਬਿਜਲੀ ਦਾ ਸਿਸਟਮ, ਕੋਈ 에ਅਰਪੋਰਟ ਦਾ, ਕਿਸੇ ਦਾ ਵੀ ਕੋਈ ਕੀਤਾ ਵਾ? ਕੱਖ ਨਹੀਂ ਕੀਤਾ ਜੀ। ਘੱਟੋ ਘੱਟ ਇਹਨਾਂ ਬਾਰੇ ਮਾੜਾ ਜਿਹਾ ਧਿਆਨ ਦੇਣ ਵੀਰ ਜੀ, ਹੱਥ ਦੇ ਵੀ ਦੱਸਣਾ ਵੀਰ ਜੀ। ਧੰਨਵਾਦ ਜੀ, ਧੰਨਵਾਦ। ਇੱਕ ਤਾਂ ਵੀਰ 400 ਸਾਲਾ ਦਿਵਸ ਆ ਜੀ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਦਾ। ਸੈਕੰਡ, ਇੱਕ ਕੰਮ ਤਾਂ ਇਹਨਾਂ ਨੇ ਕੀਤਾ ਜੀ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ, ਜਿਹੜੀ ਬਿਜਲੀ ਮਹਿੰਗੀ ਕਰ ਦਿੱਤੀ ਆ, ਪ੍ਰਾਈਵੇਟ ਥਰਮਲ ਪਲਾਂਟ ਬਣਾਤੇ ਆ, ਉਹ ਕੰਮ ਕੀਤੇ ਤਾਂ ਹੈਗੇ ਆ ਜੀ। ਹਰਸ਼ਦੀਪ ਦੇਖੋ ਜੀ, ਬਿਲਕੁਲ ਵਾਜਿਬ ਪੁਆਇੰਟ ਹੈ ਇਹਨਾਂ ਦਾ ਕਿ ਗੁਰੂ ਸਾਹਿਬ ਦੇ ਜਿਹੜੇ ਪਾਵਨ ਦਿਹਾੜੇ ਆਉਂਦੇ ਨੇ, ਬੇਸ਼ੱਕ ਉਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਆਇਆ ਸੀ, ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆਇਆ ਸੀ, ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨਾ ਦੀ ਜਿਹੜੀ 400ਵੀਂ ਵਰ੍ਹੇਗੰਢ ਸੀਗੀ ਉਹ ਸਮਾਗਮ ਹੋਣ, ਜਾਂ ਫਿਰ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆਗਾ। ਤਾਂ ਇੱਥੇ ਜਿਹੜਾ ਹੈ ਸਟੇਜਾਂ ਤੇ ਪੈਸੇ ਲਾਉਣ ਦੀ ਥਾਂ ਤੇ ਜਾਂ ਵੱਡੇ ਪ੍ਰੋਗਰਾਮ ਕਰਨ ਦੀ ਥਾਂ ਤੇ ਜੇਕਰ ਬੁਨਿਆਦੀ ਢਾਂਚੇ ਵੱਲ ਧਿਆਨ ਦਿੱਤਾ ਜਾਵੇ ਕਿ ਕਦੀ ਕੋਈ ਸਰਕਾਰੀ ਯੂਨੀਵਰਸਿਟੀ ਬਣਾਈ ਜਾਵੇ ਗੁਰੂ ਸਾਹਿਬ ਦੇ ਨਾਮ ਦੇ ਉੱਪਰ, ਤੇ ਉਹ ਪ੍ਰੋਪਰ ਫੰਡਾਂ ਵਾਲੀ ਯੂਨੀਵਰਸਿਟੀ ਬਣਾਈ ਜਾਵੇ ਜਿੱਥੇ ਕਿ ਫੰਡਾਂ ਦੀ ਘਾਟ ਜਿਹੜੀ ਉਹ ਮਹਿਸੂਸ ਨਾ ਹੋਵੇ, ਤੇ ਨਾਲੋਂ ਨਾਲ ਚੇਅਰ ਸਥਾਪਿਤ ਕਰਕੇ ਪੁਰਾਣੀਆਂ ਯੂਨੀਵਰਸਿਟੀਆਂ ਜਿਹੜੀਆਂ ਉਹਨਾਂ ਨੂੰ ਵੀ ਫੰਡ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਸਰਕਾਰੀ ਯੂਨੀਵਰਸਿਟੀਆਂ ਨੂੰ, ਤਾਂ ਕਿ ਉਹ ਪੈਰਾਂ ਤੇ ਖੜੇ ਹੋ ਸਕਣ। ਕਿਉਂਕਿ ਸ਼ਬਦ ਗੁਰੂ ਆ ਸਾਡਾ, ਇਸ ਕਰਕੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕੰਮ ਕਰਨਾ ਸਾਨੂੰ ਸਭ ਤੋਂ ਜ਼ਿਆਦਾ ਚਾਹੀਦਾ ਹੈਗਾ। ਪਰ ਬਿਲਕੁਲ ਇਹਨਾਂ ਦਾ ਵਾਜਬ ਪੁਆਇੰਟ ਹੈ ਕਿ ਸਾਰੇ ਧੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ 20 ਕਰੋੜ ਦੀ ਸਟੇਜ ਜਿਹੜੀ ਉਹ ਵੱਖਰੀ ਲਾਉਂਦੀ ਹੈ, ਪੰਜਾਬ ਸਰਕਾਰ ਆਪਣੀ ਲਾਉਂਦੀ ਹੈ, ਤਾਂ ਸਮਾਗਮਾਂ ਉੱਪਰ ਹੀ ਜਿਹੜਾ ਕਰੋੜਾਂ ਰੁਪਈਆ ਉਹ ਖਰਚ ਕਰ ਦਿੱਤਾ ਜਾਂਦਾ ਗਾ, ਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵੱਲ ਧਿਆਨ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਤੇ ਜ਼ਰੂਰੀ ਹੈ ਕਿ ਇਹ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ। ਬਿਲਕੁਲ ਜੀ, ਧੰਨਵਾਦ ਅਰਸ਼ਦੀਪ। ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਇੱਥੇ ਖਬਰਾਂ ਦਾ ਤੁਹਾਡਾ ਸਮਾਪਤ ਆ ਜੀ। ਹੁਣ ਆਪਾਂ ਲੋਕਲ ਖਬਰਾਂ ਲੈ ਕੇ ਜੁੜਾਂਗੇ ਤੇ 10 ਵਜੇ ਆਪਣੇ ਨਾਲ ਕੋਈ ਗੈਸਟ ਜੁੜਨਗੇ, ਉਹ ਰੂਬਰੂ ਕਰਾਵਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਆਪਾਂ ਗਏ ਹੁਣੇ ਕਮਰਸ਼ੀਅਲ ਬ੍ਰੇਕ ਤੇ ਨਾਲ ਹੀ ਆਪਾਂ ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜਦੇ ਹਾਂ ਜੀ। ਇਦਾਂ ਹੀ ਹੋਲਡ ਰੱਖਣਾ ਜੀ। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ, 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਨਾਲ ਕਾਲਰ ਜੁੜੇ, ਕਾਲ ਲੈ ਕੇ ਤੇ ਫਿਰ ਆਪਾਂ ਚੱਲਦੇ ਲੋਕਲ ਖਬਰਾਂ ਤੇ। ਹਾਂਜੀ 9200, ਸਵਾਗਤ ਹੈ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਭਾਈ ਆਪਣਾ ਸੀ ਨਹੀਂ ਚਲੇ ਗਏ ਵੀਰ, ਹੁਣੇ ਤੁਹਾਡੀ ਕਾਲ ਆਉਣ ਤੋਂ ਨਾਲ ਹੀ ਹਲੇ ਉਹਨਾਂ ਕੋਲ ਵਿਦਾ ਲਿਆ ਜੀ।
ਠੀਕ ਭਾਈ, ਤੁਹਾਡੇ ਲਈ ਤੁਸੀਂ ਚਲੋ ਜਵਾਬ ਦੇ ਸਕਦੇ ਦੇ ਦਿਓ ਭਾਈ। ਜਿੱਦਾਂ ਹੁਣ ਆਪਾਂ ਗੱਲ ਕਰਦੇ ਆ ਵੀ ਸ਼੍ਰੋਮਣੀ ਕਮੇਟੀ ਨੇ ਬਾਦਲਾਂ ਥੱਲੇ ਦਾ ਕੁਝ ਨਹੀਂ ਕੀਤਾ ਹਨਾ, ਤੇ ਮੇਰਾ ਸਵਾਲ ਇਹ ਬਣਦਾ ਵੀ ਉਹ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਵੀ ਬਾਦਲ ਕਿੱਦਾਂ RSS ਦੇ ਭਰਾ ਉਹਨਾਂ ਨੇ ਹਿੜਿਆ ਤੇ ਉਹਨਾਂ ਨੇ ਕੋਈ ਵੰਡ ਵੀ ਨਹੀਂ ਦੇਣਾ ਹੈਗਾ ਪੰਜਾਬ ਦਾ, ਆਪਣੀ ਜੇਬਾਂ 'ਚ ਭਰਨੀ ਆ ਹਨਾ। ਤੇ ਗੱਲ ਸਵਾਲ ਇਹ ਬਣਦਾ ਵੀ ਜਿਹੜੇ ਆਪਣੇ ਹੁਣ ਪੰਜਾਬ ਦੇ ਕੌਮ ਦੇ ਜੋ ਆਪਣੇ ਨੂੰ ਬਹੁਤ ਪੜ੍ਹੇ ਲਿਖੇ ਸਮਝਦੇ ਆ ਜੀ, ਜੋ ਥਾਂ ਥਾਂ ਤੇ ਪ੍ਰਚਾਰ ਕਰਦੇ ਆ ਵੀ ਲਾਇਬ੍ਰੇਰੀਆਂ ਖੋਲੋ, ਗੁਰੂ ਘਰਾਂ 'ਚ ਨਾ ਜਾਓ, ਲੰਗਰ ਬੰਦ ਕਰੋ, ਲਾਇਬ੍ਰੇਰੀਆਂ ਖੋਲੋ, ਹਸਪਤਾਲ ਖੋਲੋ, ਇਹ ਕਿਉਂ ਨਹੀਂ ਅਜੇ ਤਾਈਂ ਕੁਝ ਕਰ ਸਕੇ? ਇਹ ਇਹਨਾਂ ਦੀ ਤਾਂ ਸਰਕਾਰ ਨਾਲ ਪੂਰੀ ਗਿੱਠ-ਮਿੱਠ ਰਹੀ ਆ, ਇਹ ਸਰਕਾਰਾਂ ਨੂੰ ਕਿਉਂ ਅੱਜ ਤਾਈਂ ਨਹੀਂ ਬਣਾ ਸਕੇ ਵੀ ਪੰਜਾਬ ਦੇ ਵਿੱਚ ਜਿੰਨਾ ਕੁਝ ਤਰੱਕੀ ਲੈ ਕੇ ਆਉ ਜਾਏ ਕਰੋ? ਕਿਉਂਕਿ ਇਹ ਤਾਂ ਬੜੇ ਪੜ੍ਹੇ ਲਿਖੇ ਆਪਣੇ ਆਪ ਨੂੰ ਸਮਝਦੇ ਆ ਤੇ ਬਾਕੀ ਨੂੰ ਤਾਂ ਬੈਕਵਰਡ ਹੀ ਸਮਝਦੇ ਆ, ਤੇ ਇਹ ਕਿਉਂ ਨਹੀਂ ਅਜੇ ਤਾਈਂ ਕੁਝ ਕਰਾ ਸਕੇ ਪੰਜਾਬ ਦਾ? ਇਹਦਾ ਜਵਾਬ ਜੇ ਹੋ ਸਕਦਾ ਦਿਓ। ਧੰਨਵਾਦ। ਹਾਂ ਧੰਨਵਾਦ ਵੀਰ। ਕਿਉਂਕਿ ਜਿਹੜੀ ਕਾਮਰੇਡਾਂ ਦੀ ਫਿਲਾਸਫੀ ਥੋੜੀ ਡਿਫਰੈਂਟ ਆ ਜੀ, ਸ਼ਾਇਦ ਉਹ ਵਿਸ਼ਵਾਸ ਹੀ ਨਹੀਂ ਕਰਦੇ, ਨਾਸਤਕ ਹੁੰਦੇ ਆ, ਤੇ ਕਈ ਇਹ ਨਹੀਂ ਕਿ ਸਾਰੇ ਮਾੜੇ ਆ, ਵਿੱਚ ਬੜੇ ਅੰਮ੍ਰਿਤਧਾਰੀ ਵੀ ਹੈਗੇ ਆ। ਜਿੰਨੇ ਵੀ ਸਿੱਖ ਰੀਤੀ ਰਿਵਾਜਾਂ ਦੇ ਨਾਲ ਉਹਨਾਂ ਦੇ ਵਿਆਹ ਸ਼ਾਦੀਆਂ ਹੁੰਦੀਆਂ, ਸਾਰੇ ਸਮਾਗਮ ਹੁੰਦੇ, ਜਿੰਨੇ ਵੀ ਪ੍ਰੋਗਰਾਮ ਹੁੰਦੇ ਆ, ਬੰਦੇ ਦੀ ਸੋਚ ਅਲੱਗ ਹੋ ਸਕਦੀ ਆ। ਤੇ ਬਾਕੀ ਇਹ ਤਾਂ ਕੋਈ ਜਿਹੜਾ ਇਸ ਮੁੱਦੇ ਦੇ ਉੱਤੇ ਖੁਦ ਉਹੀ ਜਵਾਬ ਦੇ ਸਕਦੇ ਜਿੰਨਾ ਕੁ ਆਪਾਂ ਨੂੰ ਪਤਾ। ਤੇ ਇੱਕ ਵੀਰ ਦਾ ਮੈਸੇਜ ਆਇਆ ਮੈਨੂੰ ਵਿਨੀਪੈਗ ਤੋਂ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ RSS ਦੀ ਬੀ ਟੀਮ ਆ, ਸ਼ਾਇਦ ਪੰਜਾਬ ਦੇ ਵਿੱਚ ਲੱਗਦਾ ਕਹਿੰਦੇ ਸ਼ਾਇਦ BJP ਨੂੰ ਬੈਕ ਤੇ ਕਰਕੇ ਤਾਂ ਆਮ ਆਦਮੀ ਪਾਰਟੀ ਨੂੰ ਅੱਗੇ ਕੀਤਾ ਜਾਵੇ। ਇਹ ਉਹਨਾਂ ਦੇ ਵਿਚਾਰ ਆ ਜੀ। ਤੇ ਆਪਾਂ ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜ ਚੁੱਕੇ ਹਾਂ ਜੀ। ਲੋਕਲ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਹੇ G&G ਟਰੱਕਿੰਗ ਸੋਲੂਸ਼ਨ ਵਾਲੇ। ਤੁਸੀਂ ਅਥਾਰਟੀਆਂ CVR IFTA US ਡਾਟ ਲੈਣਾ ਜੀ, ਜਾਂ ਡਰੱਗ ਟੈਸਟ ਕਰਾਉਣਾ, ਜਾਂ ਤੁਹਾਡੇ ਟਰੱਕ ਦੀ ਇੰਸ਼ੋਰੈਂਸ ਬਹੁਤ ਵੱਧ ਜਾਂਦੀ ਆ, ਉਹਨੂੰ ਕੰਟਰੋਲ ਕਿੱਦਾਂ ਕਰਨਾ ਹੈ, IFTA ਕਿੱਦਾਂ ਭਰਨਾ, ਸਾਰਾ ਕੁਝ ਇੱਕ ਛੱਤ ਦੇ ਹੇਠਾਂ ਕਰਾ ਸਕਦੇ ਹੋ। G&G ਟਰੱਕਿੰਗ ਸੋਲੂਸ਼ਨ 905 461 2525 ਤੇ ਤਨਵੀਰ ਢੱਡਾ ਹੋਣਾ ਨੂੰ ਕਾਲ ਕਰ ਲਓ। ਤਾਜ਼ਾ ਸਵਾਦਲਾ ਖਾਣਾ ਖਾਣਾ ਜੀ, ਬਾਬਾ ਢਾਬਾ 255 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ 905 499 43 14 ਤੇ ਇੰਡੀਆ ਪੈਸੇ ਭੇਜਣੇ ਅਪਰਾ ਟ੍ਰੇਡਿੰਗ ਕੰਪਨੀ ਜਗਤਾਰ ਢਾਬਾ ਹੋਣਾ ਨੂੰ ਕਾਲ ਕਰ ਲਓ 905 794 32 33। ਮੌਂਟਰੀਅਲ ਦੇ ਵਿੱਚ ਤੁਸੀਂ IPTV ਬਾਕਸ ਲਵਾਉਣਾ ਜੀ 514 566 0055 514 566 0055। ਘਰ ਖਰੀਦਣਾ ਜਾਂ ਵੇਚਣਾ ਪੰਕਜ ਸਪਰਾਣਾ ਨੂੰ ਕਾਲ ਕਰ ਲਓ। ਜੇ ਰੀਅਲ ਸਟੇਟ ਦੇ ਵਿੱਚ ਬਹੁਤ ਵਧੀਆ ਤਜਰਬਾ ਰੱਖਦੇ ਆ ਜੀ। ਗੈਸ ਸਟੇਸ਼ਨ ਲੈਣਾ, ਕੋਈ ਪਾਰਕਿੰਗ ਲਾਟ ਲੈਣੀ ਹੈ ਤੁਸੀਂ, ਜਾਂ ਅਸਾਈਨਮੈਂਟ ਕਲੌਜ਼ ਤੇ ਤੁਸੀਂ ਘਰ ਬੁੱਕ ਕਰਾਉਣਾ ਤਾਂ ਵੀ ਕਾਲ ਕਰ ਸਕਦੇ ਹੋ 416 722 2385 ਤੇ ਵਿਸਾਖੀ ਆ ਗਈ ਜੀ, ਬੜੀ ਭਾਰੀ ਸੇਲ ਲਾਈ ਆ। ਸਟੀਫਨ ਫਰਨੀਚਰ ਵਾਲਿਆਂ ਨੇ 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਇੱਕ ਸਟੀਲ ਤੇ ਇੱਕ ਬੁਲਟਨ ਦੇ ਵਿੱਚ। 905 790 0560 ਤੇ ਜਾ ਸਕਦੇ ਹੋ। ਬਹੁਤ ਭਾਰੀ ਸੇਲ ਆ ਤੇ ਇਹਦਾ ਫਾਇਦਾ ਜ਼ਰੂਰ ਲਓ। ਤੁਸੀਂ ਕਸਟਮ ਮੇਡ ਘਰ ਬਣਾਉਣਾ ਜੀ ਤੇ ਕੁਲਵਿੰਦਰ ਪੱਤੜ ਹੋਣਾ ਦਾ ਨਾਂ ਯਾਦ ਰੱਖੋ। ਜਿਸ ਤਰ੍ਹਾਂ ਹੁਣ ਘਰ ਬਹੁਤ ਮਹਿੰਗੇ ਹੋ ਗਿਆ ਤਾਂ ਤੁਸੀਂ ਪੁਰਾਣਾ ਘਰ ਢਾਹ ਕੇ ਨਵਾਂ ਬਣਾ ਸਕਦੇ ਹੋ। ਜੇ ਤੁਹਾਡੇ ਕੋਲ ਲਾਟ ਹੈ ਜਾਂ ਫਾਰਮ ਹਾਊਸ ਆ, ਉੱਥੇ ਜਿੱਡਾ ਮਰਜ਼ੀ ਘਰ ਬਣਾ ਲਓ ਬੜੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ। servlobuilder.com ਤੇ ਕੁਲਵਿੰਦਰ ਪੱਤੜ ਹੋਣੀ 416 848 0478। ਚੱਲਦੇ ਜੀ ਆਪਾਂ ਲੋਕਲ ਖਬਰਾਂ ਤੇ। ਕੇਸ ਜਿਹੜੇ ਦਿਨੋਂ ਦਿਨ ਕੋਵਿਡ ਦੇ ਵੱਧ ਰਹੇ ਆ ਜੀ। 3215 ਨਵੇਂ ਕੇਸ ਆਇਆ ਤੇ ਡੈਥ ਹੋਈਆਂ 17, ਟੈਸਟ ਹੋਏ 49899। ਟੋਰਾਂਟੋ ਦੇ ਵਿੱਚ ਫਿਰ ਉੱਥੇ ਪਹੁੰਚ ਗਿਆ ਜੀ 1095, ਪੀਲ 596, ਯਾਰਕ 342, ਓਟਵਾ 225 ਤੇ ਡਰਹਮ 187। ਕਿਊਬਕ ਜਿਹੜਾ ਉਹ ਵੀ 1270 ਤੇ BC ਦੇ ਵਿੱਚ 1068। ਬਹੁਤ ਜ਼ਿਆਦਾ ਕੇਸ ਵੱਧ ਰਿਹਾ ਜੀ ਪੂਰੇ ਕੈਨੇਡਾ ਦੇ ਵਿੱਚ। ਸਰਕਾਰਾਂ ਵੀ ਚਿੰਤਤ ਆ ਤੇ ਲੋਕ ਵੀ ਚਿੰਤਤ ਆ। ਪੀਲ ਰੀਜਨ ਦੇ 50 ਜਾਂ 50 ਸਾਲ ਤੋਂ ਉੱਪਰ ਵਾਲਿਆਂ ਲਈ ਜਿਹੜਾ ਫਰਾਈਡੇ ਤੋਂ ਅਪਾਇੰਟਮੈਂਟ ਬਣਾ ਕੇ ਵੈਕਸੀਨ ਲੈ ਸਕਦੇ ਹੋ, ਜਿਨ੍ਹਾਂ ਦਾ ਜਨਮ 1971 ਜਾਂ ਇਸ ਤੋਂ ਪਹਿਲਾਂ ਦਾ ਹੈ ਜੀ। ਯਾਰਕ ਰੀਜਨ ਸਕੂਲ ਬੋਰਡ ਵੀ ਕੋਵਿਡ ਦੇ ਵੱਧਦੇ ਕੇਸਾਂ ਕਾਰਨ ਰਿਮੋਟ ਲਰਨਿੰਗ ਰਾਹੀਂ ਆਨਲਾਈਨ ਕਲਾਸਾਂ ਦੀ ਵਕਾਲਤ ਕਰ ਰਹੇ ਆ। ਯਾਰਕ ਰੀਜਨ ਡਿਸਟ੍ਰਿਕਟ ਸਕੂਲ ਵੀ ਜਿਹੜਾ ਟੌਪ ਡਾਕਟਰ ਤੋਂ ਮੰਗ ਕਰ ਰਿਹਾ ਕਿ ਡਾਕਟਰ ਕਰੀਮ ਕੁਰਜੀ ਆਪਣੀ ਪਾਵਰ ਵਰਤ ਕੇ ਸੈਕਸ਼ਨ 22 ਧਾਰਾ ਲਗਾ ਕੇ ਟੈਂਪਰੇਰੀ ਜਿਹੜੇ ਸਕੂਲ ਆ ਉਹ ਬੰਦ ਕੀਤੇ ਜਾਣ। ਪ੍ਰੀਮੀਅਰ ਡਗਫੋਰਡ ਕਹਿ ਰਿਹਾ ਕਿ ਅਸੀਂ ਸਕੂਲ ਬੰਦ ਨਹੀਂ ਕਰਨੇ, ਹਰ ਇੱਕ ਰੀਜਨ ਦਾ ਆਪਣਾ ਫੈਸਲਾ, ਸਕੂਲ ਬੰਦ ਕਰਨੇ ਆ ਜਾਂ ਨਹੀਂ ਕਰਨੇ ਇਹ ਤੁਹਾਨੂੰ ਪਤਾ ਵੀ ਤੁਸੀਂ ਕੀ ਕਰਨਾ ਆਪਣੇ ਰੀਜਨ ਦੇ ਵਿੱਚ। ਟੋਰਾਂਟੋ ਦੇ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਜਿਹੜਾ ਸਿੰਗਲ ਫਾਦਰ ਤੇ 2 ਉਹਦੀਆਂ ਬੱਚੀਆਂ ਰਹਿੰਦੀਆਂ ਸੀ, 2 ਲੜਕੀਆਂ, ਇੱਕ 1 ਸਾਲ ਦੀ ਆ ਤੇ ਇੱਕ 6 ਸਾਲ ਦੀ। ਇਹ 33 ਗੈਬੀਅਨ ਵੇ ਤੇ ਰਹਿੰਦੇ ਆ ਤੇ ਇਹਨਾਂ ਨੇ ਆਪਣਾ ਜਿਹੜਾ ਰੈਂਟ ਆ ਲੈਂਡਲਾਰਡ ਨੂੰ ਕਿਤੇ ਦਿੱਤਾ ਨਹੀਂ ਸੀ। 29 ਮਾਰਚ ਨੂੰ ਦੇਣਾ ਸੀਗਾ ਤੇ ਸ਼ਾਇਦ ਉਹ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਸੀਗੇ। ਉਹਨਾਂ ਲੈਂਡਲਾਰਡ ਨੂੰ ਕਿਹਾ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਨੂੰ ਥੋੜਾ ਜਿਹਾ ਸਮਾਂ ਦੇ ਤੇ ਮੈਂ ਤੈਨੂੰ ਰੈਂਟ ਜਲਦੀ ਦੇ ਦੂੰਗਾ। ਪਰ ਓਨਰ ਕਹਿ ਰਿਹਾ ਸੀ ਕਿ ਹੁਣ ਤੂੰ ਇਹ ਨਹੀਂ ਅਗਲੇ 2 ਮਹੀਨਿਆਂ ਦਾ ਵੀ ਰੈਂਟ ਦੇ। ਇਸ ਕਰਕੇ ਤਕਰਾਰ ਵੱਧ ਗਿਆ ਤੇ ਉਹਨੇ ਪੁਲਿਸ ਨੂੰ ਕਾਲ ਕਰ ਦਿੱਤੀ ਤੇ ਪੁਲਿਸ ਜਿਹੜੀ ਆ ਉੱਥੇ 23 ਗੱਡੀਆਂ ਜਿਹੜੀਆਂ ਇਕੱਠੀਆਂ ਆ ਗਈਆਂ ਜੀ। ਪੁਲਿਸ ਦਾ ਕਰੂ ਉਹਦੇ ਘਰ ਦੇ ਵਿੱਚ ਦਾਖਲ ਹੋ ਗਿਆ ਤੇ ਟੈਨੈਂਟ ਤੇ ਉਹਦੇ ਬੱਚਿਆਂ ਨੂੰ, ਜਿਹੜੇ ਨਿੱਕੇ ਨਿੱਕੇ ਬੱਚੇ ਆ, ਉਹਨਾਂ ਨੂੰ ਜ਼ਬਰਦਸਤੀ ਧੱਕੇ ਮਾਰ ਮਾਰ ਕੇ ਬਾਹਰ ਕੱਢਣ ਲੱਗ ਪਏ।
ਵੀਡੀਓ ਦੇਖ ਸਕਦੇ ਜੀ, ਵੀਡੀਓ ਵੀ ਹੈਗੀ ਸੋਸ਼ਲ ਮੀਡੀਆ ਤੇ। ਪੁਲਿਸ ਕਿੰਨਾ ਧੱਕਾ ਕਰ ਰਹੀ ਹੈ, ਇਹ ਪੁਲਿਸ ਦਾ ਕੰਮ ਨਹੀਂ। ਇਹ ਵਿਅਕਤੀ 7 ਸਾਲ ਤੋਂ ਇੱਥੇ ਰਹਿ ਰਿਹਾ ਸੀ ਤੇ ਰੈਂਟ ਘੱਟ ਸੀ, ਮਾਲਕ ਨੂੰ ਕੱਢਣਾ ਹੀ ਤਾਂ ਚਾਹੁੰਦਾ ਸੀਗਾ ਵੀ ਰੈਂਟ ਘੱਟ ਹੈ ਤੇ ਮੈਂ ਇਹਨਾਂ ਨੂੰ ਕੱਢ ਕੇ ਜ਼ਿਆਦਾ ਰੈਂਟ ਤੇ ਜਿਹੜਾ ਇਹ ਪ੍ਰਾਪਰਟੀ ਦੇਵਾਂਗਾ। ਪਰ ਪੁਲਿਸ ਕੋਵਿਡ ਦੇ ਚੱਲਦਿਆਂ ਛੋਟੇ ਛੋਟੇ ਬੱਚਿਆਂ ਤੇ ਸਿੰਗਲ ਫਾਦਰ ਨਾਲ ਇੰਨਾ ਧੱਕਾ ਕਿਉਂ ਕਰ ਰਹੀ ਹੈ, ਇਹ ਵੀ ਬੜਾ ਵੱਡਾ ਸਵਾਲ ਆ। ਉਹ ਵੀ 23 ਬੰਦੇ, ਇੱਥੇ ਕੋਈ ਵੱਡਾ ਐਕਸੀਡੈਂਟ ਹੋ ਜੇ ਪੁਲਿਸ ਨੂੰ ਕਾਲ ਕਰੀਏ 2-2 ਘੰਟੇ ਪੁਲਿਸ ਨਹੀਂ ਆਉਂਦੀ, ਕਹਿੰਦੇ ਵੇਟ ਕਰੋ ਕੋਈ ਗੱਲਬਾਤ ਹੋ ਜਾਵੇ ਤਾਂ ਕਹਿੰਦੇ ਨਹੀਂ ਟਾਈਮ ਹੀ ਹੈ ਨਹੀਂਗਾ, ਜੇ ਸਾਰਾ ਕੁਝ ਸਹੀ ਹੈ ਤਾਂ ਠੀਕ ਆ। ਪਰ ਇੱਕ ਇੰਨੇ ਕੰਮ ਵਾਸਤੇ 23 ਗੱਡੀਆਂ ਕਿੱਦਾਂ ਆਈਆਂ, ਇਹ ਬੜਾ ਵੱਡਾ ਸਵਾਲ ਆ ਜੀ। ਤੁਸੀਂ ਇਹਦੇ ਤੇ ਵੀ ਗੰਭੀਰਤਾ ਨਾਲ ਸੋਚ ਸਕਦੇ ਹੋ, ਕਿਉਂਕਿ ਸਿਵਲ ਮੈਟਰ ਹੈ ਨਾ ਕਿ ਪੁਲਿਸ ਦਾ ਮੈਟਰ। ਤੇ ਇਸ ਏਰੀਆ ਦੇ NDP ਦੇ MPP ਆ, ਉਹਨੇ ਵੀ ਕਿਹਾ ਕਿ ਕੋਵਿਡ ਦੇ ਚੱਲਦਿਆਂ ਕਿਸੇ ਨੂੰ ਘਰੋਂ ਨਹੀਂ ਕੱਢਿਆ ਜਾ ਸਕਦਾ। ਫੈਜ਼ਲ ਹਸਨ MPP ਨੇ ਡਗਫੋਰਡ ਤੋਂ ਮੰਗ ਕੀਤੀ ਕਿ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ। ਸਿਟੀ ਆਫ ਟੋਰਾਂਟੋ ਦੇ ਨੇ ਜੌਨ ਐਲਵਿਸ ਨੂੰ ਜਿਹੜਾ ਪਰਮਾਨੈਂਟ ਸਿਟੀ ਕਲਰਕ ਹਾਇਰ ਕੀਤਾ ਹੈ। ਅਕਤੂਬਰ 2020 ਦੇ ਵਿੱਚ ਜਿਹੜਾ ਫਾਰਮਰ ਕਲਰਕ ਆ ਉਲੀ ਵਾਟਕਸ ਨੇ ਜਿਹੜਾ ਸਟੈਪ ਡਾਊਨ ਕਰ ਦਿੱਤਾ ਸੀਗਾ। ਕੈਨੇਡਾ US ਰਲ ਕੇ ਵੈਕਸੀਨ ਪਾਸਪੋਰਟ ਬਣਾਉਣਾ ਚਾਹੁੰਦੇ ਆ। ਇਹਨਾਂ ਦਾ ਨੈਕਸਟ ਸਟੈਪ ਇਹ ਆ ਕਿ ਅਗਰ ਤੁਸੀਂ ਬਾਰਡਰ ਕ੍ਰਾਸ ਕਰਨਾ ਤਾਂ ਵੈਕਸੀਨ ਵਾਲੀ ਜਿਹੜੀ ID ਆ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਜਿਹੜਾ ਤੁਹਾਨੂੰ ਪਾਸਪੋਰਟ ਕਹਿੰਦੇ ਆ ਜੀ, ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਅਸੀਂ ਉਹਨੂੰ ਚੈੱਕ ਕਰ ਸਕਦੇ ਹਾਂ ਤੁਸੀਂ ਵੈਕਸੀਨੇਟ ਹੋ ਜਾਂ ਨਹੀਂ। ਇਸ ਨੂੰ ਲੈ ਕੇ ਕੈਨੇਡੀਅਨ ਤੇ ਅਮਰੀਕਨ ਲੋਕਾਂ ਤੋਂ ਸਰਵੇ ਹੋਇਆ, ਜਿਸ ਦੇ ਵਿੱਚ ਕੈਨੇਡੀਅਨ 52% ਜਿਹੜੇ ਐਗਰੀ ਆ ਤੇ ਜਿਹੜੇ 36% ਆ ਉਹ ਨਾਨ ਐਗਰੀ ਆ, ਤੇ USA ਦੇ ਵਿੱਚ 43% ਐਗਰੀ ਆ ਤੇ 36% ਨਾਨ ਐਗਰੀ ਆ ਵੀ ਨਹੀਂ ਚਾਹੀਦਾ। ਵੈਕਸੀਨ ਦੇ ਪਲਾਨ ਨੇ ਜਿਹੜਾ ਕਨਫਰਮ ਕੀਤਾ ਕਿ ਕੀ ਕਾਰਨ ਹੈ ਕਿ ਇੱਕ ਡੋਜ਼ ਤੋਂ ਬਾਅਦ ਦੂਜੀ 4 ਮਹੀਨੇ ਤੋਂ ਬਾਅਦ ਲੱਗੇਗੀ। ਨੈਸ਼ਨਲ ਐਡਵਾਈਜ਼ਰੀ ਕਮੇਟੀ ਨੇ ਕਿਹਾ ਕਿ ਪਹਿਲਾਂ ਸਾਡੇ ਕੋਲ ਜਿਹੜੀ ਵੈਕਸੀਨ ਦੀ ਘਾਟ ਸੀਗੀ, ਪਰ ਹੁਣ ਵੈਕਸੀਨ ਆ ਰਹੀ ਹੈ ਤੇ ਜ਼ਰੂਰੀ ਨਹੀਂ ਵੀ 4 ਮਹੀਨੇ ਬਾਅਦ ਹੀ ਵੈਕਸੀਨ ਲੈਣੀ ਹੈ, ਤੁਸੀਂ ਇਸ ਡੋਜ਼ ਪਹਿਲਾਂ ਵੀ ਲੈ ਸਕਦੇ ਹੋ। ਪ੍ਰੈਜ਼ੀਡੈਂਟ ਜੋ ਬਾਈਡਨ ਆਪਣਾ ਪਲਾਨ ਅੱਜ ਜਿਹੜਾ ਅਨਾਉਂਸ ਕਰਨ ਜਾ ਰਿਹਾ ਜੀ, ਐਗਜ਼ੈਕਟਿਵ ਐਕਸ਼ਨ ਔਨ ਗਨਸ, ਕਿਉਂਕਿ ਹਰ ਵਿਅਕਤੀ ਜਿਹੜਾ ਉੱਥੇ ਗਨ ਲੈ ਕੇ ਘੁੰਮ ਰਿਹਾ, ਇਹ ਬੜੀ ਚਿੰਤਾ ਦਾ ਵਿਸ਼ਾ ਆ ਅਮਰੀਕਾ ਦੇ ਵਿੱਚ। ਬਾਈਡਨ ਜਿਹੜੀ ਐਡਮਿਨਿਸਟ੍ਰੇਸ਼ਨ ਆ ਜੀ, ਉਹ ਰਿਵਿਊ ਕਰ ਰਹੀ ਆ ਵੀ ਟਰੰਪ ਕਹਿੰਦਾ ਸੀ ਵੀ ਮੇਰੀ ਜ਼ੀਰੋ ਟੋਲਰੈਂਸ ਆ ਇਮੀਗ੍ਰੇਸ਼ਨ ਤੇ, ਪਰ ਇਹ ਰਿਵਿਊ ਕਰਨ ਤੇ ਪਤਾ ਲੱਗਾ ਕਿ ਡੋਨਲਡ ਟਰੰਪ ਦੀ ਪਾਲਿਸੀ ਨੇ 2800 ਬੱਚੇ ਜਿਹੜੇ ਮਾਂ-ਬਾਪ ਤੋਂ ਵੱਖ ਕੀਤੇ, ਜਿਹੜਾ ਅਕੋਰਡਿੰਗ ਟੂ ਦੀ ਗਵਰਨਮੈਂਟ ਡਾਟਾ ਜੀ ਅਫੀਸ਼ੀਅਲ ਹੋਰ ਵੀ 1700 ਬੱਚੇ ਹਨ ਜਿਹੜੇ ਮਾਂ-ਬਾਪ ਤੋਂ ਅਲੱਗ ਕੀਤੇ ਗਏ ਆ। ਪਰ ਜਦੋਂ ਟਰੰਪ ਦੀ ਪਾਲਿਸੀ ਮਈ ਜਿਹੜੀ 2018 ਦੇ ਵਿੱਚ ਲਾਗੂ ਹੋਈ ਸੀਗੀ, ਜੋ ਬਾਈਡਨ ਨੇ ਹੁਣ ਆ ਕੇ ਰਿਵਿਊ ਕੀਤਾ ਤਾਂ ਇਹਨਾਂ ਤੋਂ ਬਿਨਾਂ 5600 ਹੋਰ ਫਾਈਲਾਂ ਜਿਹੜੀਆਂ ਉਹ ਆ ਗਈਆਂ, ਜਿਹੜੇ ਬੱਚੇ ਮਾਂ-ਪਿਓ ਤੋਂ ਅਲੱਗ ਕੀਤੇ ਗਏ। ਸਾਰਾ ਕੁਝ US ਮੈਕਸੀਕੋ ਬਾਰਡਰ ਤੇ ਹੋਇਆ ਜੀ, ਉੱਥੋਂ ਬੱਚਿਆਂ ਨੂੰ ਐਂਟਰ ਨਹੀਂ ਹੋਣ ਦਿੱਤਾ ਤੇ ਮਾਂ-ਪਿਓ ਜਿਹੜੇ ਅੰਦਰ ਐਂਟਰ ਹੋ ਗਏ ਤੇ ਬੱਚੇ ਅਲੱਗ ਹੋ ਗਏ ਉਹਨਾਂ ਤੋਂ। ਇਹ ਸਾਰਾ ਕੁਝ ਉਸ ਬਾਰਡਰ ਤੇ ਹੋਇਆ ਜੀ। ਮੌਂਟਰੀਅਲ ਦੇ ਹਸਪੀਟਲ ਦੇ ਵਿੱਚ ਇੱਕ ਟੀਨੇਜਰ ਜਿਹਦੀ ਉਮਰ 16 ਸਾਲ ਹੈ, ਕੋਵਿਡ ਦੇ ਕਾਰਨ ਉਹਦੀ ਮੌਤ ਹੋ ਗਈ ਹੈ। ਇਹ ਕਿਊਬਕ ਦਾ ਸਭ ਤੋਂ ਯੰਗ ਵਿਕਟਮ ਆ। ਇਸ ਤੋਂ ਪਹਿਲਾਂ ਲਾਸਟ ਸਮਰ ਦੇ ਵਿੱਚ 19 ਸਾਲਾ ਵਿਅਕਤੀ ਦੀ ਮੌਤ ਹੋਈ ਸੀਗੀ ਕਿਊਬਕ ਦੇ ਵਿੱਚ। ਗੋਲਫ ਦਾ ਸਟਾਰ ਹੈ ਜੀ ਟਾਈਗਰ ਵੁੱਡ, ਸਾਰੇ ਜਾਣਦੇ ਆ। ਸਾਊਦਰਨ ਕੈਲੀਫੋਰਨੀਆ ਦੇ ਵਿੱਚ ਉਹਦਾ SUV ਕ੍ਰੈਸ਼ ਹੋਇਆ ਸੀਗਾ, ਐਕਸੀਡੈਂਟ ਹੋਇਆ। ਪਿਛਲੇ ਦਿਨ ਹੀ ਆਪਾਂ ਖਬਰ ਸਾਂਝੀ ਕੀਤੀ ਸੀ। ਪੁਲਿਸ ਦੇ ਦੱਸਣ ਮੁਤਾਬਕ 45 ਮਾਈਲ ਦੀ ਸਪੀਡ ਜਿਹੜੀ ਉੱਥੇ ਮਾਰਕ ਸੀਗੀ ਤੋਂ 87 ਮਾਈਲ ਤੇ ਜਾ ਰਿਹਾ ਸੀਗਾ, ਜਿਹਦਾ ਕਿਲੋਮੀਟਰ ਦੇ ਹਿਸਾਬ ਨਾਲ 140 ਕਿਲੋਮੀਟਰ ਬਣਦਾ ਜੀ। ਸਪੀਡਿੰਗ ਜ਼ਿਆਦੀ ਸੀਗੀ, ਚਲੋ ਜਾਨ ਤੇ ਬਚ ਗਈ, ਪਰ ਐਡਾ ਵੱਡਾ ਸਟਾਰ ਆ ਤੇ ਇਦਾਂ ਦੀਆਂ ਗਲਤੀਆਂ ਕਰਦੀਆਂ ਨਹੀਂ ਕਰਨੀਆਂ ਚਾਹੀਦੀਆਂ, ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ। ਜੇ ਇਹ ਨਿਗਾ ਵੀ ਜਿਹੜਾ ਸਟਾਰ ਹੈ ਉਹ ਗਲਤੀ ਕਰਦਾ ਉਹਨੂੰ ਨਹੀਂ ਕਰਨੀ ਚਾਹੀਦੀ ਤਾਂ ਆਪਾਂ ਕਰ ਲਈਏ, ਨਹੀਂ ਕਿਸੇ ਨੂੰ ਵੀ ਗਲਤੀ ਨਹੀਂ ਕਰਨੀ ਚਾਹੀਦੀ, ਸਪੀਡਿੰਗ ਨਹੀਂ ਕਰਨੀ ਚਾਹੀਦੀ। ਅਲਬਰਟਾ ਦੇ ਵਿੱਚ ਗ੍ਰੇਸ ਲਾਈਫ ਚਰਚ ਵੈਸਟ ਆਫ ਐਡਮਿੰਟਨ ਨੂੰ ਹੈਲਥ ਆਫ ਅਲਬਰਟਾ ਨੇ ਜਿਹੜਾ ਸ਼ਟਡਾਊਨ ਕਰ ਦਿੱਤਾ। ਚਰਚ ਨੂੰ ਕਈ ਵਾਰੀ ਵਾਰਨਿੰਗ ਦਿੱਤੀ ਗਈ ਆ ਵੀ ਤੁਸੀਂ ਰੂਲ ਤੇ ਰੈਗੂਲੇਸ਼ਨ ਨੂੰ ਫੋਲੋ ਕਰੋ, ਪਰ ਉਹ ਨਹੀਂ ਸੀ ਕਰਦੇ। ਹਮੇਸ਼ਾ ਹੀ ਰੂਲ ਤੇ ਰੈਗੂਲੇਸ਼ਨ ਨੂੰ ਭੰਗ ਕਰਦੇ ਸੀਗੇ। ਕੱਲ ਜਿਹੜਾ ਅਨਮਾਰਕਰ ਜਿਹੜਾ ਸਿਵਲ ਕਾਰ ਦੇ ਵਿੱਚ ਆਣ ਕੇ ਇੱਕ ਪੁਲਿਸ ਅਫੀਸਰ ਨੇ ਉਹਦੇ ਵਹੀਕਲ ਨੇ ਚਰਚ ਦੇ ਡੋਰ ਨੂੰ ਬਲੌਕ ਕਰ ਦਿੱਤਾ ਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। GTA ਦੇ ਵਿੱਚ RPN ਨਰਸ ਆ ਜੀ ਨੂੰ ਕੋਵਿਡ ਹੋਇਆ ਤੇ ਉਹਦੀ ਹੁਣ ਮੌਤ ਹੋ ਗਈ ਆ। ਇਹ ਫੀਮੇਲ ਨਰਸ ਪਿਛਲੇ 13 ਸਾਲਾਂ ਤੋਂ ਹੈਲਥ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੀ ਸੀਗੀ। ਕੱਲ ਸੋਰਸ ਤੋਂ ਪਤਾ ਲੱਗਾ ਸੀਗਾ ਤੇ ਹਰਜਿੰਦਰ ਸਿੰਘ ਧਨੋਆ ਉਹਨਾਂ ਨੇ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਅੱਜ ਰਾਤ ਤੋਂ ਜਾਣੀ ਕਿ ਜਿਹੜੀ ਰਾਤ ਲੰਘੀ ਆ ਸਟੇ ਐਟ ਹੋਮ ਰਾਤ ਦੇ 12 ਵਜੇ ਤੋਂ ਸ਼ੁਰੂ ਹੋ ਗਿਆ, ਜਿਸ ਦੇ ਵਿੱਚ ਨਾਨ ਐਸੈਂਸ਼ੀਅਲ ਰਿਟੇਲ ਆਊਟਲੈਟ ਇਨ ਪਰਸਨ ਸ਼ਾਪਿੰਗ ਬੰਦ ਆ, ਪਰ ਕਰਬ ਸਾਈਡ ਜਿਹੜਾ ਆਨਲਾਈਨ ਆਰਡਰ ਕਰਕੇ ਤੁਸੀਂ ਪਿਕ ਕਰ ਸਕਦੇ ਹੋ। ਗਰੋਸਰੀ ਸਟੋਰ ਤੇ ਫਾਰਮੇਸੀ ਜਿਹੜਾ ਉਹ ਕੰਪੈਸਿਟੀ ਅਨੁਸਾਰ ਖੁੱਲੇ ਰਹਿਣਗੇ। ਬਿਗ ਬਾਕਸ ਸਟੋਰ ਜਿਵੇਂ ਕੋਸਕੋ ਵਾਲਮਾਰਟ ਵੀ ਗਰੋਸਰੀ ਤੇ ਸਿਰਫ ਫਾਰਮੇਸੀ ਦੀਆਂ ਆਈਟਮਾਂ ਹੀ ਵੇਚ ਸਕਣਗੇ।
ਨਾਨ ਅਸੈਂਸ਼ੀਅਲ ਰਿਟੇਲ ਸਟੋਰ ਦੇ ਜਿਹੜੇ ਆਵਰ ਆ ਉਹ ਵੀ ਕੱਟ ਕੀਤੇ ਗਏ, ਜਿਹੜੇ 7 AM ਤੋਂ 7 PM ਹੋਣਗੇ। ਕਈ ਸਮਾਲ ਬਿਜ਼ਨਸ ਜਿਹੜੇ ਅਪਾਇੰਟਮੈਂਟ ਨਾਲ ਹੀ ਖੁੱਲਣਗੇ, ਜਿਵੇਂ ਸੈਲਫੋਨ ਸਟੋਰ, ਕਾਰ ਡੀਲਰ, ਆਪਟੀਕਲ ਤੇ ਨਾਲ ਪ੍ਰਸਕ੍ਰਿਪਸ਼ਨ, IBR ਰੈਂਟਲ ਤੇ ਲੀਸਿੰਗ ਸਰਵਿਸ ਤੇ ਸੇਫਟੀ ਸਪਲਾਈ ਸਟੋਰ ਜਿਹੜੇ ਇਹ ਅਪਾਇੰਟਮੈਂਟ ਦੇ ਨਾਲ ਖੁੱਲਣਗੇ। ਸਿੱਖ ਕਿਡ ਹਸਪੀਟਲ ਜਿਹੜਾ ਬੱਚਿਆਂ ਦਾ ਜੀ ਹਸਪੀਟਲ ਆ, ਉਹ ਪ੍ਰਪੇਅਰ ਕਰਨ ਜਾ ਰਿਹਾ ਅਡਲਟ ਵਾਸਤੇ ICU ਯੂਨਿਟ। ਦੂਸਰੇ ਹੋਰ ਹਸਪੀਟਲ ਜਿਹੜੇ ਫੁੱਲਿਆ ਬੱਚਿਆਂ ਦੇ ਹਸਪੀਟਲ ਲਿਜਾਇਆ ਜਾ ਰਿਹਾ ਹੁਣ, ਜਿਹਦੇ 'ਚ 40 ਸਾਲ ਦੀ ਉਮਰ ਦੇ ਇਸ ਤੋਂ ਘੱਟ ਵੱਡੇ ਮਰੀਜ਼ ਰੱਖੇ ਜਾਣਗੇ। ਅੰਟਾਰੀਓ ਹੁਣ 18 ਸਾਲਾਂ ਜਾਂ ਇਸ ਤੋਂ ਉੱਪਰ ਵਾਲੇ ਹਾਰਡ ਹਿੱਟ ਏਰੀਏ ਨੂੰ ਜਿਹੜਾ ਪ੍ਰਾਇੋਰਟੀ ਲਿਸਟ ਫੇਜ਼ 2 ਦੇ ਵਿੱਚ ਪਾ ਕੇ ਪਹਿਲਾਂ ਵੈਕਸੀਨ ਦੇਣ ਜਾ ਰਿਹਾ। ਜਿਵੇਂ ਐਜੂਕੇਸ਼ਨ ਵਰਕਰ ਜਾਂ ਹੋਰ ਫਰੰਟ ਲਾਈਨ ਵਰਕਰ ਨੂੰ ਨੈਕਸਟ ਵੀਕ ਤੋਂ ਸ਼ੁਰੂ ਕੀਤੀ ਜਾਊਗੀ ਜੀ ਵੈਕਸੀਨ। ਲਾਸਟ ਵੀਕ ਖਬਰ ਸਾਂਝੀ ਕੀਤੀ ਸੀ, ਨਾਰਥ ਯਾਰਕ ਤੇ ਸਕਾਰਬਰੋ ਦੇ ਵਿੱਚ ਫਾਇਰ ਡੋਨਟ, ਜਿੱਦਾਂ ਡੋਨਟ ਹੁੰਦਾ ਜੀ, ਰਿੰਗ ਬਣਾ ਕੇ ਵਿਚਕਾਰ ਕਾਰਾਂ ਚਲਾ ਰਹੇ ਸੀਗੇ। ਤੁਸੀਂ ਦੇਖਿਆ ਹੋਣਾ ਸਾਈਡਾਂ ਤੇ ਅੱਗ ਲਾਈ ਹੁੰਦੀ ਹੈ ਤੇ ਸਟੈਰਿੰਗ ਪੂਰਾ ਘੁਮਾ ਕੇ ਤੇ ਉਹਦੇ ਵਿੱਚ ਕਾਰਾਂ ਜਿਹੜੀਆਂ ਘੁਮਾ ਰਹੇ ਸੀਗੇ ਬੜੀ ਸਪੀਡ ਦੇ ਨਾਲ। ਪੁਲਿਸ ਨੇ ਹੁਣ 19 ਵਿਅਕਤੀ ਜਿਹੜੇ ਯੰਗ ਸੀਗੇ ਉਹਨਾਂ ਨੂੰ ਚਾਰਜ ਕੀਤਾ ਤੇ 2 ਦੀ ਭਾਲ ਕਰ ਰਹੀ ਹੈ ਜੀ। ਇਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਵਹੀਕਲ ਦਾ ਵੀ ਨੁਕਸਾਨ ਕਰਦੇ ਹੋ, ਪ੍ਰਦੂਸ਼ਣ ਨੂੰ ਵੀ ਵਧਾਉਂਦੇ ਹੋ ਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਵੀ ਪਾਉਂਦੇ, ਕਿਉਂਕਿ ਕਾਰਾਂ ਦੇ ਵਿੱਚ ਪੈਟਰੋਲ ਹੁੰਦਾ, ਤੇਜ਼ੀ ਦੇ ਨਾਲ ਘੁਮਾਉਂਦੇ ਹੋ, ਗੱਡੀ ਪਲਟ ਵੀ ਸਕਦੀ, ਜਾਨੀ ਨੁਕਸਾਨ ਹੋ ਸਕਦਾ। ਮੌਂਟਰੀਅਲ ਦੇ ਪ੍ਰੀਮੀਅਰ ਜਿਹੜੇ ਕੋਵਿਡ ਦੇ ਵੱਧਦੇ ਕੇਸਾਂ ਕਾਰਨ ਨੈਕਸਟ ਵੀਕ ਰੂਲ ਤੇ ਰੈਗੂਲੇਸ਼ਨ ਜਿਹੜੇ ਬਹੁਤ ਜ਼ਿਆਦਾ ਟਾਈਟ ਕਰਨ ਜਾ ਰਹੇ, ਕਿਉਂਕਿ ਉੱਥੇ ਵੀ ਕਰਫਿਊ ਲੱਗਾ ਹੋਇਆ, ਸ਼ਾਇਦ ਹੋਰ ਚੇਂਜ ਹੋ ਜਾਵੇ। BC ਦੇ ਟਾਪ ਡਾਕਟਰ ਨੇ ਕਿਹਾ ਕਿ ਕੋਵਿਡ ਦੇ ਕੇਸ ਵਧਣ ਕਾਰਨ ਜਿਹੜੇ ਸਕੂਲ ਬੰਦ ਕਰਨ ਦੇ ਆਈਡੀਆ ਨੂੰ ਮੈਂ ਰਿਜੈਕਟ ਕਰਦੀ ਹਾਂ। ਪਤਾ ਨਹੀਂ ਕਿੱਦਾਂ ਦੀ ਡਾਕਟਰ, ਜਿਹਨੂੰ ਇਹ ਨਹੀਂ ਪਤਾ ਪਹਿਲਾਂ ਲੋਕ ਜਿਉਂਦੇ ਚਾਹੀਦੇ ਆ ਕਿ ਸਕੂਲ ਲੱਗਣੇ ਚਾਹੀਦੇ ਆ। ਹੈਮਿਲਟਨ ਦੇ ਵਿੱਚ ਇੱਕ ਪਿਕਅਪ ਟਰੱਕ ਤੇ ਮੋਟਰਸਾਈਕਲ ਦਾ ਕੱਲ ਸ਼ਾਮ ਐਕਸੀਡੈਂਟ ਹੋਇਆ, ਜਿਸ ਦੇ ਵਿੱਚ ਮੋਟਰਸਾਈਕਲ ਚਾਲਕ 30 ਸਾਲ ਦਾ ਜਿਹੜਾ ਉਹ ਬਹੁਤ ਕ੍ਰਿਟੀਕਲ ਹਾਲਤ ਦੇ ਵਿੱਚ ਉਹਨੂੰ ਟਰਾਮਾ ਸੈਂਟਰ ਵਿੱਚ ਪਹੁੰਚਾਇਆ ਗਿਆ। ਇਹ ਹੈਪਨ ਕੱਲ ਸ਼ਾਮ 6 ਵਜੇ ਹਾਈਵੇ 6 ਤੇ ਰੀਜਨਲ 97 ਰੋਡ ਤੇ ਹੋਇਆ ਤੇ ਐਕਸੀਡੈਂਟ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਪੁਲਿਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ। ਅਮਰੀਕਾ ਦੇ ਵਿੱਚ ਲੋਕਲ ਅਥਾਰਟੀ ਨੇ ਦੱਸਿਆ ਕਿ ਮੈਰੀਲੈਂਡ ਦੇ ਵਿੱਚ ਆਫ ਡਿਊਟੀ ਪੁਲਿਸ ਅਫੀਸਰ ਤੇ 2 ਹੋਰ ਲੋਕਾਂ ਨੂੰ ਸ਼ਾਟ ਕਰਕੇ ਮਾਰਿਆ ਗਿਆ। ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਦੇ CEO ਨੇ ਜਿਹੜਾ ਰਿਜ਼ਾਈਨ ਕੀਤਾ, ਉਸ ਤੇ ਵਰਕ ਪਲੇਸ ਤੇ ਹਰਾਸਮੈਂਟ ਕਰਦੇ ਐਲੀਗੇਸ਼ਨ ਲੱਗੇ ਸੀਗੇ। ਇਸ ਦੀ 2 ਮਹੀਨੇ ਬਾਅਦ ਹੀ ਰਿਟਾਇਰਮੈਂਟ ਸੀਗੀ, ਪਰ ਉਹ ਰਿਜ਼ਾਈਨ ਕਰ ਗਿਆ ਜੀ। ਕਿਊਬਕ ਦੇ ਵਿੱਚ ਜਦੋਂ ਇੱਕ ਜੱਜ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀਗਾ ਤੇ ਉਸ ਨੂੰ ਫਸਟ ਡਿਗਰੀ ਜਿਹੜਾ ਮਰਡਰ ਦੇ ਵਿੱਚ ਚਾਰਜ ਕੀਤਾ ਸੀ। ਇਸ ਦਾ ਨਾਮ ਜੈਕਵਿਸ ਡਿਜ਼ਾਈਲ ਤੇ ਉਹਦੀ ਉਮਰ 85 ਸਾਲ ਆ। ਬੁੜਾ ਬੰਦਾ ਜੀ, ਫਿਰ ਵੀ ਨਹੀਂ ਹਟਦੇ ਲੋਕ। ਹੁਣ ਫੈਡਰਲ ਜਸਟਿਸ ਮਿਨਿਸਟਰ ਨੇ ਆਰਡਰ ਕੀਤਾ ਕਿ ਨਿਊ ਟ੍ਰਾਇਲ ਕੱਲ ਯਾਨੀ ਕਿ ਫਰਾਈਡੇ ਕੱਲ ਨੂੰ ਸੁਪੀਰੀਅਰ ਕੋਰਟ ਦੇ ਵਿੱਚ ਜਿਹੜਾ ਜਲਦੀ ਕੀਤਾ ਜਾਵੇ, ਉਹ ਕੱਲ ਨੂੰ ਹੋਣ ਜਾ ਰਿਹਾ ਜੀ। ਅਮਰੀਕਾ ਦੇ ਵਿੱਚ ਕੋਵਿਡ ਦੇ ਚੱਲਦਿਆਂ ਹੁਣ ਤੱਕ 3600 ਜਿਹੜੇ US ਹੈਲਥ ਵਰਕਰਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ 12 ਮਹੀਨਿਆਂ ਦੇ ਵਿੱਚ। ਬੜਾ ਵੱਡਾ ਅੰਕੜਾ ਜੀ। ਨੈਸ਼ਨਲ ਵਾਈਡ ਪੂਰੀ ਦੁਨੀਆ ਦੇ ਵਿੱਚ ਨੈਸ਼ਨਲ ਵਾਈਡ ਹੋਟਲ ਤੇ ਰੈਸਟੋਰੈਂਟਾਂ ਦੇ ਵਿੱਚ ਕੈਚਅਪ ਦੀ ਬਹੁਤ ਸ਼ਾਰਟੇਜ ਆ ਰਹੀ ਹੈ ਜੀ, ਕਿਉਂਕਿ ਕੈਚਅਪ ਹਰ ਜਗ੍ਹਾ ਤੇ ਯੂਜ਼ ਹੁੰਦੀ ਹੈ। ਫਰਾਈਆਂ ਨਹੀਂ ਖਾਧੀਆਂ ਜੀ ਨੇ ਕੈਚਅਪ ਤੋਂ ਬਿਨਾਂ, ਕਿਉਂਕਿ ਫੈਕਟਰੀਆਂ ਬੰਦ ਹਨ ਤੇ ਪ੍ਰੋਡਕਟ ਬਣ ਨਹੀਂ ਰਹੇ। ਮੋਰ ਦੈਨ 5000 ਲੋਕਾਂ ਨੇ ਇਨਲੀਗਲ ਪਾਰਟੀ ਅਟੈਂਡ ਕੀਤੀ ਹੈ ਜੀ ਟਾਂਟੋ ਨੈਸ਼ਨਲ ਫੋਰੈਸਟ ਐਰੀਜ਼ੋਨਾ ਦੇ ਵਿੱਚ। ਟੋਰਾਂਟੋ ਨਹੀਂ ਜੀ, ਟਾਂਟੋ ਐਰੀਜ਼ੋਨਾ ਦੇ ਵਿੱਚ ਹੈ ਜੀ। ਜੰਗਲ ਆ ਤੇ ਜੰਗਲ ਦੇ ਵਿੱਚ ਲੋਕ ਕਾਰਾਂ ਲੈ ਕੇ ਚਲ ਗਿਆ ਤਾਂ ਆਪਦਾ ਫੰਕਸ਼ਨ ਕਰਦੇ ਰਹੇ ਕਾਰਾਂ ਦੇ ਵਿੱਚ ਹੀ। ਪਰ ਉੱਥੇ ਕਈ ਐਕਸੀਡੈਂਟ ਵੀ ਹੋਏ, ਕਈ ਕੁਝ ਹੋਇਆ, ਪਰ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬਿਆਨ ਕੇ ਲੋਕਾਂ ਨੂੰ ਜੰਗਲ ਦੇ ਵਿੱਚੋਂ ਕੱਢਿਆ ਜੀ ਬਾਹਰ। ਕਈਆਂ ਨੂੰ ਟਿਕਟਾਂ ਵੀ ਦਿੱਤੀਆਂ ਗਈਆਂ, ਲੋਕ ਇੰਜੋਏ ਕਰ ਰਹੇ ਸੀਗੇ। ਰੌਕ ਹਿੱਲ ਸਾਊਥ ਕੈਰੋਲੀਨਾ ਦੇ ਵਿੱਚ ਜਿਹੜਾ ਮਾਸ ਸ਼ੂਟਿੰਗ ਹੋਈ ਹੈ, ਜਿਸ ਦੇ ਵਿੱਚ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਤੇ ਇਹਨਾਂ ਦੀ ਉਮਰ ਜਿਹੜੀ ਆ 39, 69 ਤੇ 70 ਸਾਲ। ਬੱਚਿਆਂ ਦੇ ਜਿਹੜੀ ਅੰਡਰ ਏਜ ਹੋਣ ਕਰਕੇ ਨਾਂ ਨਹੀਂ ਦੱਸੇ ਗਏ। ਡਗ ਫੋਰਡ ਬਾਰ-ਬਾਰ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਸਟੇ ਐਟ ਹੋਮ, ਪਰ ਲੋਕ ਨਹੀਂ ਮੰਨ ਰਹੇ। ਪਰ ਹੁਣ ਕਹਿੰਦੇ ਪੁਲਿਸ ਨੂੰ ਵੀ ਪਾਵਰ ਦਿੱਤੀ ਗਈ ਆ, ਇਨਫੋਰਸਮੈਂਟ ਨੂੰ ਪਾਵਰ ਦਿੱਤੀ ਗਈ ਹੈ ਵੀ ਤੁਹਾਨੂੰ ਕਿਤੇ ਸ਼ੱਕ ਪੈਂਦਾ ਤੇ ਕਿਸੇ ਵੀ ਗੱਡੀ ਨੂੰ ਰੋਕ ਕੇ ਤੁਸੀਂ $750 ਦੀ ਟਿਕਟ ਜਿਹੜਾ ਕੋਈ ਬਿਨਾਂ ਵਜ੍ਹਾ ਹੀ ਬਾਹਰ ਤੁਰਿਆ ਫਿਰਦਾ ਆ ਉਹਨੂੰ ਦੇ ਸਕਦੇ ਹੋ। ਇਹ ਸੀਗੀਆਂ ਜੀ ਲੋਕਲ ਖਬਰਾਂ, ਤੇ ਲੋਕਲ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਿਹਾ ਨਿਊ ਮਿਲੇਨੀਅਮ ਟਾਇਰ ਸੈਂਟਰ ਵਾਲੇ 905 452 0111 ਤੇ ਕਾਲ ਕਰਕੇ ਤੁਸੀਂ ਬੱਸ, ਟਰੱਕ, ਟ੍ਰੇਲਰ, ਕਾਰਾਂ ਦੇ ਟਾਇਰ ਪਵਾ ਸਕਦੇ ਹੋ। 25 ਕਲਾਰਕ ਬੁਲੇਵਾਰਡ ਬਰੈਂਪਟਨ ਦੇ ਵਿੱਚ ਮਿਸ਼ਲਨ, VF ਗੋਡਰੇਜ, ਕਿਸੇ ਵੀ ਕੰਟੀਨੈਂਟਲ ਟਾਇਰ ਪਾਉਣੇ ਆ ਜਾਂ ਤੁਸੀਂ ਚੈਨੀ ਟਾਇਰ ਪਾਉਣੇ ਪਹੁੰਚ ਸਕਦੇ ਹੋ। ਤੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਜੀ। ਜਿਹੜੀ ਬਰੈਂਪਟਨ ਇਮੀਗ੍ਰੇਸ਼ਨ ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ ਅਪੀਲ, ਦਲੀਲ, ਆਪਣੇ ਪੇਰੈਂਟਸ ਨੂੰ ਬੁਲਾਉਣਾ ਤੁਸੀਂ 647 786 2012 ਤੇ ਵੀਰ ਸੰਦੀਪ ਸਿੰਘ ਉਹਨਾਂ ਨੂੰ ਕਾਲ ਕਰ ਸਕਦੇ ਹੋ। ਜੌਬ ਦੀ ਭਾਲ ਵਿੱਚ ਸੇਫੈਕਸ ਟਰਾਂਸਪੋਰਟ ਮੌਂਟਰੀਅਲ
ਤੇ ਬੋਲਟਨ ਦੇ ਵਿੱਚ ਟਰਮੀਨਲ ਆ। ਜੇ ਤੁਸੀਂ ਓਨਰ ਆਪਰੇਟਰ ਵੀ ਬਣਨਾ ਤੇ ਬਹੁਤ ਵਧੀਆ ਪੈਸੇ ਪੇ ਕਰਦੇ, ਕੰਮ ਬਹੁਤ ਸਾਫ ਸੁਥਰਾ ਜੀ ਇਹਨਾਂ ਦਾ। ਕਾਲ ਕਰ ਸਕਦੇ ਹੋ ਰਮਿੰਦਰਦੀਪ ਜਾਂ ਅਮਨਦੀਪ ਉਹਨਾਂ ਨੂੰ 514 625 0025 514 587 0025। ਇਹਨਾਂ ਨੂੰ ਮਕੈਨਿਕ ਦੀ ਵੀ ਲੋੜ ਆ, ਡੀਜ਼ਲ ਮਕੈਨਿਕ ਜਿਹਨਾਂ ਨੂੰ ਟਰੱਕ ਟ੍ਰੇਲਰਾਂ ਦਾ ਪਤਾ ਹੋਵੇ। ਜੇ ਤੁਹਾਨੂੰ ਕੰਮ ਆਉਂਦਾ ਜੀ ਮੌਂਟਰੀਅਲ ਦੇ ਵਿੱਚ, ਜੇ ਤੁਸੀਂ ਟੋਰਾਂਟੋ ਤੋਂ ਵੀ ਮੂਵ ਹੋਣਾ ਤਾਂ ਬੜੇ ਵਧੀਆ ਪੈਸੇ ਪੇ ਕੀਤੇ ਜਾਣਗੇ, ਤੁਹਾਨੂੰ ਕੰਮ ਆਉਣਾ ਚਾਹੀਦਾ ਜੀ। ਤੇ ਆਪਾਂ ਚੱਲਦੇ ਹਾਂ ਕਾਲ ਤੇ ਉਸ ਤੋਂ ਬਾਅਦ ਆਪਾਂ ਇੰਡੀਆ ਕਾਲ ਮਿਲਾਉਂਦੇ ਹਾਂ। ਹਾਂਜੀ 7141 ਸਵਾਗਤ ਹੈ ਜੀ। ਹੈਲੋ ਸਤਿ ਸ੍ਰੀ ਅਕਾਲ ਜੀ, ਟਾਂਡੀ ਮੰਗਤਾ ਬੋਲਦਾ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ। ਮੈਂ ਤਾਂ ਜੀ ਆਹ ਦੀਪ ਸਿੱਧੂ ਦੀ ਗੱਲ ਕਰਨੀ ਆ ਜੀ। ਇੱਥੇ ਕਹਿੰਦੇ ਸੀ ਵੀ 8 ਤਰੀਕ ਨੂੰ ਲੱਡੂ ਵੰਡਣੇ ਆ ਤੇ ਮਤਲਬ ਦੀਪ ਸਿੱਧੂ ਨੇ ਬਾਹਰ ਆ ਜਾਣਾ, ਤੇ ਮੈਂ ਗੱਲ ਕਹੀ ਸੀ ਵੀ ਨਹੀਂ ਆਉਣਾ ਉਹਨੇ ਬਾਹਰ ਜੀ, ਕਿਉਂਕਿ ਉਹ ਨਹੀਂ ਕੋਟਾਂ ਜਿਹੜੀਆਂ ਇਦਾਂ ਦੀਆਂ ਆ, ਉੱਥੇ ਸਭ ਕੁਝ ਹੀ ਚੱਲਦਾ ਆ। ਤੇ ਹੁਣ 14 ਤਰੀਕ ਪਾਤੀ ਆ ਉਹਦੀ, ਤੇ ਕੋਈ ਤਕਨੀਕਾਂ ਕਰਕੇ ਸੰਗੀਨ ਜ਼ੁਲਮ ਜਿਹੜੇ 307 ਧਾਰਾ ਆ ਉਹਦੇ ਤੇ ਉਹ ਨਹੀਂ ਆਉਣ ਦੇਣਗੇ। ਮੈਂ ਪਹਿਲਾਂ ਵੀ ਕਿਹਾ ਵੀ ਲੱਡੂ ਧਰੇ ਧਰਾਏ ਰਹਿ ਜਾਣੇ ਆ, ਬੇਹੇ ਹੋ ਜਾਣੇ ਆ। ਵੀ ਇਹਨਾਂ ਨੂੰ ਚਾਹੀਦਾ ਬਈ ਉੱਥੇ ਨਾ ਵੀ ਅਮਿਤ ਸ਼ਾਹ ਦੇ ਜਾਂ ਮੋਦੀ ਨਾਲ ਮੁਲਾਕਾਤ ਕੀਤੀ ਜਾਵੇ, ਜਿਹੜੇ ਇੱਥੇ ਦੇ ਮੰਗਦੇ ਦੀਪ ਸਿੱਧੂ ਨੂੰ, ਤੇ ਜਾਂ ਉਹਦੀ ਪੈਰੀ ਪੈ ਜਾਣ। ਕਿਉਂਕਿ ਪਹਿਲਾ ਇਤਿਹਾਸ ਸਾਡਾ ਗਵਾਹ ਆ ਜੀ। ਜਿੱਦਾਂ ਹੁਣ 84 ਦੇ ਕਤਲੇਆਮ ਹੋਇਆ ਸੀ ਨਾ, ਫੂਲਕਾ ਸਾਹਿਬ ਨੇ ਕਿੰਨਾ ਜ਼ੋਰ ਲਾਇਆ ਸੀ ਕੋਰਟਾਂ ਦੇ ਵਿੱਚ ਜੀ ਵੀ ਸਜ਼ਾਵਾਂ ਨਹੀਂ ਦੇ ਹੁੰਦੀਆਂ ਏਦਾਂ ਜਿੱਦਾਂ ਕਰ ਉਹਨੀ ਜਿਹੜਾ ਨਾ ਇਹ ਕਿਸਾਨ ਅੰਦੋਲਨ ਤੋਂ ਬਾਅਦ ਹੀ ਦੀਪ ਸਿੱਧੂ ਆਊਗਾ ਬਾਹਰ, ਉਹਨੇ ਨਾ ਕੋਈ ਢਕੋਂਚ ਕੱਢ ਲੈਣਾ। ਤੇ ਨਾਲੇ ਉਹਦੇ ਜਿਹੜੇ ਬ੍ਰਦਰ ਲੜਦੇ ਨਾ ਇਹ ਕੇਸ, ਉਹ ਮਤਲਬ ਬੜਾ ਹੀ ਵਕੀਲ ਹੋਰ ਹੋਣ ਨਾਲ ਉਹਦੇ, ਫੇਰ ਕਿਤੇ ਆ ਸਕਦੇ ਆ। ਤੇ ਕਰਦੇ ਇਹ ਗੁੱਸਾ ਆ, ਤੇ ਕੋਰਟਾਂ ਜੱਜ ਸਾਰਾ ਕੁਛ ਉਹਨਾਂ ਦੇ ਹੱਥ 'ਚ ਹੁੰਦੀਆਂ। ਹਕੂਮਤਾਂ ਉੱਤੋਂ ਜਿਹੜੇ ਹੁੰਦੇ ਆ ਨਾ ਭਾਜਪਾ ਵਾਲੇ, ਕਹਿੰਦੇ ਨਾ ਕਾਨੂੰਨ ਆਪਣਾ ਆਪੇ ਫੈਸਲਾ ਕਰੂਗਾ ਜੀ, ਉਹ ਐ ਹੋਊਗਾ। ਕਾਨੂੰਨ ਇਹਨਾਂ ਦੇ ਹੱਥ 'ਚ ਹੁੰਦਾ ਆ ਪਾਰਟੀਆਂ ਦੇ ਜੀ। ਤਾਂ ਇਸ ਕਰਕੇ ਉੱਥੇ ਸੁਖਬੀਰ ਸਿੰਘ ਉਦੋਂ ਵੀ ਗਿਆ ਸੀਗਾ, ਹੋਰ ਵੀ ਗਿਆ ਸੀ ਵੀ ਕਿਤੇ ਚੜ੍ਹਦੀ ਕਲਾ 'ਚ। ਮੈਂ ਇਹੀ ਗੱਲ ਖੀਰ ਤੇ ਕਹਿਣਾ ਵੀ ਦੀਪ ਸਿੱਧੂ ਦੀ ਤਾਂ ਹੁਣ ਕਹਿੰਦੇ ਵੀ ਬੁਰਕੀ ਦੀ ਲੰਘਦੀ ਰੋਟੀ ਨਹੀਂ ਉਹਦੇ ਅੰਦਰ ਜਾਂਦੀ। ਤਾਂ ਇਹ ਕਹਿੰਦੇ ਆ ਵੀ ਦੀਪ ਸਿੱਧੂ ਨੂੰ ਅਸੀਂ ਲੱਡੂਆਂ ਜੇ ਤੋਲਣਾ ਜੀ, ਸੋਨੇ ਜੇ ਤੋਲਣਾ। ਨਹੀਂ ਵੀਰ, ਆਪਾਂ ਤਾਂ ਨਹੀਂ ਕਿਹਾ, ਆਪਾਂ ਨਹੀਂ ਕਿਹਾ। ਤੁਸੀਂ ਤਾਂ ਨਹੀਂ ਕਿਹਾ, ਕਈ ਇੱਥੇ ਹੈਗੇ ਆ ਤੁਹਾਡੇ, ਮੈਂ ਨਾਂ ਨਹੀਂ ਲੈਣਾ, ਮੀਡੀਆ ਵਾਲੇ। ਤੁਸੀਂ ਫਿਰ ਉੱਥੇ ਕਾਲ ਕਰਕੇ ਕਹਿਣਾ ਸੀ ਨਾ, ਮਾਈਂਡ ਨਾ ਕਰਿਓ। ਹਾਂਜੀ ਨਹੀਂ, ਮੈਂ ਉੱਥੇ ਵੀ ਕਹੂੰਗਾ। ਮੈਂ ਤਾਂ ਉਦਾਂ ਕਹਿਣਾ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਏਦਾਂ ਦੇ ਜਿਹੜੇ ਕੇਸ ਹੁੰਦੇ ਆ ਉਹ ਮਤਲਬ ਐਵੇਂ ਨਹੀਂ, ਮਤਲਬ ਉਹਦਾ ਸਮਾਂ 'ਚ ਤੁਸੀਂ ਪਹਿਲਾਂ ਹੀ ਸੰਦੇਸ਼ ਕਰਕੇ ਨਾ ਲੱਡੂ ਵੰਡਣੇ, ਉਹਨਾਂ ਨੂੰ ਸਤੇਜ ਕਰਤਾ, ਜਿੱਦਾਂ ਕੱਲ ਵੀ ਉਹਨਾਂ ਨੂੰ ਜਾਗਰਿਤ ਕਰਤਾ ਗੌਰਮੈਂਟ ਨੂੰ। ਚੁੱਪ ਚਪੀਤੇ ਆ ਜਾਂਦੇ ਤੇ ਆ ਜਾਂਦੇ ਬਾਹਰ। ਤੇ ਮੈਂ ਤਾਂ ਮੈਂ ਤਾਂ ਇਹ ਗੱਲ ਕਹਿਣਾ ਵੀ ਪਹਿਲਾਂ ਹੀ ਨਹੀਂ ਰੌਲਾ ਪਾਉਣਾ ਚਾਹੀਦਾ ਕਿਸੇ ਵੀ ਗੱਲ ਦਾ। ਇਹ ਬਹੁਤ ਇਹ ਗੱਲ ਨਹੀਂ, ਮੀਡੀਆ ਦੀ ਗੱਲ ਨਹੀਂ, ਆਪਸ ਵਿੱਚ ਖਾਲਿਸਤਾਨੀਆਂ ਵੀ ਇੱਥੇ ਭਿੜ ਗਏ ਹੋ ਆ, ਜਿੱਦਾਂ ਕਹਿ ਲਓ ਬਈ ਉਹ ਅੱਧੇ ਕਿਹੜਾ ਦੀਪ ਸਿੱਧੂ ਵਾਲਾ, ਅੱਧੇ ਉਧਰ ਹੋ ਗਿਆ, ਇਹਨਾਂ ਦਾ ਵੀ ਪਾੜਾ ਪੈ ਗਿਆ ਆ। ਇੱਕ ਦੂਜੇ ਨੂੰ ਫੇਸਬੁੱਕਾਂ ਤੇ ਉਹ ਕਮੈਂਟ ਕੱਟਦੇ ਆ। ਮੈਂ ਤਾਂ ਆਹ ਗੱਲ ਕਹਿਣਾ ਬਈ ਇਹ ਉਹਦੇ ਜਨਮ ਦਿਨ ਤੇ ਵੀ 4 ਲੱਖ ਇਕੱਠਾ ਕੀਤਾ ਇਹ ਨਹੀਂ ਦੀਪ ਸਿੱਧੂ, ਤੇ ਇੰਨਾ ਉਹਨੂੰ ਬਣਾਤਾ ਜਿੱਦਾਂ ਕਹਿ ਲਓ ਬਈ ਜਾਨ ਸਿੰਘ ਭਗਤ ਸਿੰਘ ਹੀ ਬਣਾਤਾ ਇਹ ਨਹੀਂ, ਜਿੱਦਾਂ ਬਈ ਜਿੱਦਾਂ ਉਹ ਭਗਤ ਸਿੰਘ ਹੁੰਦਾ ਆ। ਚਲੋ ਆਪੋ ਤੁਹਾਡੇ ਆਪਣੇ ਵਿਚਾਰ ਆ ਵੀਰ, ਪਰ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਵੀ ਸਮੇਂ ਤੇ ਛੱਡ ਦੋ, ਸਮੇਂ ਤੋਂ ਬਾਅਦ ਸਾਰਾ ਕੁਝ। ਕਈ ਵਾਰੀ ਅਸੀਂ ਜਿਹਨਾਂ ਤੇ ਜ਼ਿਆਦਾ ਭਰੋਸਾ ਕਰੀਦਾ ਤਾਂ ਹਮੇਸ਼ਾ ਸਾਨੂੰ ਧੋਖਾ ਦਿੰਦੇ। 5 ਵਾਰੀ ਮੁੱਖ ਮੰਤਰੀ ਰਿਹਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਤਾਂ ਤੁਹਾਡੇ ਸਾਹਮਣੇ ਆ ਉਹਨੇ ਕਿੰਨਾ ਕੁ ਕੌਮ ਦਾ ਸਵਾਰਿਆ, ਸਾਰਿਆਂ ਦੇ ਸਾਹਮਣੇ ਹੀ ਆ। ਇਸ ਕਰਕੇ ਕਈ ਵਾਰੀ ਅਸੀਂ ਬਿਨਾਂ ਵਜ੍ਹਾ ਤੋਂ ਕਿਸੇ ਬੰਦੇ ਨੂੰ ਇੰਨਾ ਜ਼ਿਆਦਾ ਚੱਕ ਦੀਦਾ ਤਾਂ ਫਿਰ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਦਾ, ਤੇ ਫਿਰ ਸੰਭਲਣਾ ਬੜਾ ਔਖਾ ਹੋ ਜਾਂਦਾ ਜੀ। ਹਾਂਜੀ, ਇਹਨਾਂ ਦਾ ਪਤਾ ਨਹੀਂ, ਉਹਨੇ MP MLA ਬਣ ਕੇ ਤਾਂ ਬਾਅਦ ਚ ਲੋਕਾਂ ਨੂੰ ਬਾਤ ਨਹੀਂ ਪੁੱਛਣੀ ਜੀ। ਮਤਲਬ ਉਹਨਾਂ ਦਾ ਤਾਂ ਇੱਥੇ ਟੱਕਰ ਆ ਬਈ MP MLA ਬਣ ਜਾਣਾ ਬਸ। ਇਹ ਕਹਿੰਦੇ ਖੜੇ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਣਾ ਦੀਪ ਸਿੱਧੂ। ਮੈਂ ਤਾਂ ਇੰਨਾ ਹੀ ਸੀ ਮੇਰੇ ਵਿਚਾਰ ਜੀ। ਮੈਂ ਤਾਂ ਇਹਨਾਂ ਨੂੰ ਦੱਸਿਆ ਹੀ ਖਬਰ ਜੀ। ਧੰਨਵਾਦ ਜੀ, ਧੰਨਵਾਦ। ਤੁਹਾਡੇ ਆਪਣੇ ਵਿਚਾਰ ਆ ਜੀ, ਜ਼ਰੂਰੀ ਨਹੀਂ ਅਸੀਂ ਉਹਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ। ਬਿਲਕੁਲ ਜੀ, ਆਪਾਂ ਗੱਲਬਾਤ ਕਰਨੀ ਚਾਹੁੰਦੇ ਆ ਜੀ। ਆਪਣੇ ਨਾਲ ਆਪਣੇ ਗੈਸਟ ਜਿਹੜੇ ਆ ਉਹ ਇੰਡੀਆ ਤੋਂ ਜੁੜ ਚੁੱਕੇ ਆ। ਆਪਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈ ਕੇ ਤਾਂ ਆਪਾਂ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਕਰਾਉਣੇ ਆ। ਜਿਹੜੇ ਫਾਰਮਰਾਂ ਦੇ ਬਿੱਲ ਲਾਗੂ ਹੋਏ ਆ, ਜਿਹੜੇ ਕਾਲੇ ਕਾਨੂੰਨ ਆ, ਉਹਨਾਂ ਦੇ ਬਾਰੇ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬਰੈਂਪਟਨ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡ ਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 073। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। ਹਾਂ ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੀ ਜਿਹੜੀ ਲਾਈਨ ਹੈ ਇਸ ਟਾਈਮ ਸਕਾਈਪ ਤੇ ਪਟਿਆਲੇ ਜੁੜ ਚੁੱਕੀ ਹੈ ਜੀ, ਤੇ ਸਰਦਾਰ ਜੋਗਿੰਦਰ ਸਿੰਘ ਜਿੰਦੂ ਬੜੇ ਸੀਨੀਅਰ ਐਡਵੋਕੇਟ ਆ ਜੀ, ਆਪਣੇ ਨਾਲ ਜੁੜ ਚੁੱਕੇ ਆ। ਆਪਾਂ ਸਭ ਤੋਂ ਪਹਿਲਾਂ ਟੋਰਾਂਟੋ ਦੀ ਧਰਤੀ ਦੇ ਉੱਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਥੈਂਕ ਯੂ, ਧੰਨਵਾਦ ਜੀ। ਮੈਂ ਧੰਨਵਾਦ ਕਰਦਾ ਕਿ ਮੀਡੀਆ ਦਾ, ਜਿਨ੍ਹਾਂ ਨੇ ਮੈਨੂੰ ਕੈਨੇਡਾ ਦੇ ਤੇ ਬਾਕੀ ਜਿਹੜੇ ਬਾਹਰ ਵਸਦੇ ਪੰਜਾਬੀ ਆ ਤੇ ਹਿੰਦੁਸਤਾਨੀ ਆ ਜੀ, ਉਹਨਾਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਉਹਨਾਂ ਨਾਲ ਗੱਲ ਕਰਨ ਦਾ ਇੱਕ ਚਾਂਸ ਜਿਹੜਾ ਮੈਨੂੰ ਪ੍ਰੋਵਾਈਡ ਕੀਤਾ। ਧੰਨਵਾਦ ਜੀ ਆਇਆਂ ਨੂੰ ਜੀ। ਆਪਾਂ ਗੱਲਬਾਤ ਕਰਨੀ ਹੈ ਜੀ, ਕਿਉਂਕਿ ਸਮਾਂ ਆਪਣੇ ਕੋਲ ਆਲਮੋਸਟ 50 ਮਿੰਟ ਹੈ, ਤੇ ਪਰ ਕੰਮ ਬਹੁਤ ਵੱਡਾ ਆ। ਜਿਹੜੇ 3 ਕਾਨੂੰਨ, ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਜਾਂਦਾ, ਭਾਰਤ ਦੇ ਵਿੱਚ ਭਾਰਤ ਸਰਕਾਰ ਨੇ ਜਿਹੜੇ ਲਾਗੂ ਕੀਤੇ ਆ ਜੀ, ਤੇ ਇਸ ਟਾਈਮ ਪੂਰਾ ਕਿਸਾਨੀ ਸੰਘਰਸ਼ ਜਿਹੜਾ ਚਰਮ ਸੀਮਾ ਤੇ ਆ। ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੇ ਕਾਲੇ ਕਾਨੂੰਨ ਕਿਉਂ ਕਿਹਾ ਜਾਂਦਾ ਆ। ਸੈਕੰਡ, ਇਹ ਜਿਹੜਾ ਮੇਨ ਸਭ ਤੋਂ ਵੱਡਾ ਮੁੱਦਾ, ਇਹ ਸੈਂਟਰ ਸਰਕਾਰ ਦਾ ਤਾਂ ਹੈ ਹੀ ਨਹੀਂ ਖੇਤੀ ਦੇ ਨਾਲ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਸਾਰਾ ਕੁਝ ਲਿਖਿਆ ਵੀ ਇਹ ਕੇਂਦਰ ਸਰਕਾਰ ਦੇ ਅੰਡਰ ਹੀ ਨਹੀਂ ਆਉਂਦਾ ਇਹ ਸਾਰਾ ਕੁਝ। ਚੰਦੀ ਜੀ, ਗੱਲ ਇਹ ਹੈ ਵੀ ਲੋਕ ਇਹਨਾਂ ਨੂੰ ਕਾਲੇ ਕਾਨੂੰਨ ਕਹਿੰਦੇ ਆ ਜੀ। ਮੈਂ ਕਾਲੇ ਨਾਲ ਪੂਰਾ ਸਹਿਮਤ ਨਹੀਂ ਹਾਂ ਵੀ ਇਹ ਕਾਨੂੰਨ ਕਾਲੇ ਆ ਜੀ। ਕਾਲੇ ਰੰਗ ਦੀ ਆਪਣੀ ਇੱਕ ਖੂਬਸੂਰਤੀ ਵੀ ਹੁੰਦੀ ਹੈ। ਕਾਲਾ ਰੰਗ ਇੰਨਾ ਭੈੜਾ ਨਹੀਂ ਜਾਂ ਬਦਸੂਰਤ ਨਹੀਂ ਹੈ ਜਿੰਨੇ ਕਾਨੂੰਨ ਬਦਸੂਰਤ ਜੀ। ਜਦੋਂ ਤੁਸੀਂ ਇਹਨਾਂ ਦੀ ਵਿਆਖਿਆ 'ਚ ਚਲੇ ਜਾਓਗੇ ਮਾਈਨਿਊਟਲੀ ਪੜ੍ਹਨ ਦਾ, ਮੈਂ ਇਹਨਾਂ ਕਾਨੂੰਨਾਂ ਨੂੰ ਬੜੇ ਮਾਈਨਿਊਟਲੀ ਪੜ੍ਹਨ ਦਾ ਯਤਨ ਕੀਤਾ, ਕਿਉਂਕਿ ਮੇਰਾ ਪ੍ਰੋਫੈਸ਼ਨ ਵੀ ਹੈ, ਮੈਂ ਮਤਲਬ ਪ੍ਰੋਫੈਸ਼ਨ ਵੀ ਹੈ ਤੇ ਕਿਸਾਨ ਵੀ ਹਾਂ ਮੈਂ ਜੀ। ਮੈਂ ਦੋਨੋਂ ਐਂਗਲ ਤੋਂ, ਇੱਕ ਵਕੀਲ ਦੇ ਐਂਗਲ ਤੋਂ, ਇੱਕ ਕਿਸਾਨ ਦੇ ਐਂਗਲ ਤੋਂ ਜੀ, ਦੋਨਾਂ ਤੋਂ ਇਹਨਾਂ ਕਾਨੂੰਨਾਂ ਨੂੰ ਪੜ੍ਹਿਆ, ਰਿਪੀਟਡਲੀ ਪੜ੍ਹਿਆ ਜੀ। ਪੜ੍ਹਿਆ ਵੀ ਮੈਂ ਇਹਨਾਂ ਨੂੰ ਇਸ ਢੰਗ ਨਾਲ ਹੈ ਕਿ ਇੱਕ ਪਾਸੇ ਮੈਂ ਰਾਸ਼ਟਰਪਤੀ ਲਿਖੇ ਹੋਏ ਆਰਡੀਨੈਂਸ ਰੱਖ ਲਏ, ਦੂਜੇ ਪਾਸੇ ਮੈਂ ਐਕਟ ਰੱਖ ਲਏ, ਤੀਜੇ ਪਾਸੇ ਮੈਂ ਭਾਰਤ ਦਾ ਸੰਵਿਧਾਨ ਰੱਖ ਲਿਆ, ਚੌਥੇ ਪਾਸੇ ਫਿਰ ਮੈਂ ਡਿਕਸ਼ਨਰੀਆਂ 5 ਰੱਖ ਲਈਆਂ,
ਫਿਰ ਮੈਂ ਆਪਣੇ ਸਟੈਨੋ ਤੇ ਆਪਣੇ ਜੂਨੀਅਰ ਜਿਹੜੇ ਬਿਠਾਏ ਖੇਤੀਬਾੜੀ ਤੇ ਰਿਸਰਚ ਕਰਨ ਲਈ 8-9 ਵਾਰ ਪੜ੍ਹਨ ਤੋਂ ਬਾਅਦ ਮੈਂ ਇਹਨਾਂ ਤੇ ਇੱਕ ਕਿਤਾਬਚਾ ਲਿਖਿਆ। ਨਾਂ ਦਾ ਸਵਾਲ ਮੇਰੇ ਸਾਹਮਣੇ ਉੱਤੇ ਉਸ ਵੇਲੇ ਸੀ, ਮੈਨੂੰ ਕਾਲੇ ਕਾਨੂੰਨ ਛੋਟਾ ਲੱਗਦਾ ਸੀ ਉਹਦੇ ਲਈ ਸ਼ਬਦ। ਆਹ ਮੇਰਾ ਕਿਤਾਬਚਾ ਹੈ ਜਿਹੜਾ, ਇਹਦਾ ਦੂਜਾ ਵੋਲਿਊਮ ਜਿਹੜਾ ਆ ਹਿੰਦੀ 'ਚ ਵੀ ਛਪ ਚੁੱਕਿਆ ਤੇ ਇਹ 35-36 ਪੇਜ ਦਾ ਇੱਕ ਡਾਕੂਮੈਂਟ ਹੈ ਤੇ 70,000 ਕਾਪੀ ਇੱਕ ਮੋਰਚੇ 'ਚ ਜਾ ਚੁੱਕੀ ਹੈ ਜੀ। ਉਹਦਾ ਇੱਕ ਪਪੂਲਰ ਡਾਕੂਮੈਂਟ ਬਣਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਵੀ ਮੈਂ ਚਾਹੁੰਦਾ ਸੀ ਕਿ ਇਹਨਾਂ ਦੇ ਅੰਦਰ ਕੀ ਹੈ, ਉਹਨਾਂ ਨੂੰ ਲੋਕਾਂ ਨੂੰ ਉਹਨਾਂ ਦੀ ਬਰੀਕੀਆਂ ਦੀ ਸਮਝਾਇਆ ਜਾਵੇ ਤਾਂ ਕਿ ਉਹ ਵੱਧ ਸਿੱਧਤ ਨਾਲ ਲੜਾਈ ਕਰ ਸਕਣ। ਮੈਂ ਇਹਦਾ ਨਾਂ ਦਿੱਤਾ ਮਨੁੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜਨ ਵਾਲੇ ਖੇਤੀ ਕਾਨੂੰਨਾਂ ਦੀ ਵਿਆਖਿਆ, ਲੇਖਾ ਜੋਖਾ ਤੇ ਪੜਚੋਲ ਜੀ। ਜਦੋਂ ਦੇਖਦੇ ਹੋ ਤੁਸੀਂ ਇਹਦੀਆਂ ਧਾਰਾਵਾਂ ਨੂੰ ਪੜ੍ਹਦੇ ਚਲੇ ਜਾਂਦੇ ਹੋ, ਅਸਲ ਦੇ ਅੰਦਰ ਪਹਿਲੇ ਵਾਰੀ ਹੋਇਆ ਭਾਰਤ ਦੇ ਇਤਿਹਾਸ ਦੇ ਅੰਦਰ ਕਿ ਇਸਨੇ ਮਨੁੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜ ਦਿੱਤਾ। ਖਾਦ ਪਦਾਰਥਾਂ ਨਾਲੋਂ ਰਿਸ਼ਤਾ ਤੋੜਿਆ। ਇਸ ਕਰਕੇ ਮੈਂ ਮਨੁੱਖ ਦੇ ਰੋਟੀ ਨਾਲੋਂ ਰਿਸ਼ਤਾ ਤੋੜਨ ਵਾਲੇ 3 ਖੇਤੀ ਕਾਨੂੰਨ ਇਹਨਾਂ ਨੂੰ ਕਿਹਾ ਜੀ ਨਾ। ਇਹਦਾ ਸਵਾਲ ਜਿਹੜਾ ਤੁਸੀਂ ਕੀਤਾ ਹੈ ਨਾ, ਇਹਨਾਂ ਕਾਨੂੰਨਾਂ ਦੇ ਬੜੇ ਖੂਬਸੂਰਤ ਹੈ ਜੀ। ਨਾਵਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਵੀ ਇਹ ਕਿਸਾਨ ਦੀ ਪ੍ਰੋਟੈਕਸ਼ਨ ਲਈ, ਕਿਸਾਨ ਦੀ ਇੰਪਾਵਰਮੈਂਟ ਲਈ, ਕਿਸਾਨ ਨੂੰ ਫਾਰਮ ਸਰਵਿਸਿਜ਼ ਦੇਣ ਲਈ, ਕਿਸਾਨ ਦੇ ਟ੍ਰੇਡ ਤੇ ਕਮਰਸ ਨੂੰ ਮਤਲਬ ਉਹਦੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਬਣਾਇਆ ਗਿਆ ਜੀ। ਪਰ ਇਹਨਾਂ ਦੇ ਅੰਦਰ ਕੁਝ ਵੀ ਐਸਾ ਨਹੀਂ ਹੈ। ਨਾ ਤਾਂ ਕਿਸਾਨ ਦੀ ਇੰਪਾਵਰਮੈਂਟ ਕਰਦਾ, ਉਸਨੂੰ ਉਹਦਾ ਸਸ਼ਕਤੀਕਰਨ ਕਰਦਾ ਹੈ ਜੀ, ਨਾ ਉਹਦੀ ਰਾਖੀ ਕਰਦਾ ਹੈ, ਨਾ ਉਹਦੀ ਖੇਤੀ ਦਾ ਪ੍ਰਬੰਧ 'ਚ ਜਿਹੜੀ ਮਾਰਕੀਟਿੰਗ ਹੈ ਉਸ ਨੂੰ ਸੁਵਿਧਾਜਨਕ ਬਣਾਉਂਦਾ। ਕੁਝ ਵੀ ਨਹੀਂ ਹੈ ਐਸਾ। ਇਹਦਾ ਨਾਂ ਦੀ ਮਤਲਬ ਜਿਹੜੀ ਜਿੰਨੀ ਖੂਬਸੂਰਤੀ ਹੈ ਉਹਨਾਂ ਅੰਦਰੋਂ ਹੀ ਬਦਸੂਰਤ। ਇਹਦਾ ਨਾਂ ਦਾ ਇਹਦੇ ਚਰਿੱਤਰ ਨਾਲ ਇਹਨਾਂ ਐਕਟਾਂ ਦੇ ਔਰ ਇਹਨਾਂ ਕਾਨੂੰਨਾਂ ਦੇ ਕੋਈ ਵੀ ਸੰਬੰਧ ਨਹੀਂ ਹੈ। ਦੂਜਾ, ਤੁਸੀਂ ਰਾਸ਼ਟਰਪਤੀ ਦੀ ਔਰ ਪਾਰਲੀਮੈਂਟ ਦੀ ਪਾਵਰ ਦੀ ਗੱਲ ਜਿਹੜੀ ਕੀਤੀ ਹੈ, ਭਾਰਤ ਦੇ ਸੰਵਿਧਾਨ ਦੇ ਅੰਦਰ 3 ਮਤਲਬ ਲਿਸਟਾਂ ਹੈ। ਬੜਾ ਮਤਲਬ ਕਲੀਅਰ ਕੱਟ ਡਿਮਾਰਕੇਟ ਕੀਤਾ ਹੋਇਆ, ਉਹਨਾਂ ਨੇ ਵੰਡ ਕੀਤੀ ਹੋਈ ਹੈ ਤਾਕਤ ਦੀ, ਪਾਵਰ ਦੀ, ਕਿਹੜੇ ਵਿਸ਼ੇ ਤੇ ਕੌਣ ਕਾਨੂੰਨ ਬਣਾ ਸਕਦਾ ਹੈ ਜੀ। ਜਿਹਦੇ ਚ ਇੱਕ ਲਿਸਟ ਹੈ, ਇੱਕ ਮਤਲਬ ਸਟੇਟ ਦੀ ਲਿਸਟ ਹੈ, ਇੱਕ ਕਨਕਰੈਂਟ ਲਿਸਟ ਹੈ ਜਿਹਨੂੰ ਸਮਵਰਤੀ ਸੂਚੀ ਕਹਿੰਦੇ ਜਾਂ ਸਾਂਝੀ ਸੂਚੀ ਕਹਿੰਦੇ ਆ। ਕੇਂਦਰ ਦੀ ਲਿਸਟ ਤੇ ਕੇਂਦਰ ਕਾਨੂੰਨ ਬਣਾ ਸਕਦਾ ਹੈ, ਸਟੇਟ ਦੀ ਲਿਸਟ ਤੇ ਸਟੇਟ ਕਾਨੂੰਨ ਬਣਾ ਸਕਦਾ ਹੈ, ਤੇ ਜਿਹੜੀ ਸਮਵਰਤੀ ਸੂਚੀ ਹੈ ਉਹ ਤੇ ਦੋਏ ਬਣਾ ਸਕਦੇ ਆ। ਪਰ ਜੇ ਉਹਨਾਂ ਚ ਕਨਫਲਿਕਟ ਹੋਵੇ ਤਾਂ ਫਿਰ ਕੇਂਦਰ ਦਾ ਬਣਾਇਆ ਹੋਇਆ ਕਾਨੂੰਨ ਪ੍ਰਵੇਲ ਅਪਨ ਕਰੂਗਾ, ਉਸ ਨੇ ਲਾਗੂ ਹੋਣਾ। ਸਟੇਟ ਦਾ ਕਾਨੂੰਨ ਲਾਗੂ ਨਹੀਂ ਹੋਗਾ ਜਿੱਥੇ ਉਹਨਾਂ ਦੇ ਅੰਦਰ ਵਿਰੋਧ ਹੋਵੇ ਦੋਨਾਂ ਕਾਨੂੰਨਾਂ ਦੇ ਜੀ। ਸਟੇਟ ਜਿਹੜੀ ਸੈਂਟਰਲ ਲਿਸਟ ਹੈ ਉਹਦੇ ਚ ਕਿਤੇ ਵੀ ਖੇਤੀ ਸ਼ਬਦ ਨਹੀਂ ਹੈ, ਕਿਤੇ ਵੀ ਐਗਰੀਕਲਚਰ ਨਹੀਂ ਹੈ, ਫਾਰਮਿੰਗ ਨਹੀਂ ਹੈ ਜੀ ਉਹਦੇ ਅੰਦਰ। ਸੈਂਟਰ ਦੀ ਲਿਸਟ ਦੇ ਅੰਦਰ ਸਿਰਫ ਜੇ ਉਹ ਖੇਤੀ ਦਾ ਕਿਤੇ ਅਧਿਕਾਰ ਹੈ ਉਹਨਾਂ ਨੂੰ, ਇੱਕ ਸਿਰਫ ਫੀਮ ਦੀ ਖੇਤੀ ਦਾ ਅਧਿਕਾਰ ਜੀ। ਫੀਮ ਦੀ ਖੇਤੀ ਤੋਂ ਇਲਾਵਾ ਸੈਂਟਰ ਕੋਲੇ ਕੋਈ ਵੀ ਅਧਿਕਾਰ ਨਹੀਂ ਹੈ। ਖੇਤੀਬਾੜੀ ਇਨਕਮ ਤੇ ਟੈਕਸ ਵੀ ਜਿੱਥੇ ਲਿਖਦੇ ਆ ਉੱਥੇ ਵੀ ਸਵੈ ਐਗਰੀਕਲਚਰ ਇਨਕਮ ਲਿਖਿਆ ਹੋਇਆ ਜੀ। ਲੈਂਡ ਦੀ ਜਿਹੜੀ ਵੈਲਿਊ ਮਤਲਬ ਹੁੰਦੀ ਹੈ, ਵੱਧਦੀ ਹੈ, ਉਹਦਾ ਤਾਂ ਜਿਹੜਾ ਟੈਕਸ ਲੱਗਦਾ ਹੈ ਉਹਦੇ ਚ ਵੀ ਸਵੈ ਖੇਤੀਬਾੜੀ ਲੈਂਡ ਸੈਂਟਰ ਦਾ ਅਧਿਕਾਰ ਨਹੀਂ ਹੈ। ਦੂਜਾ ਸੈਂਟਰ ਦਾ ਅਧਿਕਾਰ ਹੈ ਜਿਹੜਾ ਖੇਤੀ ਕਰਨ ਦਾ, ਉਹ ਹੈਗਾ ਟੈਰੀਟੋਰੀਅਲ ਵਾਟਰਸ ਤੋਂ ਬਿਯੋਂਡ ਟੈਰੀਟੋਰੀਅਲ ਵਾਟਰਸ। ਉਹਨਾਂ ਨੇ ਵਰਡ ਯੂਜ਼ ਕੀਤਾ। ਟੈਰੀਟੋਰੀਅਲ ਵਾਟਰ ਜਿਹੜੇ ਹੈ ਦੀ ਡਿਫਾਈਨ ਕੀਤੇ ਹੋਏ ਟੈਰੀਟੋਰੀਅਲ ਵਾਟਰ ਕੀ ਹੈ। ਤੇ ਸਮੁੰਦਰ ਦੇ ਕੰਢੇ ਜਦੋਂ ਅਸੀਂ ਜਾਂਦੇ ਹਾਂ ਤਾਂ ਸਮੁੰਦਰ ਦੇ ਕੰਢੇ ਤੇ ਜਿਹੜਾ ਇੰਟਰਨਲ ਵਾਟਰ ਹੈ, ਜਿਹੜਾ ਬਹੁਤਾ ਡੂੰਘਾ ਨਹੀਂ ਹੁੰਦਾ, ਜਿੱਥੋਂ ਸਮੁੰਦਰ ਨਹੀਂ ਹੁੰਦਾ, ਉਹ ਸਟੇਟ ਦਾ ਹੈ ਜੀ। ਉਸ ਤੋਂ ਅੱਗੇ 12 ਨੌਟੀਕਲ ਮੀਲਸ ਕਹਿੰਦੇ ਆ, ਨੌਟੀਕਲ ਸਮੁੰਦਰੀ ਮੀਲ। ਸਮੁੰਦਰੀ ਮੀਲ ਇਸ ਦੂਜੇ ਮੀਲ ਨਾਲੋਂ ਵੱਡਾ 1852 ਮੀਟਰ ਦਾ ਮੀਲ ਹੈ ਸਮੁੰਦਰੀ ਮੀਲ ਜੀ। 12 ਨੌਟੀਕਲ ਮੀਲਸ ਟੈਰੀਟੋਰੀਅਲ ਵਾਟਰ ਹੈ। ਇਸ ਤੋਂ ਅਗਲੇ 12 ਨੌਟੀਕਲ ਮੀਲ ਜਿਹੜੇ ਹੈ ਸਮੁੰਦਰੀ ਮੀਲ, ਮਤਲਬ ਹੈਗਾ ਨਿਕਟਤਮ ਪਾਣੀ, ਕੰਟੀਗੁਅਸ ਵਾਟਰਸ ਉਹਨੂੰ ਕਹਿੰਦੇ ਆ। ਨਿਕਟਤਮ ਪਾਣੀ ਜੇ ਤੁਸੀਂ ਉਹਨੂੰ ਕਹਿ ਸਕਦੇ ਹੋ ਸਰਲ ਸ਼ਬਦਾਂ ਦੇ ਅੰਦਰ, ਉਹ ਵੀ ਸਟੇਟ ਦਾ ਹੈ। ਉਸ ਤੋਂ ਅੱਗੇ 176 ਮੀਲ ਹੈ ਸਮੁੰਦਰੀ ਮੀਲ। ਉਹ ਜਿਹੜਾ ਵਾਟਰ ਹੈ ਉਹ ਮਤਲਬ ਐਕਸਕਲੂਸਿਵ ਇਕਨੋਮਿਕ ਜ਼ੋਨ ਹੈ। ਇਹ ਸਾਰਾ 200 ਨੌਟੀਕਲ ਮਾਈਲ ਹੋ ਗਏ। 200 ਨੌਟੀਕਲ ਮਾਈਲ ਤੱਕ ਅਧਿਕਾਰ ਸਟੇਟ ਦਾ ਕਾਨੂੰਨ ਬਣਾਉਣ ਦਾ ਸਮੁੰਦਰ ਦੇ ਅੰਦਰ, ਕਿਉਂਕਿ ਖੇਤੀ ਸਮੁੰਦਰ ਦੇ ਅੰਦਰ ਵੀ ਹੁੰਦੀ ਹੈ। ਸਮੁੰਦਰ ਦੇ ਅੰਦਰ 3 ਤਰ੍ਹਾਂ ਦੀ ਖੇਤੀ ਹੁੰਦੀ ਹੈ ਜ਼ਿਆਦਾ। ਇੱਕ ਉੱਥੇ ਮੱਛੀ ਪਕੜਨ ਹੁੰਦਾ, ਇੱਕ ਉੱਥੇ ਮੱਛੀ ਪਾਲਣ ਹੁੰਦਾ ਹੈ, ਇੱਕ ਉੱਥੇ ਜਿਹੜਾ ਤੀਜੇ ਤਰ੍ਹਾਂ ਦਾ ਹੈ ਜਿਹੜੇ ਖਣਜ ਪਦਾਰਥ ਹੈ ਸਮੁੰਦਰ ਦੇ ਅੰਦਰ।
ਉਹ ਸਾਰਾ ਸਟੇਟ ਦੇ ਹੈ, ਜਿਹੜੀ ਸਟੇਟ ਦੇ ਨਾਲ ਸਮੁੰਦਰ ਲੱਗਦਾ, ਸਿਰਫ ਸਪੇਸ ਜਿਹੜਾ ਸੈਂਟਰ ਕੋਲ ਹੈ ਉੱਪਰ। ਧਰਤੀ ਦਾ ਨਾ ਕਿਸੇ ਦਰਿਆ 'ਚ, ਨਾ ਕਿਸੇ ਟੋਭੇ 'ਚ, ਨਾ ਕਿਸੇ ਵਾਟਰ ਬੋਡੀ 'ਚ, ਨਾ ਕਿਸੇ ਪਹਾੜ ਤੇ, ਨਾ ਕਿਸੇ ਧਰਤੀ ਦੇ ਖੁੰਝੇ ਤੇ ਜਿਹੜੀ ਖੇਤੀਯੋਗ ਜ਼ਮੀਨ ਹੈ, ਤੇ ਨਾ ਸਮੁੰਦਰ 'ਚ ਕੇਂਦਰ ਨੂੰ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਟੈਰੀਟੋਰੀਅਲ ਵਾਟਰ ਗਿਣੇ ਜਾਂਦੇ ਆ 200 ਮੀਲ ਤੱਕ, ਉਸ ਤੋਂ ਅੱਗੇ ਇੰਟਰਨੈਸ਼ਨਲ ਸੀ ਹੈ। ਇੰਟਰਨੈਸ਼ਨਲ ਸੀ ਦੇ ਅੰਦਰ ਖੇਤੀ ਬਾਰੇ ਜੇ ਕੋਈ ਕਾਨੂੰਨ ਬਣਾਉਣਾ, ਖਣਿਜ ਪਦਾਰਥਾਂ ਬਾਰੇ ਜੇ ਕੋਈ ਕਾਨੂੰਨ ਬਣਾਉਣਾ, ਸੈਂਟਰ ਬਣਾ ਸਕਦੀ ਹੈ, ਪਰ 1882 ਦਾ UN ਦਾ ਚਾਰਟਰ ਹੈ, ਉਹਨਾਂ ਨੂੰ UN ਤੋਂ ਪਰਮਿਸ਼ਨ ਲੈਣੀ ਪੈਣੀ ਜੀ। ਸਿੱਧੇ ਇਲਾਕਿਆਂ ਦੇ ਅੰਦਰ ਸਰਦਾਰ ਸਾਹਿਬ ਤੁਹਾਡਾ ਮਾਫ ਕਰਨਾ, ਮਾੜਾ ਜਿਹਾ ਕੈਮਰਾ ਸੈਂਟਰ ਦੇ ਵਿੱਚ ਕਰਿਓ, ਤੁਸੀਂ ਇੱਕ ਸਾਈਡ ਤੋਂ ਆ ਰਹੇ ਹੋ ਜੀ, ਇੱਕ ਸਾਈਡ ਤੁਹਾਡੀ ਆ ਰਹੀ ਹੈ ਪੂਰੀ, ਸੈਂਟਰ 'ਚ ਨਹੀਂਗਾ ਜੀ। ਕੰਟੀਨਿਊ ਪਲੀਜ਼। ਹੁਣ ਹੋ ਗਿਆ ਠੀਕ ਹੈ? ਹਾਂ, ਥੋੜਾ ਜਿਹਾ ਹੋਰ ਹੋਵੇ ਜੀ, ਥੋੜਾ ਜਿਹਾ ਹੋਰ। ਹਾਂਜੀ ਹੁਣ ਸਹੀ ਹੈ ਜੀ, ਬਿਲਕੁਲ। ਥੈਂਕ ਯੂ ਜੀ। ਸੋ ਮਤਲਬ ਇਹਦਾ ਮਤਲਬ ਹੈ ਕਿਸੇ ਵੀ ਥਾਂ ਤੇ ਸੈਂਟਰ ਦਾ ਖੇਤੀ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ। ਉਹਨਾਂ ਨੇ ਕੀ ਕੀਤਾ ਹੈ ਜੀ, ਉਹਨਾਂ ਨੇ ਕਿਹਾ ਹੈ ਸਮਵਰਤੀ ਸੂਚੀ ਦੇ ਅੰਦਰ ਕਿ ਅਸੀਂ ਫੂਡ ਸਟਫ ਤੇ ਕਾਨੂੰਨ ਬਣਾਇਆ। ਫੂਡ ਸਟਫ ਜਿਹੜਾ ਹੈ ਨਾ, ਫੂਡ ਸਟਫ ਔਰ ਫੂਡ ਗ੍ਰੇਨਸ ਦਾ ਡਿਫਰੈਂਸ ਮੀਨਿੰਗ ਹੈ। ਫੂਡ ਸਟਫ ਦਾ ਉੱਥੇ ਟ੍ਰੇਡ ਐਂਡ ਕਮਰਸ ਜਿਹੜਾ ਲਿਖਿਆ ਹੋਇਆ ਉਸ ਦੇ ਅੰਦਰ, ਸਮਵਰਤੀ ਸੂਚੀ ਦੇ ਅੰਦਰ, ਜਿਹੜਾ ਤੁਹਾਨੂੰ, ਕਿਉਂਕਿ ਜਿਹੜਾ ਹਿੰਦੁਸਤਾਨ ਦਾ ਜਦੋਂ ਤੁਸੀਂ ਜਗਰਾਫੀਆ ਦੇਖੋਗੇ ਬੜਾ ਬਿਊਟੀਫੁਲ ਹੈ ਹਿੰਦੁਸਤਾਨ ਦਾ ਜਗਰਾਫੀਆ। ਮਾਫ ਕਰਨਾ ਸਰਦਾਰ ਜੋਗਿੰਦਰ ਸਿੰਘ ਜੀ, ਇੰਡੀਆ ਜੀ, ਹਿੰਦੁਸਤਾਨ ਨਿਗਾ ਇੰਡੀਆ, ਜਾਂ ਭਾਰਤ ਜਾਂ ਇੰਡੀਆ। ਹਾਂਜੀ ਕੋਈ ਗੱਲ ਨਹੀਂ, ਮੈਨੂੰ ਕੋਈ ਇਹਦੇ ਬਾਰੇ ਨਹੀਂ, ਫਿਰ ਵੀ ਮਾੜਾ ਜਿਹਾ, ਕਿਉਂਕਿ ਹੈ ਨਹੀਂਗਾ ਸੰਵਿਧਾਨ ਦੇ ਵਿੱਚ, ਹਿੰਦੁਸਤਾਨ ਹੈ ਨਹੀਂ ਜੀ। ਚਲ ਕੋਈ ਨਹੀਂ, ਉਹ ਦੈਟ ਇਜ਼ ਨਾਟ ਕੋਈ ਡਿਸਪਿਊਟਡ ਨਹੀਂ, ਮੈਂ ਭਾਰਤ ਕਹਿ ਦੂੰਗਾ ਜੀ, ਠੀਕ ਹੈ। ਇੰਡੀਆ ਕਹਿ ਦੂੰਗਾ, ਭਾਰਤ ਕਹਿ ਦੂੰਗਾ, ਉਹਦੇ ਬਾਰੇ ਕੋਈ ਮਤਲਬ ਆਪਾਂ ਕਿਸੇ ਨਹੀਂ ਮਾਫ ਕਰਨਾ, ਤੁਸੀਂ ਐਡਵੋਕੇਟ ਹੋ ਨਾ, ਫਿਰ ਕਈ ਵਾਰੀ ਸਵਾਲ ਖੜਾ ਹੋ ਜਾਂਦਾ ਜੀ, ਕਿਉਂ ਤੁਸੀਂ ਹਿੰਦੁਸਤਾਨ ਕਹਿਣ ਰਹੇ ਹੋ, ਸਾਡੇ ਸਰੋਤੇ ਵੀ ਸਵਾਲ ਖੜਾ ਕਰ ਦਿੰਦੇ ਜੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਦੈਟ ਇਜ਼ ਨਾਟ, ਦੈਟ ਡਸਨਟ ਮੈਟਰ। ਸਵਾਲ ਜਿਹੜਾ ਹੈ ਵੀ ਉਹਨਾਂ ਕੋਲੇ ਜਦੋਂ ਅਧਿਕਾਰ ਹੀ ਨਹੀਂ ਹੈ ਤਾਂ ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਨੇ ਬਸ ਸਟੇਟ ਦੇ ਅਧਿਕਾਰਾਂ ਨੂੰ ਬਲਡੋਜ਼ ਕੀਤਾ ਜੀ। ਉਹਦਾ ਹੁੰਦਾ ਵੀ ਤੁਸੀਂ ਇਨਕਰੋਚ ਕਰ ਗਏ, ਉਹਨਾਂ ਨੇ ਇਨਕਰੋਚ ਨਹੀਂ ਕੀਤਾ, ਬਲਡੋਜ਼ ਕਰਕੇ ਕਾਨੂੰਨ ਬਣਾਇਆ। ਤੇ ਰਾਸ਼ਟਰਪਤੀ ਆਰਡੀਨੈਂਸ ਕਦੋਂ ਕਰ ਸਕਦਾ ਹੈ? ਰਾਸ਼ਟਰਪਤੀ ਦੀ ਆਰਡੀਨੈਂਸ ਕਰਨ ਦੀ ਪਾਵਰ ਜਿਹੜੀ ਹੈ ਉਹ ਕਿਤੇ ਵਿਸ਼ੇਸ਼ ਹਾਲਤਾਂ 'ਚ ਹੁੰਦੀ ਹੈ, ਜਦੋਂ ਪਾਰਲੀਮੈਂਟ ਉੱਠੀ ਤੇ ਪਾਰਲੀਮੈਂਟ ਬੈਠੀ ਨਹੀਂ ਹੈ। ਪਾਰਲੀਮੈਂਟ ਉੱਠਣ ਤੇ ਪਾਰਲੀਮੈਂਟ ਦੇ ਬੈਠਣ ਦੇ ਸਮੇਂ ਨੂੰ ਪੀਰੀਅਡ ਆਫ ਰਿਸੈਸ ਕਹਿੰਦੇ, ਅੱਧੀ ਛੁੱਟੀ ਦਾ ਸਮਾਂ। ਅੱਧੀ ਛੁੱਟੀ ਦੇ ਸਮੇਂ ਦੇ ਅੰਦਰ ਪਾਰਲੀਮੈਂਟ ਰਾਸ਼ਟਰਪਤੀ ਕੋਈ ਐਸੀ ਜਿਹੜੀ ਹੈ ਉਹ ਬਣਾ ਸਕਦਾ ਹੈ, ਮਤਲਬ ਆਰਡੀਨੈਂਸ ਜਾਰੀ ਕਰ ਸਕਦਾ ਜਿਹੜਾ ਐਮਰਜੈਂਟ ਹੋਵੇ, ਜਿਸ ਤੋਂ ਬਗੈਰ ਸਰਦਾ ਹੀ ਨਾ ਹੋਵੇ, ਕਿ ਸਿਚੁਏਸ਼ਨ ਉਹ ਡਿਮਾਂਡ ਕਰਦੀ ਹੈ ਕਿ ਉਹ ਜ਼ਰੂਰੀ ਹੋ ਗਿਆ। 123 ਕਨਸਟੀਟਿਊਸ਼ਨ ਦੀ ਮਤਲਬ ਆਰਟੀਕਲ ਹੈ ਕਿ ਜ਼ਰੂਰੀ ਹੋ ਗਿਆ ਇਹਦੇ ਅੰਦਰ ਇਸ ਵੇਲੇ ਆਰਡੀਨੈਂਸ ਜਾਰੀ ਕਰਨਾ। 10,000 ਸਾਲ ਤੋਂ ਭਾਰਤ ਦੇ ਲੋਕ ਖੇਤੀ ਕਰਦੇ ਆ ਰਹੇ ਜੀ, ਭਾਰਤ ਦੇ ਲੋਕ ਸਾਰੀ ਦੁਨੀਆ ਦੇ ਜੀ, ਮਤਲਬ ਕੁਛ ਖੋਜ ਨੇ 12,000 ਸਾਲ ਕਿਹਾ ਹੈ। ਤੇ ਜਿਹੜੀ 4 ਯੂਨੀਵਰਸਿਟੀਆਂ ਦੀ ਲੇਟੈਸਟ ਖੋਜ ਹੋਈ ਹੈ, ਜਿਹਦੇ ਚ ਹਾਰਵਰਡ ਯੂਨੀਵਰਸਿਟੀ ਵੀ ਹੈ, ਉਹਨਾਂ ਨੇ ਕਿਹਾ ਕਿ ਮਨੁੱਖ ਪੌਦੇ ਜਿਹੜਾ ਹੈ ਧਰਤੀ ਤੇ 22,000 ਸਾਲ ਪਹਿਲਾਂ ਲਾਣਾ ਸ਼ੁਰੂ ਕਰਤੇ ਸੀ ਜੀ। 22,000 ਸਾਲ ਛੱਡ ਦਿਓ, ਤੁਸੀਂ 12,000 ਸਾਲ ਛੱਡ ਦਿਓ, ਨਿਸ਼ਚਿਤ ਹੈ ਜਿਹੜਾ 10,000 ਸਾਲ ਲਾ ਲਓ ਜੀ। 10,000 ਸਾਲ ਤੋਂ ਬੰਦਾ ਡਿਵੈਲਪ ਕਰਦਾ ਆ ਰਿਹਾ, ਇੱਕ ਸਿਸਟਮ ਨੂੰ ਸਟੈਪ ਬਾਈ ਸਟੈਪ ਡਿਵੈਲਪ ਕਰਦਾ ਆ ਰਿਹਾ। 5 ਜੂਨ 2020 ਨੂੰ ਰਾਸ਼ਟਰਪਤੀ 10,000 ਦੇ ਖੇਤੀ ਦੇ ਚੱਲਦੇ ਸਿਸਟਮ ਨੂੰ ਯੂ ਟਰਨ ਦੇ ਇੱਕ ਆਰਡੀਨੈਂਸ ਜਾਰੀ ਕਰਕੇ। ਰਾਸ਼ਟਰਪਤੀ ਕੋਲ ਅਧਿਕਾਰ ਹੀ ਨਹੀਂ ਸੀ, ਉਸਨੇ ਉਸ ਅਧਿਕਾਰ ਦੀ ਇਸ ਤਰ੍ਹਾਂ ਵਰਤੋਂ ਕੀਤੀ ਹੈ, ਉਹ ਸਾਰੇ ਜਿਹੜੇ ਸਟੇਟ ਦੇ ਮਤਲਬ ਰਾਈਟਸ ਹੈ ਉਹਨਾਂ ਨੂੰ ਬਲਡੋਜ਼ ਕਰ। ਸੋ ਇਸ ਕਰਕੇ ਭਾਰਤ ਦੀ ਪਾਰਲੀਮੈਂਟ ਨੇ ਇਸ ਨੂੰ 26 ਤੇ 27 ਜੂਨ ਨੂੰ ਸਪਟੰਬਰ ਨੂੰ 26 ਤੇ 27 ਸਪਟੰਬਰ ਨੂੰ ਬਿੱਲ ਪਾਸ ਕਰਕੇ ਇਹਨਾਂ ਨੂੰ ਐਕਟ ਬਣਾਤਾ, ਐਕਟ ਦਾ ਰੂਪ ਦਿੱਤਾ। ਬਾਅਦ ਚ ਰਾਸ਼ਟਰਪਤੀ ਨੇ ਸਾਈਨ ਕਰ ਉਹਨਾਂ ਦਿਨਾਂ ਦੇ ਅੰਦਰ। ਮਤਲਬ ਇਹ ਇੱਕ ਗੱਲ ਇਹਦੇ ਚ ਖਾਸ ਕਰਕੇ ਜਿਹੜੀ ਨੋਟ ਕਰਨ ਵਾਲੀ ਹੈ, ਮੈਂ ਇਹ ਐਕਟ ਤੇ ਆਰਡੀਨੈਂਸ ਅੱਖਰ ਟੂ ਅੱਖਰ ਮਿਲਾਇਆ, ਕੋਮਾ ਵੀ ਮਿਲਾਇਆ, ਫੁੱਲ ਸਟਾਪ ਵੀ ਮਿਲਾਇਆ ਜੀ। ਮਤਲਬ ਬਈ ਭਾਰਤ ਦੀ ਪਾਰਲੀਮੈਂਟ ਜਿਹੜਾ ਰਾਸ਼ਟਰਪਤੀ ਨੇ ਆਰਡੀਨੈਂਸ ਜਾਰੀ ਕੀਤਾ ਉਹਦੇ ਅੰਦਰ ਇੱਕ ਕੋਮਾ ਵੀ ਨਹੀਂ ਬਦਲ ਸਕੀ, ਇੱਕ ਅੱਖਰ ਵੀ ਨਹੀਂ ਬਦਲ ਸਕੀ, ਕੋਈ ਚ ਇੱਕ ਸਟਾਪ ਵੀ ਨਹੀਂ ਬਦਲ ਸਕੀ ਜੀ। ਐਜ਼ ਇਟ ਇਜ਼ ਉਹ ਆਰਡੀਨੈਂਸ ਐਕਟ ਬਣ ਗਏ ਐਜ਼ ਇਟ ਇਜ਼। ਇਹਦਾ ਮਤਲਬ ਹੈ ਕਿ ਜਮਹੂਰੀਅਤ ਜਿਹੜੀ ਹੈ ਉਹਨਾਂ ਨੇ ਪਾਰਲੀਮੈਂਟ ਇਨੀ ਬੌਨੀ ਕਰਤੀ ਹੈ। ਜੋ ਮਤਲਬ ਆਰਡੀਨੈਂਸ ਰਾਸ਼ਟਰਪਤੀ ਦਾ ਸੁਪਨਾ ਸੀ ਰਾਤ ਨੂੰ ਆਇਆ
5 ਜੂਨ ਨੂੰ ਲਾਗੂ ਹੋਇਆ, ਉਸ ਨੂੰ ਐਜ਼ ਇਟ ਇਜ਼ ਐਕਟ ਦੇ ਤੌਰ ਤੇ ਪਾਸ ਕਰਤਾ। ਇਹ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਪੈਦਾ ਹੋ ਗਈ ਹੈ। ਇਹ ਵਰਚੁਅਲੀ ਅਸਲ 'ਚ ਹੋਇਆ ਕੀ ਹੈ, ਹੋਇਆ ਮਤਲਬ ਕਿਉਂਕਿ ਕਾਰਪੋਰੇਟ ਜਿਹੜਾ ਹੈ ਉਹ ਹੁਣ ਸਾਰੇ ਫੀਲਡਾਂ 'ਚ ਸਟੈਗਨੇਸ਼ਨ ਹੈ, ਮਤਲਬ ਗਰੋਥ ਨਹੀਂ ਹੋ ਰਹੀ। ਗਰੋਥ ਜਿਹੜੀ ਹੈ ਨੈਗੇਟਿਵ ਜਾ ਰਹੀ ਹੈ ਕਿੰਨੀਆਂ ਥਾਵਾਂ ਤੇ, ਇੰਡਸਟਰੀ ਦੇ ਅੰਦਰ ਗਰੋਥ ਨੈਗੇਟਿਵ ਜਾ ਰਹੀ ਹੈ। ਇੱਕ ਐਸਾ ਸੈਕਟਰ ਖੇਤੀ ਦਾ ਹੈ ਜਿਹੜਾ ਚੱਲ ਰਿਹਾ, ਲਗਾਤਾਰ ਗਰੋ ਕਰ ਰਿਹਾ ਜੀ। ਖੇਤੀ ਦੇ ਸੈਕਟਰ ਤੇ ਕਾਰਪੋਰੇਟ ਨੇ ਯੋਜਨਾਬੱਧ ਢੰਗ ਨਾਲ ਕਬਜ਼ਾ ਕਰਨ ਲਈ ਆ ਗਏ ਹੈ ਖੇਤੀ ਦਾ, ਕਿ ਸਾਰਾ ਖੇਤੀ ਦਾ ਸਿਸਟਮ ਜਿਹੜਾ ਹੈ ਉਹਨੂੰ ਕਬਜ਼ਾ ਲਿਆ ਜਾਵੇ। ਇਹਦੇ ਨਾਲ ਸਿੱਧੇ ਐਕਸੈਸ ਉਹਨਾਂ ਨੇ ਕਿਸਾਨ ਦੇ ਖੇਤ ਤੱਕ, ਈਵਨ ਜੇ ਉਹ ਫਸਲ ਘਰੇ ਜਾ ਕੇ ਰੱਖਦਾ ਹੈ, ਘਰੋਂ ਜਿਹੜਾ ਟ੍ਰੇਡ ਏਰੀਆ ਉਹਨਾਂ ਨੇ ਉਹ ਵੀ ਕਰਤਾ ਵੀ ਜੀ ਫਾਰਮ ਗੇਟ ਜਿਹੜਾ ਟ੍ਰੇਡ ਏਰੀਆ ਬਣਾਤਾ ਵੀ ਉਹ ਘਰੋਂ ਵੀ ਜਾ ਕੇ ਫਸਲ ਚੱਕਦਾ ਉਹ ਟ੍ਰੇਡ ਏਰੀਆ ਹੋਊਗਾ, ਘਰ ਤੱਕ ਵੀ ਐਕਸੈਸ ਦੇਤੀ ਕਿਸਾਨ ਨੂੰ। ਪਹਿਲੇ ਵਾਰੀ ਹੋਇਆ ਜਿਹੜਾ ਖੇਤੀ ਦਾ ਸਾਰਾ ਬਿਜ਼ਨਸ ਹੈ ਉਹ ਹਥਿਆਣਾ ਚਾਹੁੰਦੇ ਆ। ਭਾਰਤ ਦੀ ਜਿਹੜੀ ਟੋਟਲ ਖੇਤੀਯੋਗ ਰਕਬਾ ਹੈ ਸਾਰੇ ਸੰਸਾਰ 'ਚ ਦੂਜੇ ਨੰਬਰ ਤੇ ਹੈ। ਟੈਰੀਟਰੀ ਭਾਵੇਂ ਸਾਡੀ ਛੋਟੀ ਹੈ ਬਹੁਤ ਸਾਰੇ ਮੁਲਕਾਂ ਨਾਲੋਂ, ਪਰ ਖੇਤੀਯੋਗ ਰਕਬਾ ਸਾਡਾ 39 ਕਰੋੜ 46 ਲੱਖ ਏਕੜ ਹੈ। ਤੇ ਉਸ 39 ਕਰੋੜ 46 ਲੱਖ ਏਕੜ ਚੋਂ ਜਿਹੜਾ ਵਪਾਰ ਹੈ ਖੇਤੀ ਦਾ ਉਹ 12 ਲੱਖ ਕਰੋੜ ਦਾ ਸਾਰੇ ਸੰਸਾਰ 'ਚ ਸਭ ਤੋਂ ਵੱਡਾ ਵਪਾਰ ਸਾਡਾ ਹੈ, ਪਹਿਲੇ ਨੰਬਰ ਤੇ। ਉਸ ਵਪਾਰ ਨੂੰ ਹਥਿਆਣਾ ਚਾਹੁੰਦੇ ਆ। ਇਸ ਲਈ ਉਹਨਾਂ ਨੇ ਐਕਟ, ਉਹਨਾਂ ਦੇ ਜਿਹੜੇ ਕਾਰਪੋਰੇਟ ਦੇ ਐਕਸਪਰਟਸ ਹੈ ਉਹਨਾਂ ਨੇ ਬਣਾਤੇ ਤੇ ਸਰਕਾਰ ਨੇ ਇਹਦੇ ਠੱਪੇ ਲਾਏ। ਬਿਲਕੁਲ ਜੀ, ਆਪਾਂ ਨਾਲ ਆਪਣੇ ਕਾਲਰ ਵੀ ਜੁੜੇ ਆ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਕਾਲਾਂ ਵੀ ਲੈਣੇ ਆ। ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 905 405 0002 ਤੇ, ਜਾਂ WhatsApp ਤੇ ਵੀ ਕਾਲ ਕਰ ਸਕਦੇ ਪੂਰੀ ਦੁਨੀਆ 'ਚ +1 ਲਾ ਕੇ 905 405 0002 ਜਾਂ ਫਿਰ 905 867 2770 ਤੇ ਕਾਲ ਕੀਤੀ ਜਾ ਸਕਦੀ ਹੈ। ਜੇ ਤੁਹਾਡੀ ਇਜਾਜ਼ਤ ਹੈ ਜੀ ਆਪਾਂ ਕਾਲਰ ਲੈ ਲਈਏ ਨਾਲ ਜੀ। ਬਿਲਕੁਲ ਲਓ ਜੀ, ਬਿਲਕੁਲ ਲਓ ਜੀ, ਬਿਲਕੁਲ ਜੀ, ਹੋਲਡ ਰੱਖਿਓ ਜੀ ਆਪਾਂ। ਹਾਂ 0841 ਸਵਾਗਤ ਹੈ ਵੀਰ ਜੀ। वीर जी की हाल ने? वधिया जी वधिया, तुसीं सुनाओ। हिंदुस्तान की जय भाई साहब, हिंदुस्तान की जय। तो हिंदुस्तान तो है ही नहीं जी, है ही भारत आ वो उदे मारना जाता। हिंदुस्तान तो ना ही किते नहीं गा, हिंदुस्तान का ना किते संविधान दे विच आ, जां भारत आ जां इंडिया आ। हिंदुस्तान बना भावें देण मोदी होनी, हाले तक हिंदुस्तान नहीं हैगा। चलदे अगली कॉल ते। हाँ जी 9806 सवागत है जी। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭਾਈ, ਤੁਹਾਨੂੰ ਤੇ ਐਡਵੋਕੇਟ ਸਾਹਿਬ ਨਾਲ ਵੀ ਜੀ ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਚਲੋ ਬਹੁਤ ਲੋਕ ਕਹਿੰਦੇ ਆ ਵੀ ਸਾਨੂੰ ਪਤਾ ਨਹੀਂ ਹੈ ਕਾਲੇ ਕਾਨੂੰਨ ਆ, ਵੀਰ ਜੀ ਨੇ ਦੱਸਿਆ ਕਾਲਿਆਂ ਦਾ ਵੀ ਸ਼ਬਦ ਹੈ ਨਹੀਂ, ਕਾਲਿਆਂ ਦਾ ਵੀ ਮਤਲਬ ਮਾੜੇ ਆ ਜਾਣੀ ਕਿ। ਜੀ ਜੀ ਜੀ। ਤੇ ਹੁਣ ਜਿਹਨੂੰ ਨਹੀਂ ਪਤਾ ਲੱਗਣਾ ਆ ਉਹ ਤਾਂ ਮੈਂ ਸਮਝਣਾ ਨਹੀਂ ਹੈਗਾ। ਹੁਣ ਵੀ ਬਹੁਤ ਸ਼ੁਕਰੀਆ ਤੁਹਾਡਾ, ਮੇਰੇ ਕੋਲ ਸ਼ਬਦ ਨਹੀਂ ਹੈ ਦੋਨਾਂ ਵੀਰਾਂ ਦਾ ਥੈਂਕ ਯੂ ਕਰਨ ਲਈ, ਕਲੀਅਰ ਕਰਨ ਲਈ ਗੱਲ। ਤੇ ਬਾਕੀ ਕਈ ਮੀਡੀਆ ਇਦਾਂ ਦੇ ਆ ਵੀਰ ਜੀ, ਐਡਵੋਕੇਟ ਸਾਹਿਬ ਜੀ, ਇਹ ਫਿਰ ਜਿੱਦਾਂ ਤੁਸੀਂ ਹੁਣ ਦੱਸਿਆ ਨਾ, ਜਿਹੜੇ ਨਹੀਂ ਮੰਨਣਾ ਉਹ ਤੁਹਾਡੇ ਤੇ ਕਾਮਰੇਡ ਇਹਨਾਂ ਨੇ ਦਾਗ ਲਾਉਣਾ ਕਾਮਰੇਡ ਦਾ ਜੀ। ਇਹ ਵਕੀਲ ਸਾਹਿਬ ਕਾਮਰੇਡ ਆ, ਉਹ ਆਪ ਇੱਥੇ ਆ ਕੇ ਨਾ ਮੱਝਾਂ ਵੇਚਦੇ, ਝੋਟੇ ਵੇਚਦੇ, ਆ ਕੇ ਉਹਨਾਂ ਦੇ ਹੱਥ ਸਪੀਕਰ ਆ ਗਿਆ ਮਾਈਕ ਮੀਡੀਆ 'ਚ, ਘਰ ਵੇਚਣ ਲੱਗ ਪਏ ਝੋਟੇ ਵੇਚਦੇ, ਪਰ ਉਹ ਹੱਲੇ ਵੀ ਨਹੀਂ ਮੰਨਦੇ। ਪਰ ਫਿਰ ਵੀ ਤੁਹਾਡਾ ਸ਼ੁਕਰੀਆ ਕਰਦਾ। ਮਾਫ ਕਰਨਾ ਵੀਰ, ਇਦਾਂ ਕਿਸੇ ਤੇ ਇਲਜ਼ਾਮ ਨਹੀਂ ਲਾਈਦਾ ਹੁੰਦਾ। ਤੁਸੀਂ ਸਾਨੂੰ ਕਹਿ ਸਾਡੀ ਗੱਲ ਸਾਡੇ ਨਾਲ ਕਰਿਆ ਕਰੋ। ਧੰਨਵਾਦ ਵੀਰ, ਧੰਨਵਾਦ ਜੀ। ਬਿਲਕੁਲ ਜੀ, ਕਿਉਂਕਿ ਅਵੇਅਰਨੈਸ ਦੀ ਕਾਫੀ ਜ਼ਿਆਦਾ ਘਾਟ ਆ ਸਰਦਾਰ ਜੋਗਿੰਦਰ ਸਿੰਘ ਜੀ। ਸਾਰੇ ਪਹਿਲਾਂ ਤੇ ਇਹ ਨਹੀਂ ਪਤਾ, ਸੈਕੰਡ ਜਿਹੜਾ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਤੇ ਇਹਨਾਂ ਦੇ ਕੋਲ ਬਹੁਮਤ ਸੀਗਾ, ਜਿਹੜਾ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ, ਬਿਨਾਂ ਰਾਜ ਸਭਾ ਦੇ ਬਹੁਮਤ ਤੋਂ ਹੀ ਇਹਨਾਂ ਨੇ ਪਾਸ ਕਰਤਾ ਜੀ। ਬਿਲਕੁਲ ਜੀ, ਉਹਦੇ ਚ ਜਿਹੜਾ ਹੈ ਨਾ ਵਰਚੁਅਲੀ ਅਸਲ ਚ ਰਾਜ ਸਭਾ ਜੇ ਇੱਕ ਮੈਂਬਰ ਵੀ VOTING ਲਈ ਕਹਿੰਦਾ ਹੈ, ਬੇਸਿਕਲੀ ਕਨਸਟੀਟਿਊਸ਼ਨ ਕਹਿੰਦਾ ਹੈ, ਤਾਂ VOTING ਕਰਾਣੀ ਚਾਹੀਦੀ ਹੈ। ਉੱਥੇ ਤਾਂ ਉਹਨਾਂ ਨੇ ਬਿਲਕੁਲ ਜਿਵੇਂ ਕੀਤਾ ਨਾ ਧੱਕਾ ਕਰਕੇ, ਉਹ ਸਾਰਾ ਕੁਝ ਇੱਕ ਪ੍ਰੋਸੀਜਰ ਹੈ ਕਿਸੇ ਨੂੰ ਬਣਾਉਣ ਦਾ, ਉਹ ਸਾਰਾ ਪ੍ਰੋਸੀਜਰ ਮਤਲਬ ਡੈਮੇਜ ਕਰਕੇ ਤਾਂ ਉਹਨਾਂ ਨੇ ਰਾਜ ਸਭਾ ਪਾਸ ਕੀਤਾ ਹੈ। ਰਾਜ ਸਭਾ ਚ ਪਾਸ ਹੋ ਨਹੀਂ ਸੀ ਸਕਦਾ, ਪਰ ਉਹਨਾਂ ਨੇ ਧੱਕੇ ਨਾਲ ਹੀ ਕਰ ਲਿਆ ਪਾਸ। ਰਾਜ ਸਭਾ ਦੇ ਅੰਦਰ ਕਾਨੂੰਨੀ ਪ੍ਰਕਿਰਿਆ ਜਿਹੜੀ ਰਾਜ ਸਭਾ ਚ ਪਾਸ ਕਰਨ ਦੀ ਉਹ ਅਡਾਪਟ ਨਹੀਂ ਕੀਤੀ ਗਈ। ਜੀ ਜੀ ਬਿਲਕੁਲ ਜੀ ਬਿਲਕੁਲ। ਇੱਕ ਸਵਾਲ ਹੋਰ ਬੜਾ ਵੱਡਾ ਖੜਾ ਹੁੰਦਾ ਜੀ, ਜਿਹੜੀ ਜਿੱਦਾਂ ਤੁਸੀਂ ਰਾਸ਼ਟਰਪਤੀ ਦੀ ਗੱਲ ਕੀਤੀ ਹੈ, ਰਾਸ਼ਟਰਪਤੀ ਨੇ ਇਹਨੂੰ ਪਾਸ ਕਰ ਦਿੱਤਾ। ਰਾਸ਼ਟਰਪਤੀ ਭਾਰਤ ਦੇ ਵਿੱਚ ਰਬੜ ਦੀ ਮੋਹਰ ਆ, ਉਹਦੇ ਕੋਲ ਤਾਂ ਪਾਵਰ ਹੀ ਕੁਛ ਨਹੀਂ ਹੈਗੀ। ਉਹ ਤਾਂ ਜੋ ਉਹਨਾਂ ਨੇ ਕਹਿ ਦਿੱਤਾ, ਖਾਸ ਕਰਕੇ ਜਿਹੜਾ ਹੁਣ ਰਾਸ਼ਟਰਪਤੀ ਉਹਨੂੰ ਤਾਂ ਮੰਦਰ ਦੇ ਵਿੱਚ ਨਹੀਂ ਵੜਨ ਦਿੱਤਾ, ਕਿਉਂਕਿ ਉਹ ਦਲਿਤ ਭਾਈਚਾਰੇ ਦੇ ਨਾਲ ਰਿਲੇਟਡ ਆ, ਤਾਂ ਉਹ ਕਿਸੇ ਮੰਦਰ ਦੇ ਵਿੱਚ ਗਿਆ ਸੀਗਾ। ਚਲੋ ਇਹ ਵਿਸ਼ਾ ਵੱਖਰਾ ਆ, ਉਹਨੂੰ ਉੱਥੇ ਨਹੀਂ ਵੜਨ ਦਿੱਤਾ। ਉਹਨੇ ਵਿਚਾਰੇ ਨੇ ਪਾਵਰ ਕਿੰਨੀ ਕੁ ਵਰਤਣੀ ਹੋਵੇ, ਮੇਰੇ ਵਰਗਾ ਮਾਤੜੀ ਆ ਜੀ ਉਹ, ਜਿੱਥੇ ਉਹਨਾਂ ਨੇ ਕਹਿ ਦਿੱਤਾ, ਕਹਿੰਦਾ ਹੁਣ ਸ਼ੁਕਰ ਹੈ ਮੈਂ ਰਾਸ਼ਟਰਪਤੀ ਬਣਿਆ, ਜਿਹੜੇ ਸਾਲ 2 ਸਾਲ ਇਹਦੇ ਪੂਰੇ ਕਰਨਾ। ਪਰ ਪਾਵਰਾਂ ਜਿਹੜੀਆਂ ਰਾਸ਼ਟਰਪਤੀ ਦੇ ਕੋਲ ਇੰਨੀ ਪਾਵਰ ਹੁੰਦੀ ਨਹੀਂ ਜੀ ਉਹ ਪਾਰਲੀਮੈਂਟ ਦੇ ਫੈਸਲੇ ਨੂੰ ਟਾਲ ਸਕੇ, ਕਿਉਂਕਿ ਸਰਕਾਰ ਜਿਹੜੀ ਭਾਰੀ ਬਹੁਮਤ ਦੇ ਵਿੱਚ ਆ, ਡਿਕਟੇਟਰ ਦਾ ਰੋਲ ਅਦਾ ਕਰ ਰਹੀ ਹੈ। ਸਰਕਾਰ ਨੂੰ ਪਤਾ ਹੀ ਨਹੀਂ ਹੈ ਵੀ ਜੇ ਸਾਡੀ ਕਿਸਾਨੀ ਰੁਲ ਗਈ ਤੇ ਅਸੀਂ ਜੋ ਕਰ ਰਹੇ ਹਾਂ ਸਰਕਾਰ ਬਣਾਉਣੀ ਕਿਹਦੇ ਸਿਰ ਤੇ ਆ ਜੀ।
ਜਿੱਥੋਂ ਤੱਕ ਰਾਸ਼ਟਰਪਤੀ ਦਾ ਸਵਾਲ ਹੈ ਚੰਦੀ ਜੀ, ਰਾਸ਼ਟਰਪਤੀ ਜਿਹੜਾ ਹੈ ਨਾ, ਜਦੋਂ ਰਾਸ਼ਟਰਪਤੀ ਬਣਾਇਆ ਗਿਆ, ਰਾਸ਼ਟਰਪਤੀ ਦੇ ਪਿੱਛੇ ਜਨਰਲੀ ਜਦੋਂ ਰਾਸ਼ਟਰਪਤੀ ਬਣਦੇ ਆ ਤੇ ਬਣਾਉਣੇ ਜਾਣੇ ਚਾਹੀਦੇ, ਉਹਦੇ ਪਿੱਛੇ ਕੋਈ ਇਤਿਹਾਸ ਹੁੰਦਾ ਜੀ। ਤੁਸੀਂ ਉਹਨਾਂ ਦੇ ਜਿਹੜੀ, ਜੇ ਤੁਸੀਂ ਚੱਕੋਗੇ ਇਹਦੀ ਬਾਇਓਗ੍ਰਾਫੀ ਕਿਤੇ ਥੋੜੀ ਬਹੁਤੀ ਵੀ ਕਿਤੇ ਸਰਚ ਮਾਰੋਗੇ, ਉਹਦੀ ਸੁਸਾਇਟੀ ਦੇ ਕਿਸੇ ਫੀਲਡ 'ਚ ਵੀ ਕੋਈ ਕੰਟਰੀਬਿਊਸ਼ਨ ਨਹੀਂ। ਬਿਲਕੁਲ। ਸ਼ਾਇਦ ਉਸ ਨੂੰ ਜਿਸ ਦਿਨ ਉਹ ਰਾਸ਼ਟਰਪਤੀ ਬਣਿਆ ਉਸ ਤੋਂ ਪਹਿਲੇ ਦਿਨ ਉਹਦਾ ਗੁਆਂਢੀ ਵੀ ਨਾ ਜਾਣਦਾ ਹੋਵੇ। ਉਹ ਇੱਕ ਆਮ ਵਕੀਲ ਹੈ, ਸਧਾਰਨ ਜੀ। ਉਸ ਫੀਲਡ 'ਚ ਵੀ ਉਹ ਕੋਈ ਐਸੀ ਹਸਤੀ ਨਹੀਂ ਹੈ ਜਿਹਦਾ ਕੋਈ ਨਾਮ ਹੋਵੇ। ਤਾਂ ਕੁਦਰਤੀ ਤੌਰ ਤੇ ਉਹਨਾਂ ਨੇ ਬਣਾਇਆ ਹੀ ਇਸ ਲਈ ਹੈ ਵੀ ਅਸੀਂ ਜਿਹੜੇ ਮਰਜ਼ੀ ਠੱਪੇ ਉਹਦੇ ਤੋਂ ਲਵਾਈਏ, ਜੇ ਕੈਲੀਬਰ ਦਾ ਕੋਈ ਬੰਦਾ ਹੋਊਗਾ ਤਾਂ ਕੁਦਰਤੀ ਤੌਰ ਤੇ ਕਿਤੇ ਨਾ ਕਿਤੇ ਅੜੂਗਾ। ਬਿਲਕੁਲ ਜੀ। ਦੂਜਾ ਜਿਹੜਾ ਆਰਡੀਨੈਂਸ ਜਾਰੀ ਕਰਨਾ, ਇਹ ਤਾਂ ਹੋ ਗਿਆ ਨਾ, ਪਾਰਲੀਮੈਂਟ ਨੇ ਜਿਹੜੇ ਪਾਸ ਕਰਤੇ ਉਹਨੇ ਠੱਪੇ ਲਾਉਣੇ ਹੀ ਲਾਉਣੇ ਸੀ। ਆਰਡੀਨੈਂਸ ਜਾਰੀ ਕਰਨਾ ਤਾਂ ਪੂਰੀ ਉਹਦਾ ਅਧਿਕਾਰ ਸੀ ਨਾ, ਉਹ ਤਾਂ ਪਹਿਲਾਂ ਉਹਨੇ ਜਾਰੀ ਕੀਤੇ ਆ। ਉਹ ਜਿਹੜੇ ਐਕਸਪਰਟਸ ਨੇ ਬਣਾ ਕੇ ਦਿੱਤੇ, ਉਹਦੇ ਤੇ ਉਹਨੇ ਠੱਪਾ ਲਾਤਾ ਆਰਡੀਨੈਂਸ ਦੇ ਰੂਪ 'ਚ ਜਾਰੀ ਕਰ ਜੀ। ਸੋ ਇਹੋ ਜਿਹੇ ਜਦੋਂ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਬਣਾਓਗੇ ਤਾਂ ਕੁਦਰਤੀ ਤੌਰ ਤੇ ਜਿਹੜੇ ਮੁਲਕ ਦੇ ਲੋਕ ਹੈ, ਇਸ ਮਤਲਬ ਮੁਲਕ ਦੀ ਡੈਮੋਕ੍ਰੇਸੀ ਹੈ ਜਾਂ ਇੰਸਟੀਟਿਊਸ਼ਨਸ ਹੈ ਮੁਲਕ ਦੀ, ਉਹਨਾਂ ਨੂੰ ਖਤਰਾ ਡੈਫੀਨਿਟਲੀ ਖੜਾ ਹੋ। ਉਹ ਖਤਰਾ ਖੜਾ ਹੈ, ਬਹੁਤ ਵੱਡਾ ਖਤਰਾ ਖੜਾ। ਇਹ ਪਾਰਲੀਮਾਨੀ ਜਮਹੂਰੀਅਤ ਨੂੰ ਖਤਰਾ ਇਸ ਤਰ੍ਹਾਂ ਦੇ ਬੰਦਿਆਂ ਦੇ ਆਉਣ। ਬਿਲਕੁਲ ਜੀ। ਆਪਣੇ ਨਾਲ ਕਾਲਾਂ ਸਾਰੀਆਂ ਫਰੈਸ਼ ਕਰ ਰਹੀਆਂ ਜੀ, ਆਪਾਂ 1 ਬਾਈ 1 ਔਨ 에ਅਰ ਕਰਦੇ ਹਾਂ। ਤੁਹਾਨੂੰ ਵੀ ਬੇਨਤੀ ਜੀ, ਥੋੜਾ ਜਿਹਾ ਆਪਾਂ ਆਨਸਰ ਜਿਹੜਾ ਸ਼ਾਰਟ ਦੇ ਵਿੱਚ ਹੀ ਰੱਖਣਾ, ਕਿਉਂਕਿ ਫਿਰ ਵੱਧ ਤੋਂ ਵੱਧ ਆਪਾਂ ਕਾਲਾਂ ਲੈ ਸਕੀਏ। ਹਾਂਜੀ ਜੀ। 2929 ਸਵਾਗਤ ਹੈ ਵੀਰ ਜੀ। ਹੈਲੋ, ਸੁਖਵਿੰਦਰ ਸਿੰਘ ਜੀ ਤੇ ਵੀਰ ਐਡਵੋਕੇਟ ਸਾਹਿਬ ਜਿਹੜੇ ਪਟਿਆਲੇ ਤੋਂ ਆਏ ਨੇ, ਦੋਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਸੁਖਵਿੰਦਰ ਸਿੰਘ ਜੀ, ਜਿਹੜਾ ਤੁਸੀਂ ਜਦੋਂ ਆਪਾਂ ਨੂੰ ਇੰਨੀ ਨੌਲੇਜ ਜਾਣਕਾਰੀ ਨਹੀਂ ਹੁੰਦੀ ਤੇ ਜਿਵੇਂ ਮੈਂ ਸੁਣਦਾ ਵੀਰ ਨੇ ਕਿਤਾਬ 'ਚ ਹੀ ਲਿਖ ਦਿੱਤਾ, ਕਾਨੂੰਨ ਤੇ ਸਟੱਡੀ ਕੀਤੀ ਪੂਰੀ ਆਪਣੀ ਟੀਮ ਲਾ ਕੇ। ਤੇ ਦੂਜੀ ਗੱਲ ਹੈ, ਇਹਨਾਂ ਕਾਨੂੰਨਾਂ ਦੀ ਲਾਗੂ ਤਾਂ ਸਾਰੇ ਭਾਰਤ ਤੇ ਹੁੰਦਾ ਕਿਸਾਨਾਂ ਦੇ, ਪਰ ਜਿਹੜਾ ਬਹੁਤ ਛੇਤੀ ਅਵੇਅਰਨੈਸ ਜਿਹੜੀ ਆਈ ਪੰਜਾਬ ਦੇ ਕਿਸਾਨਾਂ ਨੇ ਉਸੇ ਵੇਲੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜੀ। ਹਾਲਾਂਕਿ ਹੋ ਸਕਦਾ ਵਕੀਲਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਹੋਵੇ ਜਾਂ ਵਕੀਲਾਂ ਨੇ ਬਾਅਦ ਚ ਪੜ੍ਹਿਆ। ਤੇ ਦੂਜੀ ਗੱਲ ਸਿਕੰਦਰ, ਮੈਂ ਪੁੱਛਿਆ ਜੇ ਰਾਜ ਸਭਾ ਦੇ ਵਿੱਚ ਉਹਨਾਂ ਧੱਕੇ ਨਾਲ ਜਿਹੜਾ ਕਾਨੂੰਨ ਪਾਸ ਕੀਤਾ ਬਹੁਮਤ ਨਹੀਂ ਹੈਗਾ ਜੀ, ਉਹਨੂੰ ਚੈਲੰਜ ਨਹੀਂ ਦੇ ਸਕਦੇ ਕੋਰਟ ਦੇ ਵਿੱਚ? ਚੈਲੰਜ ਵੀਰ ਕਿਹੜੀ ਕੋਰਟ 'ਚ ਕਰਨਾ, ਉਹ ਵੀ ਉਹਨਾਂ ਦੀ ਉਹ ਵੀ ਉਹਨਾਂ ਦੇ ਦਬਾਅ ਥੱਲੇ ਹੀ ਆ। ਰੀੜ ਦੀ ਹੱਡੀ ਹੈ ਨਹੀਂ ਸੁਪਰੀਮ ਕੋਰਟ ਦੀ, ਚੈਲੰਜ ਤਾਂ ਉੱਥੇ ਦਿੱਤਾ ਜਾਊਗਾ ਨਾ, ਜੇ ਉਹਨਾਂ ਦੀ ਕਿਹੜਾ ਇੰਨੀ ਪਾਵਰ ਆ। ਨਹੀਂ, ਮੈਂ ਵੈਸੇ ਆਪਣੇ ਐਡਵੋਕੇਟ ਵੀਰ ਜੀ ਨੂੰ ਪੁੱਛਣਾ ਚਾਹੁੰਦਾ ਵੀ ਉਹਨੂੰ ਚੈਲੰਜ ਕਰ ਸਕਦੇ ਆਪਾਂ ਕਿ ਨਹੀਂ ਕਰ ਸਕਦੇ। ਦੂਜੀ ਗੱਲ ਆ ਵੀ ਜਿੱਦਾਂ ਹੁਣ ਈਵੀ ਮਸ਼ੀਨਾਂ ਦਾ ਇੰਨਾ ਰੌਲਾ ਪੈਂਦਾ, ਜਿੱਥੇ 90 ਵੋਟਾਂ ਸੀ ਤਾਂ ਉੱਥੇ 170-71 ਨਿਕਲੀਆਂ, ਤੇ ਬੰਗਾਲ ਦੇ ਵਿੱਚ ਅਸਾਮ ਦੇ ਵਿੱਚ ਹੇਰਾਫੇਰੀ ਦੀ ਬਹੁਤ ਰੌਲੀ ਪੈ ਰਹੀ ਆ। 181 ਵੋਟਾਂ। ਹਾਂਜੀ ਹਾਂਜੀ। ਇੱਕ ਤਾਂ ਸਾਡੇ ਲੋਕਾਂ 'ਚ ਮੈਨੂੰ ਲੱਗਦਾ ਵੀ ਅਸੀਂ ਗੁਲਾਮੀ ਦਾ ਜੂਲਾ ਪਾ ਹੀ ਲਿਆ ਵੀ ਮੋਢੇ ਤੇ ਵੀ ਜੋ ਹੁੰਦਾ ਹੋਈ ਜਾਵੇ, ਬੋਲਣਾ ਹੀ ਨਹੀਂ, ਕਿਉਂਕਿ ਲੋਕ ਲਹਿਰ ਏਦਾਂ ਦੇ ਕੈਮਰੇ ਤੇ ਪਬਲਿਕ ਲੋਕਾਂ ਨੂੰ ਉੱਠਣਾ ਚਾਹੀਦਾ ਕਿਸਾਨੀ ਮੁੱਦੇ ਤੇ ਵੀ, ਤੇ ਜਿਹੜਾ ਆ ਈਵੀ ਮਸ਼ੀਨਾਂ ਦਾ ਜਿਹੜਾ ਘਪਲੇ ਲਾਉਣਾ ਆ ਜੀ। ਲੋਕ ਇਕੱਠੇ ਨਹੀਂ ਰਹੇ ਸਾਰੇ ਭਾਰਤ ਦੇ ਵਿੱਚ, 3-4 ਸੂਬੇ ਜ਼ਿਆਦਾ ਜਾਂ ਕਿਸਾਨਾਂ ਦੇ ਮੁੱਦਿਆਂ ਤੇ ਵੀ, ਤੇ ਇਹਨੇ ਇੰਨਾ ਧਾਂਦਲੀ ਹੋ ਰਹੀ ਆ ਜਿੱਦਾਂ ਲੋਕਾਂ ਨੇ ਗੁਲਾਮੀ ਕਬੂਲ ਹੀ ਕਰ ਲਈ ਆ। ਐਡਵੋਕੇਟ ਜੀ ਜ਼ਰੂਰ ਇਹ ਪੜ੍ਹੇ ਲਿਖੇ ਨੇ, ਉਹ ਜ਼ਰੂਰ ਇਹ ਦੋਨਾਂ ਨੁਕਤਿਆਂ ਤੇ ਜਵਾਬ ਦੇਣ ਵੀ ਇੱਕ ਜੇ ਅਸੀਂ ਚੈਲੰਜ ਦੇ ਸਕਦੇ ਹਾਂ ਜਿਹੜਾ ਉਹਨਾਂ ਧੱਕਾ ਕੀਤਾ ਰਾਜ ਸਭਾ ਦੇ ਵਿੱਚ, ਤੇ ਦੂਜਾ ਜਿਹੜੀ ਅਸੀਂ ਕਿਉਂ ਨਹੀਂ ਇਸ ਤੇ ਵੀ ਚੈਲੰਜ ਕਰ ਸਕਦੇ ਕੋਰਟ ਨੂੰ, ਜਾਂ ਚੋਣ ਕਮਿਸ਼ਨਰ ਵੀ ਉਹਨਾਂ ਦਾ ਹੀ ਇੱਕ ਤਰ੍ਹਾਂ ਵਿਖੇ ਹੀ ਹੋ ਗਿਆ ਉਹ ਜੀ। ਤੇ ਸਾਨੂੰ ਇਹ ਤਾਂ ਛੁਟਕਾਰਾ ਤਾਂ ਪਾਉਣਾ ਪੈਣਾ ਨਾ ਵੀ ਜਾਂ ਜਿਹੜੀਆਂ ਲੀਗਲ ਟੀਮਾਂ ਇਹ ਵਿਚਾਰ ਦੇਣ ਜਾਂ ਇਹ ਮੂਵਮੈਂਟ ਕੋਈ ਖੜੀ ਕਰਨ ਵੀ ਲੋਕਾਂ ਨੇ ਭਾਰਤ ਦੇ ਵਿੱਚ ਵੀ ਜਿਹੜਾ ਮਸ਼ੀਨਾਂ ਦਾ ਵੀ ਉਹ ਕੱਢਿਆ ਜਾਵੇ ਲੋਕਾਂ ਦੇ ਜੀ। ਜ਼ਰੂਰ ਨਾ ਜਵਾਬ। ਧੰਨਵਾਦ ਵੀਰ ਜੀ, ਧੰਨਵਾਦ ਜੀ। ਸਰਦਾਰ ਜੋਗਿੰਦਰ ਸਿੰਘ ਜੀ ਹੁਣੀ ਜੰਦੂਰ ਸਾਹਿਬ ਜਦੋਂ ਕੈਨੇਡਾ ਆਏ ਸੀ ਜੀ, ਆਪਣੇ ਸਟੂਡੀਓ ਦੇ ਵਿੱਚ ਵੀ ਆਏ। ਉਹਨਾਂ ਨੇ ਗੁਰਿੰਦਰ ਸਿੰਘ ਆਹਲੂਵਾਲੀਆ ਦੇ ਨਾਲ ਆਪਣੇ ਸਟੂਡੀਓ ਦੇ ਵਿੱਚ ਵੀ ਸ਼ੋਅ ਕੀਤਾ ਸੀਗਾ। ਚੰਗੀ ਅਵੇਅਰਨੈਸ ਦੇਣੀ ਚਾਹੁੰਦੇ ਆ ਸਾਰਿਆਂ ਦੇ, ਬੜੀ ਨੌਲੇਜ ਰੱਖਦੇ। ਧੰਨਵਾਦ ਵੀਰ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਇਹਦੇ ਚ ਹੈ ਵੀਰ ਜੀ, ਮੈਂ ਜਿਹੜਾ ਇਹਨਾਂ ਦਾ ਬੜਾ ਰੈਲੀਵੈਂਟ ਕੁਐਸਚਨ ਹੈ, ਬਹੁਤ ਅੱਛਾ ਸਵਾਲ ਹੈ ਇਹਨਾਂ ਦਾ। ਇਹ ਸਵਾਲ ਸਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਆਇਆ। ਇਸ ਅੰਦੋਲਨ ਦਾ ਇੱਕ ਮਤਲਬ ਜਿਹੜਾ ਬਹੁਤ ਵੱਡਾ ਪਹਿਲੂ ਇਹ ਹੈ ਵੀ ਜਿਹੜੀ ਲੀਗਲ ਫਰੈਟਰਨਿਟੀ ਹੈ, ਸੁਪਰੀਮ ਕੋਰਟ ਤੋਂ ਲੈ ਕੇ ਥੱਲੇ ਕੋਰਟਾਂ ਤੱਕ ਵਕੀਲ ਬਹੁਤ ਵੱਡੀ ਮਤਲਬ ਪੈਮਾਨੇ ਤੇ ਇਸ ਅੰਦੋਲਨ ਦੇ ਹੱਕ ਚ ਆਏ ਜੀ। ਇਸ ਅੰਦੋਲਨ ਦਾ ਇੱਕ ਪਹਿਲੂ ਇਹ ਦੂਜਾ ਹੈ ਕਿ ਵਕੀਲਾਂ ਦੀਆਂ ਟੀਮਾਂ ਨੇ, ਬਾਰ ਕੌਂਸਲਸ ਨੇ, ਬਾਰ ਐਸੋਸੀਏਸ਼ਨਸ ਨੇ ਇਹ ਕਿਹਾ ਹੈ ਕਿ ਅਸੀਂ ਤੁਹਾਡੀ ਹਰ ਥਾਂ ਤੇ, ਭਾਰਤ ਦੇ ਕਿਸੇ ਵੀ ਕੋਨੇ ਸਾਨੂੰ ਜਾਣਾ ਪਵੇ ਇੰਡੀਆ ਦੇ ਚ, ਅਸੀਂ ਤੁਹਾਡੇ ਕੇਸ ਹਰ ਤਰ੍ਹਾਂ ਦੇ ਫ੍ਰੀ ਲੜਨ ਲਈ ਤਿਆਰ ਆ। ਬਿਲਕੁਲ ਜੀ। ਉਹ ਵਕੀਲ ਵੀ ਇਸ ਤਰ੍ਹਾਂ ਦੇ ਨਹੀਂ, ਵਕੀਲਾਂ ਦਾ ਵੀ ਬਹੁਤ ਵੱਡਾ ਫੇਸ ਹੈ ਜਿਹੜੇ ਸਾਹਮਣੇ ਆਏ ਹੈ ਜੀ। ਇੱਕ ਕੁਐਸਚਨ
ਜੇ ਹੁਣ ਮੈਨੂੰ ਵੀ ਕੋਈ ਸਵਾਲ ਜਿਹੜਾ ਉਹਨਾਂ ਨੇ ਕੀਤਾ ਮੈਨੂੰ ਕਰੇ ਕਿ ਤੁਸੀਂ ਸੁਪਰੀਮ ਕੋਰਟ 'ਚ ਚਲੇ ਜਾਓ, ਇੱਕ ਗੱਲ ਹੈ ਕਲੀਅਰ ਹੈ ਕਿ ਅਨਕਨਸਟੀਟਿਊਸ਼ਨਲ ਹੈ ਲਾ 100%, ਇਹਦੇ 'ਚ ਕੋਈ ਰੌਲਾ ਨਹੀਂ। ਪਰ ਮੈਂ ਡਰੂੰਗਾ ਸੁਪਰੀਮ ਕੋਰਟ ਜਾਣ ਤੋਂ, ਕਿਉਂਕਿ ਸੁਪਰੀਮ ਕੋਰਟ ਨੇ ਆਪਣੀ ਕ੍ਰੈਡੀਬਿਲਿਟੀ ਗਵਾਲੀ ਹੈ ਜੀ। ਸੁਪਰੀਮ ਕੋਰਟ ਮਤਲਬ ਜਿਵੇਂ ਹੁੰਦਾ ਨਾ ਕਿਸੇ ਸਰਕਾਰ ਦਾ, ਜਿਵੇਂ ਉਹਨਾਂ ਨੇ ਕਿਹਾ ਸੀ ਤੋਤਾ ਬਣ ਗਿਆ, CBI ਤੋਤਾ ਬਣ ਗਈ ਹੈ ਸਰਕਾਰ ਦਾ, ਸੁਪਰੀਮ ਕੋਰਟ ਨੇ ਇੰਸਟੀਟਿਊਸ਼ਨ ਦੇ ਤੌਰ ਤੇ ਆਪਣੀ ਕ੍ਰੈਡੀਬਿਲਿਟੀ ਇੰਨੀ ਗਵਾਲੀ ਹੈ ਕਿ ਹੋਊਗੀ ਬਦਕਿਸਮਤੀ ਕਿਸੇ ਮਤਲਬ ਮੁਲਕ ਦੀ ਇਸ ਤੋਂ ਬਾਅਦ ਕਿ ਚੀਫ ਜਸਟਿਸ ਆਫ ਇੰਡੀਆ ਇੱਕੋ ਪੋਸਟ ਹੈ ਸਾਰੇ ਭਾਰਤ ਦੇ ਅੰਦਰ। ਬਿਲਕੁਲ ਜੀ। ਚੀਫ ਜਸਟਿਸ ਆਫ ਇੰਡੀਆ, ਐਕਸ ਚੀਫ ਆਫ ਜਸਟਿਸ ਆਫ ਇੰਡੀਆ ਵੀ ਬਹੁਤ ਵੱਡਾ ਹੈ, ਉਹ ਰਾਜ ਸਭਾ ਦਾ ਮੈਂਬਰ ਬਣਦਾ ਹੈ। ਬਿਲਕੁਲ ਜੀ। ਬੀਜੇਪੀ ਇਸ ਤੋਂ ਥੱਲੇ ਕਿੱਥੇ ਜਾ ਸਕਦਾ ਬੰਦਾ? ਇਸ ਕਰਕੇ ਇਹਦੇ ਕੋਲ ਸੁਪਰੀਮ ਕੋਰਟ ਕੋਲ ਬਹੁਤ ਪਾਵਰਸ ਹੈ। ਕਿਸਾਨੀ ਅੰਦੋਲਨ ਚੱਲ ਰਿਹਾ ਲਗਾਤਾਰ, ਲੋਕ ਸੜਕਾਂ ਤੇ ਹੈ, ਲੱਖਾਂ ਦੀ ਤਾਦਾਦ ਚ ਹੈ, ਮਤਲਬ ਬੜੀ ਐਡਵਰਸ ਸਿਚੁਏਸ਼ਨ ਦੇ ਅੰਦਰ ਬੈਠੇ ਆ ਉਹ। ਸੁਪਰੀਮ ਕੋਰਟ ਸੁਪਰੀਮ ਕੋਰਟ ਕੋਲ ਪਾਵਰ ਹੈ, ਜੇ ਮੈਂ ਨਹੀਂ ਜਾਂਦਾ, ਕਿਸਾਨ ਨਹੀਂ ਜਾਂਦੇ, ਕੋਈ ਹੋਰ ਬੰਦਾ ਨਹੀਂ ਜਾਂਦਾ, ਸਿਓ ਮੋਟੋ ਵੀ ਇਹਦਾ ਨੋਟਿਸ ਲੈ ਸਕਦੀ ਹੈ। ਸਿਓ ਮੋਟੋ ਨੋਟਿਸ ਲੈ ਕੇ ਵੀ ਕਹਿ ਸਕਦੀ ਹੈ ਕਿ ਜਿਹੜੇ ਐਕਟਸ ਹੈ ਇਹ ਅਨਪਾਰਲੀਮੈਂਟਰੀ ਨਾ ਅਨਕਨਸਟੀਟਿਊਸ਼ਨਲ ਜੀ ਹੋ ਨਹੀਂ ਸਕਦੇ। ਪਰ ਨਹੀਂ, ਸੁਪਰੀਮ ਕੋਰਟ ਤੋਂ ਇਸ ਤਰ੍ਹਾਂ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਡਰਦੇ ਆ ਲੋਕ, ਜੇ ਸੁਪਰੀਮ ਕੋਰਟ ਚਲੇ ਗਏ ਕਿਤੇ, ਜੇ ਸੁਪਰੀਮ ਕੋਰਟ ਨੇ ਵੀ ਠੱਪਾ ਲਾਤਾ ਤਾਂ ਫਿਰ ਸਰਕਾਰ ਨੂੰ ਹੋਰ ਬਲ ਮਿਲ ਜਾਣਾ। ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ, ਕਿਉਂਕਿ ਰੀੜ ਦੀ ਹੱਡੀ ਨਹੀਂ, ਮੈਂ ਪਹਿਲਾਂ ਕਹਿਤਾ ਜੀ ਜਿੱਦਾਂ ਗਡੋਇਆ ਰੀਂਗਦਾ ਤੇ ਇਦਾਂ ਦੇ ਸਾਡੇ ਉੱਥੇ ਸੰਵਿਧਾਨਕ ਜਿਹੜੇ ਅਹੁਦੇ ਆ ਉਹ ਰੀਂਗ ਰਹੇ ਆ। ਹਾਂਜੀ 26-23 ਸਵਾਗਤ ਆ ਜੀ। ਹਾਂਜੀ ਵੀਰ ਜੀ, ਮੈਨੂੰ ਵੀ ਬਾਕੀ ਬਹੁਤ ਗੱਲਾਂ ਰਹਿਣੀਆਂ। ਮੈਂ ਤਾਂ ਇਹੀ ਕਹਿਣਾ ਵੀਰ ਜੀ ਉਹਨਾਂ ਨੂੰ ਵੀ ਬਹੁਤ ਚੰਗੀ ਗੱਲ ਹੈ ਜਿਹੜਾ ਤੁਸੀਂ ਇਹ ਪ੍ਰੋਗਰਾਮ ਲੈ ਕੇ ਆਏ ਆ, ਤਾਂ ਕਿ ਵਾਕਈ ਸਹੀ ਗੱਲ ਹੈ। ਮੈਂ ਨਾਂ ਨਹੀਂ ਲੈਣਾ, ਬਾਕੀ ਤੁਸੀਂ ਅੱਗੇ ਕਹੇ ਵੀ ਨਾਂ ਨਹੀਂ ਲਾਓ ਕਿਸੇ ਵੀ ਸਟੇਸ਼ਨ ਦਾ। ਸਹੀ ਗੱਲ ਇੱਕ ਹੈਗੀ, ਇੱਕ ਦੋ ਸਟੇਸ਼ਨ ਉਹੀ ਰੌਲਾ ਪਾਈ ਜਾਂਦੇ ਆ ਜੀ। ਜ਼ਿਮੀਦਾਰਾਂ ਨੂੰ ਸਮਝ ਨਹੀਂ ਆਈ, ਹਾਲੇ ਤੱਕ ਸਮਝ ਨਹੀਂ ਆਈ। ਇਹਨਾਂ ਨੂੰ ਜੀ ਆ ਜਾਣਾ ਚਾਹੀਦਾ ਸੀ 3 ਮਹੀਨਿਆਂ 'ਚ ਇਹ ਤੁਹਾਡਾ ਹੋ ਜਾਣਾ, ਇਹਨੇ 300 ਬੰਦਾ ਮਰਵਾ ਲਿਆ, ਆਹ ਰੌਲਾ ਪਾਈ ਜਾਂਦੇ ਆ। ਤੇ ਬਾਕੀ ਦੂਸਰੀ ਗੱਲ ਰਹੀ ਕੋਰਟ ਦੀ, ਕਹਿੰਦੇ ਤੁਸੀਂ ਕੋਰਟ ਸੁਪਰੀਮ ਕੋਰਟ ਦਾ ਉਹਨਾਂ ਦਾ ਆ, ਹਰ ਤੱਕ ਆਪਣੇ ਸਿੰਘ ਦਾ ਛਡਾ ਨਾ ਸਕੇ ਬਾਦਲ ਹੋਣੀ ਜਾਂ ਹੋਰ ਜਿੰਨੇ ਵੀ ਹੈਗੇ ਉੱਥੇ, ਜਿਹੜਾ 20 ਸਾਲ ਉੱਥੇ ਜਿਹਨਾਂ ਨੇ ਕੈਦਾਂ ਭੁਗਤਣੀਆਂ, ਇਹਨਾਂ ਦੇ ਕੀ ਉਮੀਦ ਰੱਖਦੇ ਇਹਨਾਂ ਦੀਆਂ ਕੋਰਟਾਂ ਤੇ? ਇਹ ਤਾਂ ਏਦਾਂ ਹੀ ਪਬਲਿਕ ਉੱਠੇ, ਆਪਣਾ ਬੰਦਾ ਜ਼ਿਮੀਦਾਰਾਂ ਨੂੰ ਖੜਾ ਕਰਕੇ ਆਪਣਾ ਬੰਦਾ ਲੈ ਕੇ ਆਉਣ। ਮੇਰਾ ਇਹ ਅਪੀਲ ਹੈ ਭਾਈ ਸਾਹਿਬ ਤੁਹਾਡੇ। ਹੈਲੋ ਹਾਂਜੀ 33-31 ਸਵਾਗਤ ਹੈ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਆਪਣੇ ਵਕੀਲ ਸਾਹਿਬ ਬਹੁਤ ਨਾ ਪਿਆਰ ਨਾਲ ਔਰ ਪੂਰਾ ਐਕਸਪਲੇਨ ਕਰ ਰਹੇ। ਵਾਕਿਆ ਬਿੱਲ ਬਹੁਤ ਰੱਦੀ ਆ ਜੀ। ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਪਤਾ। ਮੈਂ ਮਰ ਜਾ ਇਹਨਾਂ ਨੂੰ ਵੀਰੇ ਤੁਹਾਨੂੰ ਇੱਕ ਦੋ ਨਾ ਹਿੰਟ ਦਿੰਦਾ। ਦੇਖੋ ਉਹਨਾਂ ਨੇ ਜੂਨ 'ਚ ਆਪਣੇ ਤੁਸੀਂ ਦੱਸਦੇ ਨਾ ਲੈ ਜਾਂਦੇ ਆਰਡੀਨੈਂਸ, ਤੇ ਇਹਨਾਂ ਨੂੰ 6 ਮਹੀਨਿਆਂ ਦੇ ਵਿੱਚ ਪਾਸ ਕਰਨੇ ਪੈਣੇ ਸੀ ਹੈ। ਉਹਨਾਂ ਸਤੰਬਰ ਨੂੰ ਆਪਣੇ ਕਰ ਦਿੱਤੇ ਜੀ, ਆਪਣੇ 26-27 ਉਹਦਾ ਸੰਡੇ ਸੀ ਜਿੱਦਣ ਇਹਨਾਂ ਰਾਜ ਸਭਾ 'ਚ ਵੀ ਕੀਤੇ ਆ ਜੀ। ਰਾਜ ਸਭਾ 'ਚ ਤੁਸੀਂ ਦੱਸਿਆ ਵੀ ਇਹਨਾਂ ਦੇ ਮੈਜੋਰਟੀ ਨਹੀਂ ਸੀ, ਘੱਟ ਮੈਂਬਰ ਸੀਗੇ ਰਾਜ ਸਭਾ ਦੇ। 200 ਆਪਣੇ ਹੈਗੇ 42 ਹੈ ਜੀ ਟੋਟਲ, 242 'ਚੋਂ ਮੇਰਾ ਖਿਆਲ 110 ਕੇ ਇਹਨਾਂ ਦੇ ਹੋਣੇ ਨਹੀਂ ਸੀ ਹੋਣੇ ਜੀ। ਪਰ ਭਾਜੀ ਜਦੋਂ ਇਹ ਇੱਕ ਪਾਰਲੀਮੈਂਟ ਜੁਆਇੰਟ ਸਿਟਿੰਗ ਵੋਟਿੰਗ ਕਰਾ ਲੈਣ, ਦੋ ਆਪਣੇ ਲੋਕ ਸਭਾ ਨੂੰ ਰਾਜ ਸਭਾ ਨੂੰ ਇਕੱਠੇ ਕਰ ਲੈਣ, ਲੋਕ ਸਭਾ 'ਚ ਆਪਣੇ 545 ਤੇ ਰਾਜ ਸਭਾ 'ਚ 242 ਹੈ, ਤੇ ਇਹ ਹੋ ਗਏ ਆਪਣੇ 785 785 ਇਹਨਾਂ ਨੂੰ ਚਾਹੀਦੇ ਸੀ 393 ਹੈ। 393 ਭਾਜੀ 330-35 ਤੇ ਇਹਨਾਂ ਕੋਲ ਲੋਕ ਸਭਾ 'ਚ ਹੈਗਾ ਤਾਂ 100 ਦੂਆ ਸੀਗਾ। 435 ਲੈ ਕੇ 393 ਚਾਹੀਦੇ ਸੀ। 435 ਮੈਂਬਰ ਲੈ ਕੇ ਇਹਨਾਂ ਨੇ ਪਾਸ ਫੇਰ ਵੀ ਕਰਾ ਲੈਣੇ ਸੀ। ਉਹ ਵਾਕਿਆ ਇਹਨਾਂ ਨੇ ਗਲਤ ਤਰੀਕੇ ਨਾਲ ਕਰਾਏ। ਠੀਕ ਆ, ਸੰਡੇ ਨੂੰ ਬਿਨਾਂ ਵੋਟਿੰਗ ਕਰਾਏ ਆ ਜੀ। ਬਾਕੀ ਵੀਰ ਜੀ ਤੁਸੀਂ ਦੱਸਦੇ ਆਪਣੇ ਸੁਪਰੀਮ ਕੋਰਟ ਦਾ, ਸੁਪਰੀਮ ਕੋਰਟ ਨੂੰ ਇੰਨੀ ਆਪਣੇ ਅਕੋਰਡਿੰਗ ਟੂ ਦਾ 55 'ਚ ਨਹਿਰੂ ਨੇ ਆਪਣਾ ਅਮੈਂਡਮੈਂਟ ਕੀਤੀ, ਆਪਣੇ 3rd ਅਮੈਂਡਮੈਂਟ ਤੁਹਾਡੇ ਕੰਸਟੀਟਿਊਸ਼ਨ 'ਚ ਆ, ਉਹਦੇ ਮੁਤਾਬਕ ਸਟੋਰੇਜ ਵਾਸਤੇ ਹੋਰ ਵਾਸਤੇ ਇਹ ਬਣਾ ਸਕਦੇ ਆ, ਟ੍ਰੇਡ ਵਾਸਤੇ ਜੀ। ਇਹਨਾਂ ਨੇ ਉਹ ਖੇਤੀਬਾੜੀ ਨੂੰ ਟ੍ਰੇਡ ਔਰ ਕਮਰਸ 'ਚ ਲਿਆ ਜੀ, ਜਿਹੜਾ ਗਲਤ ਵਾ ਹੈ। ਔਰ ਦਬਾਅ ਹੈਗਾ ਇਹਨਾਂ ਦੇ ਵੀਰ ਜੀ WTO ਦਾ ਜੀ, ਵਰਲਡ ਟ੍ਰੇਡ ਵਾਲਿਆਂ ਦਾ, ਜਿਹੜੇ 94 'ਚ ਬਣੇ, ਇਹਨਾਂ ਦੇ ਵੀਰੇ ਸਾਈਨ ਉਹਦੇ ਤੇ ਕੀਤੇ ਹੋਏ ਆ, ਜਿਹੜਾ ਵਰਲਡ ਟ੍ਰੇਡ ਦਾ ਵਾ ਹੈ। ਵਰਲਡ ਬੈਂਕ ਕੋਲ ਵੀ ਇਹ ਲੋਨ ਲੈਂਦੇ ਆ ਤੇ ਤਾਂ ਇਹਨਾਂ ਨੂੰ ਮਿਲਦਾ। ਇਹਨਾਂ ਕੋਲ ਹੋਰ ਕੋਈ ਫੈਕਟਰ ਹੈ ਹੀ ਨਹੀਂ। ਕਿਹੜਾ ਸੈਕਟਰ ਹੈ ਜਿਹਦੇ 'ਚ ਇਹਨਾਂ ਦੀ GDP ਸੀਗੀ? ਕੋਰੋਨੇ 'ਚ ਸਿਰਫ ਖੇਤੀਬਾੜੀ ਸੀਗੀ ਜਿਹਦੀ GDP ਵਧੀ ਆ ਭਾਜੀ। ਬਾਕੀ ਤੇ ਇਹਨਾਂ ਨਿਲ ਹੋ ਗਏ ਸੀ। ਆਪਾਂ ਉਹ ਲਾਸਟ ਕੁਆਟਰ ਤੇ ਜਿਹੜਾ ਦੂਸਰਾ ਕੁਆਟਰ ਸੀਗਾ ਜੀ ਲਾਸਟ ਈਅਰ ਦਾ, ਇਹਨਾਂ ਨੇ ਵਰਲਡ ਟ੍ਰੇਡ ਕੋਲੋਂ ਪੈਸਾ ਲੈਣ ਵਾਸਤੇ ਵਰਲਡ ਬੈਂਕ ਕੋਲੋਂ ਵੀ ਸਿਰਫ ਇੱਕ ਖੇਤੀਬਾੜੀ ਸੈਕਟਰ ਇਹਨਾਂ ਦੇ ਮੋਹਰੇ ਸਿੱਟਿਆ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਜੀ।
ਇਹਨਾਂ ਕੋਲ ਚਾਰਾ ਵੀ ਕੋਈ ਨਹੀਂ ਸੀ, ਹਰੇਕ ਚੀਜ਼ ਇਹ ਆਪਣੇ ਪ੍ਰਾਈਵੇਟ ਕਰੀ ਜਾਂਦੇ ਆ। ਔਰ ਦਬਾਅ ਹੈਗਾ ਵਰਲਡ ਟ੍ਰੇਡ ਦਾ। ਹਨ ਮੋਦੀ ਇੱਕ ਸਾਡੀਆਂ ਸਟੇਟਾਂ ਕੋਲ ਪੰਜਾਬ ਸਟੇਟ ਆ ਜਾਂ ਕੋਈ ਆ, ਇਹਦੇ ਕੋਲ ਵੀ ਇੰਨੀ ਪਾਵਰ ਹੈ ਨਹੀਂ ਕਿ ਇਹਨਾਂ ਕੈਸ਼ ਕ੍ਰੈਡਿਟ ਇਹਨਾਂ ਕੋਲ ਆਪਣੇ ਪੰਜਾਬ ਹਰਿਆਣਾ ਦਾ 90,000 ਕਰੋੜ ਆ, ਇਹਨਾਂ ਦੇ ਇਹਨਾਂ ਕੋਲ ਹੈ ਨਹੀਂਗਾ ਹੈ। ਤਬਾਹੀ ਇਹਨਾਂ ਨੇ ਖੁਦ ਸਟੇਟ ਵਾਲਿਆਂ ਨੇ ਕੀਤੀ ਆ, ਸੈਂਟਰ ਨੇ ਵੀ ਕੀਤੀ ਆ ਖੇਤੀਬਾੜੀ ਦੀ। ਇਹਨਾਂ ਸਟੋਰ ਪਹਿਲਾਂ ਦੇ ਬਣਾਏ ਆ ਵੀਰੇ, ਅੱਜ ਤੋਂ ਕਾਫੀ ਸੋਲਰ ਜਿਹੜੇ ਆਪਣੇ ਵੱਡੇ ਸਟੋਰ ਆ ਨੇ, ਹਰੇਕ ਚੀਜ਼ ਆਪ ਤੇ ਪ੍ਰਾਈਵੇਟ ਕਰੀ ਜਾਂਦੇ। ਪਾਲਿਸੀ ਇਹਨਾਂ ਦੀ ਇਹ ਆ, ਹਨ ਜ਼ਿਮੀਂਦਾਰਾਂ ਨੂੰ ਪਤਾ, ਜ਼ਿਮੀਂਦਾਰਾਂ ਦੇ ਜੇ ਬਿੱਲ ਪਾਸ ਹੋ ਗਿਆ, ਬਿੱਲ ਹੋਰ ਇੱਕ ਨਹੀਂ ਵੀਰੇ 50 ਬਿੱਲ ਹੋਰ ਆਉਣੇ ਆ, ਲੇਬਰ ਦਾ, ਬਿਜਲੀ ਦਾ, ਹਰੇਕ ਆਉਣਾ ਵਾ। ਇਹ ਤਾਂ ਇਸ ਬਿੱਲ ਤੇ ਵੀਰੇ ਤੁਸੀਂ ਰੁਕਾਵਟ ਪਾ ਲਓਗੇ, ਖੇਤੀਬਾੜੀ ਦੇ ਦੂਏ ਰੁਕ ਜਾਣਗੇ। ਨਹੀਂ ਤਾਂ ਜਿੱਦਾਂ ਨਾ ਇੱਕ ਵਾਰੀ ਬੰਨ ਟੁੱਟ ਜਾਂਦਾ ਤਾਂ ਹੜ੍ਹ ਆਉਂਦਾ ਵੀਰੇ, ਏਦਾਂ ਆਉਣਾ ਹਰੇਕ ਚੀਜ਼। ਦੁੱਧ, ਡੇਅਰੀ ਫਾਰਮ, ਕਿਹੜਾ ਜਿੱਦਾਂ ਵਰਲਡ ਚ ਨਾ ਸਾਡੇ ਕੀ ਪਾਪੂਲੇਸ਼ਨ ਇੰਨੀ 135 ਕਰੋੜ, ਦੁਨੀਆ ਚ ਆਬਾਦੀ ਕਿੰਨੀ ਆ, 6ਵਾਂ ਹਿੱਸਾ ਸਾਡੇ ਕੋਲ ਕੱਲਿਆਂ ਕੋਲ ਆ। ਔਰ ਵਰਲਡ ਟ੍ਰੇਡ ਵੀ ਇਹ ਚਾਹੁੰਦਾ ਵੀ ਅਸੀਂ ਮੰਡੀ ਸਾਂਭੀਏ ਇਹ, ਤੇ ਉਹ ਕਿਸੇ ਤਰ੍ਹਾਂ ਵੀ ਹੈ ਨਾ, ਜੇ ਕੋਰਟ ਚ ਜਾਂ ਸੁਪਰੀਮ ਕੋਰਟ ਨੇ ਵੀਰੇ ਉਹਨਾਂ ਦੇ ਹੱਕ ਚ ਫੈਸਲਾ ਕਰਨਾ, ਉਹਦੇ ਕੋਲ ਨਾ ਕੋਈ ਲਾ ਜਿਹੜਾ ਵਾ, ਤੁਹਾਨੂੰ ਤੁਸੀਂ ਪੂਰਾ ਪੜ੍ਹੇ ਲਿਖੇ ਆ, ਲੀਜਿਸਲੇਚਰ ਚ ਸੁਪਰੀਮ ਕੋਰਟ ਆਪਣੀ ਦਖਲਅੰਦਾਜ਼ੀ ਉਹਨਾਂ ਨੇ ਕੀ ਬਣਾਇਆ ਨਹੀਂ ਕਰ ਸਕਦੀ ਵੀਰ ਜੀ, ਤੁਹਾਨੂੰ ਤਾਂ ਪੂਰਾ ਪਤਾ ਵਾ, ਤੁਹਾਨੂੰ ਤਾਂ ਇਹਨਾਂ ਨਹੀਂ ਪਤਾ। ਧੰਨਵਾਦ ਜੀ, ਆਪਾਂ ਪੁੱਛਦੇ ਵੀਰਾਂ ਕੋਲੋਂ ਜੀ। ਦੱਸੋ ਤੇ ਇੱਕ MSP ਸਾਰੀਆਂ ਫਸਲਾਂ ਦੀ ਜੇ ਹੋ ਜਾਏ ਜੀ, ਜਿੰਨੀਆਂ ਹੈਗੀਆਂ 23 ਫਸਲਾਂ ਕਿੰਨੀਆਂ, ਉਹਦੇ ਚ 50 ਤੇ ਆਪਣੇ ਗਰੰਟੀ ਟੂ ਬਾਈ ਹੋ ਜਾਏ, ਤੇ ਇੱਕ ਆਪਣੇ ਨਾ ਮਾਰਕੀਟ ਨੂੰ ਥੋੜਾ ਜਿਹਾ ਵਰਲਡ ਟ੍ਰੇਡ ਤੋਂ ਵਾਖੀ ਰੱਖਿਆ ਜਾਵੇ ਤੇ ਤਾਂ ਹੀ ਬਚਾਅ ਆ ਜੀ। ਤੇ ਇੰਨੀ ਤੇ ਇਹਨਾਂ ਚ ਗਵਰਨਮੈਂਟ ਚ ਐਫੀਸ਼ੀਐਂਸੀ ਚਾਹੀਦੀ ਵੀ ਅਸੀਂ ਫਸਲਾਂ ਹੀ ਆਪਦੀਆਂ ਖਰੀਦ ਲੈ, ਏਡੀ ਵੱਡੀ ਮੰਡੀ ਆ, ਬਾਰਡਰ ਖੋਲ ਦੇਣ ਆਪਣੇ ਪਾਕਿਸਤਾਨ ਤੋਂ ਰਾਖ ਦੀ ਬੜੀ ਡਿਮਾਂਡ ਵਾ। ਇੱਕ ਆਪਣੇ ਤੁਸੀਂ ਸਾਰਸ ਦੇ ਕੰਟਰੀਆਂ ਚ ਐਸੇ ਉਹ ਜਿਹੜੇ ਬ੍ਰਾਜ਼ੀਲ, ਰਸ਼ੀਆ, ਚਾਈਨਾ ਜੁੜੇ ਸੀ ਜੀ, ਉਹ ਇਹਨਾਂ ਨੇ ਖੁਦ ਬਾਹਰ ਨਿਕਲ ਕੇ ਇੱਧਰ ਜੁੜੇ ਆ। ਇਹ ਗਰੁੱਪ ਜਿਹੜੇ ਨਾਲ ਜੁੜੇ ਆ, ਇਹਦੇ ਚ ਮੇਰੇ ਇਹੀ ਹਾਲ ਹੋਣਾ, ਤੇ ਇਹਦੇ ਬਾਰੇ ਮਾੜਾ ਜਿਹਾ ਐਕਸਪਲੇਨ ਕਰ ਦਿਓ ਵੀਰ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ ਵੀਰ ਜੀ। ਜੀ ਇਹਨਾਂ ਦਾ ਕੁਐਸਚਨ ਬਿਲਕੁਲ ਠੀਕ ਹੈ ਕਿ ਇਹ ਹੋ ਕੀ ਰਿਹਾ ਹੈ। ਇੰਟਰਨੈਸ਼ਨਲ ਜਿਹੜਾ ਮੋਨਿਟਰੀ ਆਰਗੇਨਾਈਜੇਸ਼ਨਸ ਹੈ, ਜਿਹਦੇ ਚ ਵਰਲਡ ਟ੍ਰੇਡ ਸੈਂਟਰ ਵੀ ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸਾਰੀਆਂ, ਉਹ ਇਸ ਸਿਸਟਮ ਨੂੰ ਕਬਜ਼ਾਉਣਾ ਚਾਹੁੰਦੀਆਂ ਕਾਰਪੋਰੇਟ ਸਾਰੇ ਸੰਸਾਰ ਤੇ ਰਲ ਕੇ। ਇਕੱਲਾ ਇਹਦੇ ਚ ਇਹ ਨਹੀਂ ਹੈ ਵੀ ਅਡਾਨੀ ਅਬਾਨੀ ਹੈ, ਅਡਾਨੀ ਅਬਾਨੀ ਨਾਲ ਸਿੱਧੀ ਟੱਕਰ ਆ ਰਹੀ ਹੈ। ਇਹ ਪਹਿਲੀ ਵਾਰੀ ਹੋਇਆ ਹੈ ਹਿਸਟਰੀ ਦੇ ਅੰਦਰ ਕਿ ਇਸ ਮੋਰਚੇ ਨੇ, ਜਿਹੜਾ ਕਿਸਾਨ ਮੋਰਚਾ, ਇਹ ਹੈਡ ਔਨ ਕੋਲੀਜਨ ਆਇਆ, ਇਕੱਲਾ ਸਰਕਾਰ ਦੇ ਨਾਲ ਨਹੀਂ, ਕਾਰਪੋਰੇਟ ਨਾਲ ਵੀ ਆਇਆ ਸਿੱਧੇ ਤੌਰ ਤੇ, ਜਿਹਦੇ ਚ ਮਤਲਬ ਜਿਵੇਂ ਤੁਸੀਂ ਲਾ ਲਿਓ ਵੀ ਉਹਨਾਂ ਦੇ ਕਾਰੋਬਾਰ ਉਹਨਾਂ ਨੇ ਬੰਦ ਕੀਤੇ ਹੈ, ਟੋਲ ਜਿੱਥੇ ਰੋਕੇ ਆ, ਪਲਾਜ਼ੇ ਰੋਕੇ ਆ, ਇਹਨਾਂ ਦੇ ਜਿਹੜੇ ਰਿਲਾਇੰਸ ਵਾਲਿਆਂ ਦੇ ਪੰਪ ਬੰਦ ਕੀਤੇ ਆ। ਉਹ ਆਇਆ ਇਸ ਕਰਕੇ ਉਹਨੂੰ ਪਤਾ ਲੱਗ ਗਿਆ ਕਿ ਸਾਡੀ ਸਿੱਧੀ ਲੜਾਈ ਕਾਰਪੋਰੇਟ ਨਾਲ ਹੈ। ਇਹ ਕਾਰਪੋਰੇਟ ਇੰਟਰਨੈਸ਼ਨਲ ਲੈਵਲ ਤੇ ਕੋਲੈਬੋਰੇਟ ਕੀਤਾ ਹੋਇਆ, ਇਹਦੇ ਚ ਇੰਟਰਨੈਸ਼ਨਲ ਜਿਹੜਾ ਕਾਰਪੋਰੇਟ ਹੈ ਉਹ ਵੀ ਸ਼ਾਮਲ ਹੈ ਸਾਰਾ, ਕਿਉਂਕਿ ਉਹ ਖੇਤੀ ਦੇ ਸਿਸਟਮ ਨੂੰ ਇੰਟਰਨੈਸ਼ਨਲ ਲੈਵਲ ਤੇ ਹੀ ਕਬਜ਼ਾਉਣਾ ਚਾਹੁੰਦੇ। ਬਿਲ ਗੇਟਸ ਨੇ ਕੀ ਕੀਤਾ, ਬਿਲ ਗੇਟਸ 4 ਸਾਲ ਤੋਂ ਇਹਦੇ ਭਾਰਤ ਦੇ ਖੇਤੀ ਦੇ ਸਿਸਟਮ ਤੇ ਰਿਸਰਚ ਕਰਨ ਲਈ ਉਹਨੇ ਟੀਮਾਂ ਭੇਜੀਆਂ ਹੋਣ। ਗੂਗਲ ਨੇ ਇਨਵੈਸਟ ਕੀਤਾ ਹੈ ਇਸੇ ਖੇਤੀ ਦੇ ਸੈਕਟਰ ਦੇ ਅੰਦਰ, ਹਿਡਨ ਰੂਪ ਦੇ ਅੰਦਰ, ਜਿਹੜਾ ਸਾਹਮਣੇ ਨਹੀਂ ਆ ਰਿਹਾ। ਅਡਾਨੀ ਅਬਾਨੀ ਦੀ ਇਨਵੈਸਟਮੈਂਟ ਸਾਹਮਣੇ ਨਜ਼ਰ ਆ ਰਹੀ ਹੈ। ਸਿਲੋ ਉਹਨਾਂ ਨੇ 4 ਸਾਲ ਪਹਿਲਾਂ ਬਣਾ ਲਏ ਸੀ, ਜਿਹੜੇ ਬਣਾ ਕੇ ਉਹਨਾਂ ਨੇ ਮਤਲਬ ਕੰਮ ਸ਼ੁਰੂ ਕੀਤਾ ਵਾ। ਇਹ ਐਕਟ ਬਾਅਦ ਚ ਆਏ ਆ, ਆਰਡੀਨੈਂਸ ਬਾਅਦ ਚ ਆਏ ਆ, ਸਿਲੋ ਉਹਨਾਂ ਦੇ ਪਹਿਲਾਂ ਬਣ ਗਏ ਸੀ, ਜਿਹੜੇ ਸਿਲੋ ਉਹਨਾਂ ਨੇ ਖੋਲ੍ਹੇ। ਇਸ ਕਰਕੇ ਇਹ ਸਾਰੇ ਖੇਤੀ ਦੇ ਸਿਸਟਮ ਨੂੰ ਇੰਟਰਨੈਸ਼ਨਲ ਜਿਹੜਾ ਕਾਰਪੋਰੇਟ ਹੈ ਉਹ ਕਬਜ਼ਾਉਣਾ ਚਾਹੁੰਦਾ ਹੈ। ਕਿਉਂਕਿ ਜਦੋਂ ਤੁਸੀਂ ਦੇਖੋਗੇ ਕਿ ਬਿਲ ਗੇਟਸ ਸੰਸਾਰ ਦਾ ਸਭ ਤੋਂ ਵੱਡਾ ਕਿਸਾਨ ਬਣ ਗਿਆ, ਉਹਦੇ ਕੋਲ 2.5 ਲੱਖ ਏਕੜ ਲੈਂਡ ਹੈ। ਜਦੋਂ ਐਕਟਸ ਲਾਗੂ ਹੁੰਦੇ ਆ ਤਾਂ ਸਭ ਤੋਂ ਵੱਡੇ ਕਿਸਾਨ ਭਾਰਤ ਦੇ ਅਦਾਨੀ ਤੇ ਅਬਾਨੀ ਹੋਣਗੇ, ਉਹਨਾਂ ਦੇ ਹੱਥਾਂ 'ਚ ਜਾਣੀ ਹੈ, ਜਿਹੜਾ ਉਹਨਾਂ ਨੇ ਰਾਹ ਪੱਧਰਾ ਇਸ ਐਕਟ ਦੇ ਰਾਹੀਂ ਕੀਤਾ ਹੈ ਜੀ। ਉਹ ਠੀਕ ਹੈ। ਹਾਂਜੀ ਬਿਲਕੁਲ ਜੀ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਜੀ ਨਿਊ ਮਿਲੇਨੀਅਮ ਟਾਇਰ ਵਾਲੇ। ਤੁਸੀਂ ਟਰੱਕਾਂ, ਬੱਸਾਂ, ਕਾਰਾਂ ਦੇ ਟਾਇਰ ਪਾਉਣੇ 25 ਕਲਾਰਕ ਬੁਲੇਵਾਰਡ ਬਰੈਂਪਟਨ ਤੇ ਪਹੁੰਚਣਾ 905 452 0111 ਤੇ। ਤੁਸੀਂ ਕਸਟਮ ਮੇਡ ਘਰ ਬਣਾਉਣਾ ਚਾਹੁੰਦੇ ਹੋ, ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਲਾਟ ਪਈ ਆ ਤਾਂ ਉੱਥੇ ਤੁਸੀਂ ਨਵਾਂ ਘਰ ਬਿਲਡ ਕਰਨਾ ਚਾਹੁੰਦੇ ਹੋ, sarvlowbuilder.com ਦੇ ਕੁਲਵਿੰਦਰ ਪੱਤਲ ਹੋਣੀ 15 ਸਾਲ ਦਾ ਐਕਸਪੀਰੀਅੰਸ ਹੈ। 416 841 0478। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ, ਬਰੈਂਪਟਨ ਇਮੀਗ੍ਰੇਸ਼ਨ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ, ਅਪੀਲ, ਦਲੀਲ, ਆਪਣੀ ਫੈਮਿਲੀ ਨੂੰ, ਆਪਣੇ ਪੇਰੈਂਟਸ ਨੂੰ ਸਪਾਂਸਰ ਕਰਦਾ। 647 786 2012 ਤੇ ਵੀਰ ਸੰਦੀਪ ਸਿੰਘ ਉਹਨਾਂ ਨੂੰ ਕਾਲ ਕਰ ਸਕਦੇ ਹੋ। ਜੇ ਤੁਸੀਂ
ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ ਜੀ, ਸ਼ਗਨਦੀਪ ਉਹਨਾਂ ਨੂੰ ਕਾਲ ਕਰ ਲਓ। ਐਲ ਸ਼ੇਪ, ਰਾਉਂਡ ਸ਼ੇਪ ਕੱਪੜੇ ਵਾਲਾ ਜਾਂ ਲੈਦਰ ਵਾਲਾ 905 799 8877 ਤੇ ਕਾਲ ਕੀਤੀ ਜਾ ਸਕਦੀ ਆ। ਤੁਸੀਂ ਰੈਨੋਵੇਸ਼ਨ ਕਰਨੀ ਹੈ ਜੀ, GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਜਿਹੜੀ ਬਹੁਤ ਸਸਤੀਆਂ ਟਾਈਲਾਂ ਲਾਈਆਂ ਉਹਨਾਂ ਨੇ 241 ਕਲੀਅਰੈਂਸ ਸਟਰੀਟ ਬਰੈਂਪਟਨ ਦੇ ਵਿੱਚ 905 792 0036 ਤੇ ਕਾਲ ਕੀਤੀ ਜਾ ਸਕਦੀ ਹੈ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ ਮੈਂ ਬੇਨਤੀ ਕਰਦਾ ਵੀ ਕੋਈ ਵੀ ਗੱਲ ਜਿਹੜੀ ਸਿਰਫ ਮੁੱਦੇ ਦੇ ਨਾਲ ਕੀਤੀ ਜਾਵੇ, ਕਿਸੇ ਦੇ ਉਲਟ ਬਿਲਕੁਲ ਨਾ ਬੋਲਿਆ ਜਾਵੇ, ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਹਾਂਜੀ 8183 ਸਵਾਗਤ ਹੈ ਜੀ। ਚੰਡੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਆ, ਅੱਗੇ ਇਹ ਕੱਲ ਭੱਠੀ ਦੇ ਆਉਂਦੇ ਆ, ਹੁਣੇ ਆਏ ਤੇਰੇ ਗਿੱਜ ਗਏ, ਪਤਾ ਤੈਨੂੰ ਵੀ ਆ, ਭੱਠੀ ਨੇ ਹਟਾਤੇ ਆ, ਜਿੱਥੇ ਬੋਲਦੇ ਪਤਾ ਨਹੀਂ ਉਹ ਚੜਦੀ ਜ਼ਮੀਨ ਦਾ ਪਤਾ ਕਿੱਥੋਂ ਤੁਸੀਂ ਜਾ ਕੇ ਫਿਰ ਝੂਠੇ ਪਾਉਂਦਾ ਕਿਸ ਘਰ ਚ ਆਏ ਕੌਣ ਤੇ ਨਹੀਂ। ਮੈਂ ਤਾਂ ਹੀ ਕਿਹਾ ਜੀ ਕਿਉਂਕਿ ਮੈਨੂੰ ਪਹਿਲਾਂ ਮੇਰੀ ਸੁਣ ਲਓ ਮੇਰੀ ਇੱਕ ਮਿੰਟ, ਤੈਨੂੰ ਵੀ ਪਤਾ ਤੁਹਾਡੇ ਵਿੱਚ ਫਰਕ ਪਊ, ਤੂੰ ਵੀ ਮੇਰਾ ਬੱਚਾ, ਉਹ ਵੀ ਬੱਚੇ, ਸਾਰੇ ਮੇਰੇ ਬੱਚੇ ਜਿਹਨੇ ਰੇਡੀਓ ਕਰਦੇ ਸਾਰੇ ਹੀਰੇ ਬੰਦੇ ਆ, ਬਹੁਤ ਚੰਗੇ ਚੰਗੇ ਬੰਦੇ ਆ। ਜੀ ਜੀ ਜੀ। ਇੱਕ ਦਵਾਨੀ ਦਾ ਬੰਦਾ ਉੱਠ ਕੇ ਕਹਿੰਦੇ ਫਲਾਣਾ ਜੀ ਗੱਲ ਵਜੇ ਨਹੀਂ, ਮੈਂ ਤਾਂ ਹੀ ਹੁਣ ਕਿਹਾ ਜੀ ਕਿਸੇ ਬੰਦੇ ਨੂੰ ਕੋਈ ਹੱਕ ਨਹੀਂ, ਤੁਸੀਂ ਮੇਰੇ ਨਾਲ ਗੱਲ ਕਰੋ ਜਿਹੜੀ ਕਰਨ ਵਾਲੀ ਹੈ। ਕਿਸੇ ਰੇਡੀਓ ਨੂੰ ਮਾੜਾ ਚੰਗਾ ਨਹੀਂ ਕਹਿਣਾ, ਸਾਰੇ ਵੀਰ ਸਾਹਿਬ ਆ, ਚੰਗੀ ਲੱਗਦੀ ਕਰੋ ਨਾ ਸਹੀ। ਬਿਲਕੁਲ ਜੀ ਬਿਲਕੁਲ, ਨਹੀਂ ਚੰਗੇ ਲੱਗਦੇ ਨਾ ਕਾਲ ਕਰੋ, ਪਰ ਕਿਸੇ ਦੇ ਉਲਟ ਨਹੀਂ ਬੋਲ ਸਕਦੇ। ਧੰਨਵਾਦ ਜੀ, ਧੰਨਵਾਦ ਜੀ। ਹਾਂ ਬਿਲਕੁਲ ਜੀ, ਕਦੀ ਵੀ ਕਿਸੇ ਦੇ ਉਲਟ ਨਹੀਂ ਬੋਲਣਾ। ਤੁਸੀਂ ਸਾਡੀ ਜਿਹੜੀ ਵਿਸ਼ੇ ਤੇ ਰਹਿ ਕੇ ਗੱਲ ਕਰ ਸਕਦੇ, ਕਦੀ ਕਿਸੇ ਦੇ ਉਲਟ ਗੱਲ ਨਹੀਂ ਕਰ ਸਕਦੇ। ਤੁਸੀਂ ਸਾਰੀ ਗੱਲ ਕਰਕੇ ਅਖੀਰ ਦੇ ਉੱਤੇ ਆਣ ਕੇ ਤੁਸੀਂ ਤੋੜਾ ਝਾੜ ਦਿੰਦੇ ਆ, ਕਿਸੇ ਹੋਰ ਦਾ ਨਾਂ ਲੈ ਕੇ ਵਿੱਚ ਜਾਂਦੇ ਹੋ, ਇੱਥੇ ਇਦਾਂ ਕਰਦਾ। ਉਸ ਚੈਨਲ ਤੇ ਉਸ ਟਾਈਮ ਤੇ ਕਾਲ ਕਰਕੇ ਜ਼ਰੂਰਤ ਹੁੰਦੀ ਉਦੋਂ ਕਾਲ ਕਰਿਆ ਕਰੋ, ਇਦਾਂ ਕਿਸੇ ਨੇ ਕਾਲ ਨਹੀਂ ਕਰਨੀ। ਹੈਲੋ ਹਾਂਜੀ ਵੀਰ ਜੀ, ਤੁਹਾਡਾ ਸਵਾਗਤ ਹੈ 0841। ਹੈਲੋ ਹਾਂਜੀ ਵੀਰ ਜੀ, ਮੈਂ ਤੁਹਾਡੇ ਕੋਲੋਂ ਨਹੀਂ ਵੀਰ ਟਾਂਡੀ ਵੀਰ ਹੋਲਡ ਰੱਖਿਓ, ਮਾੜਾ ਹੋਲਡ ਰੱਖਿਓ। ਵੀਰ ਜੀ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਜੋਗਿੰਦਰ ਸਿੰਘ ਜੀ, ਥੋੜੀ ਜਿਹੀ ਪ੍ਰੋਬਲਮ ਆ ਕਿਉਂਕਿ ਸਾਡੇ ਕਾਲਰ ਜਿਹੜੇ ਆ ਉਹ ਥੋੜੀ ਗਲਤ ਕਰਦੇ। ਮੈਂ ਆਪਾਂ ਦੁਬਾਰਾ ਫੇਰ ਕਿਸੇ ਦਿਨ ਤੁਹਾਡੇ ਨਾਲ ਜੁੜਾਂਗੇ, ਮਾਫੀ ਚਾਹੁੰਦੇ ਤੁਹਾਡੇ ਕੋਲੋਂ ਬਹੁਤ ਬਹੁਤ ਜੀ। ਕੋਈ ਗੱਲ ਨਹੀਂ, ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਲੱਗਣੇ ਤਾਂ ਲੱਗੇ ਰਹੋ ਜੀ। ਧੰਨਵਾਦ ਜੀ, ਕੋਈ ਜੀ ਜੀ ਧੰਨਵਾਦ ਜੀ, ਧੰਨਵਾਦ ਜੀ। ਹਾਂ ਬਿਲਕੁਲ ਜੀ, ਮਾਫੀ ਚਾਹੁੰਦੇ ਕਿਉਂਕਿ ਤੁਸੀਂ ਜਿਹੜੇ ਸਾਡੇ ਕਾਲਰ ਆ ਕਦੀ ਵੀ ਅਸੀਂ ਇਜਾਜ਼ਤ ਨਹੀਂ ਦਿਆਂਗੇ ਕਦੀ ਇੱਕ ਦੂਜੇ ਸਾਡੇ ਜਿਹੜੇ ਹੋਸਟ ਆ ਜਾਂ ਦੋਸਤ ਦੇ ਉਲਟ ਬੋਲੋ। ਤੁਸੀਂ ਸਾਰੀ ਗੱਲ ਕਰਨ ਤੋਂ ਬਾਅਦ ਜਦੋਂ ਤੁਸੀਂ ਇਦਾਂ ਦੀ ਗੱਲ ਕਰਦੇ ਹੋ, ਇਹਦੇ ਨਾਲ ਸਾਡੇ ਵਿੱਚ ਫ੍ਰੈਕਸ਼ਨ ਪੈਂਦੀ ਆ, ਇਹ ਮਾੜੀ ਗੱਲ ਆ। ਤੁਸੀਂ ਜਿਹੜੀ ਗੱਲ ਹੁੰਦੀ ਮੁੱਦੇ ਦੇ ਉੱਤੇ ਰਹਿ ਕੇ ਕਰਿਆ ਕਰੋ। ਹਾਂਜੀ 7141 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਮੈਂ ਤਾਂ ਸਵਾਲ ਹੀ ਕਰਨਾ ਸੀ, ਚੱਲ ਗਿਆ ਉਹ? ਹਾਂਜੀ ਹਾਂਜੀ ਚੱਲ ਗਿਆ ਜੀ। ਮੈਂ MSP ਦੇ ਸਵਾਲ ਕਰਨਾ ਸੀ ਵੀ ਜਿਹੜਾ ਨਾ ਝੋਨਾ ਆ ਤੇ ਕਣਕ ਆ ਤੇ ਗੰਨਾ ਜਿਹੜਾ ਜੀ, ਇਹ ਲਾਹੇਮੰਦ ਖੇਤੀ ਆ ਕਿਸਾਨ ਦੀ ਉੱਥੇ, ਤੇ ਇਹ ਕਦੀ ਵੀ ਇਹ ਢੇਰੀ ਮਤਲਬ ਇਹ ਸਰਕਾਰ ਨੂੰ ਸਰਕਾਰੀ ਹੋ ਜਾਣਾ ਚਾਹੀਦਾ, ਵੀ ਸਰਕਾਰ ਨੂੰ ਖਰੀਦਣੀ ਚਾਹੀਦੀ ਹੈ। ਇਹ 'ਚ ਫਾਇਦਾ ਬਹੁਤ ਆ, ਜਿੱਦਾਂ ਵੀ ਜੱਟ ਨੂੰ, ਜਿੱਦਾਂ ਵੀ ਕਣਕ ਤੇ ਝੋਨੇ ਦੇ ਵਿੱਚ ਤਾਂ ਇਹ ਕਦੀ ਵੀ ਨਹੀਂ ਟੁੱਟਣੀ ਚਾਹੀਦੀ। ਵੀ ਜੇ ਹੁਣ ਕਹਿੰਦੇ ਵੀ ਸਬਜ਼ੀਆਂ ਲਾਓ ਤੇ ਸਬਜ਼ੀਆਂ ਦੇ ਵਿੱਚ ਤਾਂ ਇੰਨਾ ਫਾਇਦਾ ਨਹੀਂ ਹੋਣਾ, ਜਿੱਦਾਂ ਕਹਿ ਲਓ ਵੀ ਉਹ ਗੌਰਮੈਂਟ ਅੱਗੇ ਕਾਰਪੋਰੇਸ਼ਨਾਂ ਚਾਹੁੰਦੀਆਂ ਕਿ ਆਪਾਂ ਖਰੀਦੀਏ ਆਪਾਂ ਹੀ ਕਰੀਏ। ਇਹ ਮੈਂ ਸਵਾਲ ਕਰਨਾ ਸੀ। ਦੂਜਾ ਮੇਰਾ ਸਵਾਲ ਕੋਈ ਹੋਰ ਕੋਈ ਦੱਸ ਦੇਵੇ ਤਾਂ ਠੀਕ ਆ। ਜਿਹੜੀ ਕਣਕ ਆ ਵੀ ਅਜੇ ਵੀ ਪੰਜਾਬ ਸਭ ਤੋਂ ਜ਼ਿਆਦਾ ਪੈਦਾ ਕਰਦਾ ਕਿ ਇੱਕ ਤਾਂ ਇਹ ਸਵਾਲ ਸੀਗਾ। ਨਹੀਂ ਹੁਣ ਤਾਂ ਹੋਰ ਵੀ ਸੂਬੇ ਹੈਗੇ ਜੀ ਪੰਜਾਬ ਦੇ ਨਾਲ ਨਾਲ, ਸ਼ਾਇਦ ਯੂਪੀ ਵੀ ਜਿਹੜੀ ਬਹੁਤ ਜ਼ਿਆਦਾ ਕਣਕ ਪੈਦਾ ਕਰਦੀ ਹੈ। ਨਹੀਂ ਮੈਂ ਇਹ ਰਿਕਾਰਡ ਮਤਲਬ ਕਹਿੰਦਾ ਕਿ ਪੰਜਾਬ ਨੰਬਰ 1 ਤੇ ਆ, ਕਣਕ ਪੈਦਾ ਕਰਦਾ, ਝੋਨਾ ਕਰਦਾ, ਕਿ ਯੂਪੀ ਕਰਦਾ, ਕਿਹੜਾ ਕਰਦਾ, ਨੰਬਰ 1 ਤੇ ਕੌਣ ਆ? ਤੇ ਦੂਜੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਕਿੱਥੇ ਹੁੰਦੀ ਆ, ਜਿੱਦਾਂ ਕਹ ਲਓ। ਉਹ ਇਹ ਮੇਰੇ ਦੋ ਸਵਾਲ ਸੀਗੇ ਤੇ ਹੁਣ ਭਾਈ ਸਾਹਿਬ ਚਲ ਗਏ, ਉਹਨਾਂ ਨੇ ਜਵਾਬ ਇਹ ਦੇ ਦੇਣੇ ਸੀਗੇ। ਹਾਂ ਜੀ ਬਿਲਕੁਲ ਜੀ ਬਿਲਕੁਲ। ਤੇ ਉਹ ਜੇ ਕੋਈ ਕਾਦਰ ਹੋਵੇ ਤਾਂ ਉਹ ਦੱਸ ਦੇਵੇ ਜੀ। ਹਾਂ ਜੀ ਬਿਲਕੁਲ ਜੀ, ਧੰਨਵਾਦ ਜੀ, ਧੰਨਵਾਦ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ WhatsApp ਤੇ ਕਾਲ ਆਈ 6939 ਸਵਾਗਤ ਹੈ ਜੀ। ਹਾਂਜੀ ਚੰਨੀ ਵੀਰੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਇੰਨੇ ਵਧੀਆ ਭਾਈ ਵਕੀਲ ਸਾਹਿਬ ਆਏ ਸੀਗੇ ਭਾਈ, ਆਹ ਕਾਲਰ ਭਾਈ ਕਾਹਨੂੰ ਭਾਈ, ਹਾਂ ਜੇ ਕਿਸੇ ਤੁਹਾਨੂੰ ਪ੍ਰੋਬਲਮ ਹੈਗੀ ਆ ਤੁਸੀਂ ਜਾ ਕੇ ਗੱਲ ਕਰੋ ਜੀ। ਬਿਲਕੁਲ ਜੀ, ਉਹ ਚਾਹੀਦਾ ਸਾਰੇ ਪ੍ਰੋਗਰਾਮ ਦੀ ਜਖਣਾ ਕੱਢ ਦਿੰਦੇ। ਜੇ ਇੰਨੀ ਜ਼ਰੂਰਤ ਆ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਕਾਲ ਕਰਿਆ ਕਰੋ, ਉੱਥੇ ਕਰਦੇ ਨਹੀਂਗੇ। ਤੁਸੀਂ ਦੂਜੇ ਪ੍ਰੋਗਰਾਮ ਦੇ ਵਿੱਚ ਆਣ ਕੇ ਜਿਹੜਾ ਗੰਦ ਪਾਉਣ ਵਾਲਾ ਕੰਮ ਕਰਦੇ ਹੋ ਨਾ, ਇੰਨਾ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਤੁਸੀਂ ਦੂਸਰੇ ਪਲੇਟਫਾਰਮ ਤੇ ਆਣ ਕੇ ਤੁਸੀਂ ਗੰਦ ਪਾਉਣ ਵਾਲਾ ਕੰਮ ਕਰਦੇ। ਸਵਾਲ ਕਰੋ, ਜਿਹੜਾ ਮੁੱਦਾ ਚੱਲ ਰਿਹਾ ਉਸ ਵਿਸ਼ੇ ਤੇ ਗੱਲ ਕਰੋ। ਭਾਈ ਇਹ ਜਨਾਨੀਆਂ ਦੀ ਵਾਲੀ ਆਦਤ ਹੁੰਦੀ ਆ ਭਾਈ, ਇਹ ਤਾਂ ਨਾ ਵੀ ਕਿਸੇ ਦੇ ਪਿੱਛੋਂ ਜਾ ਕੇ ਆਪਣਾ ਗੱਲ ਕਰੀ ਜਾਣੀ, ਜਾ ਕੇ ਸਿੱਧਾ ਬੱਚੋ ਜਾ ਕੇ ਸਾਰੀ ਗੱਲ ਵੀਰ ਵਧੀਆ ਕਰਕੇ ਤੇ ਅਖੀਰ ਦੇ ਵਿੱਚ ਦੋ ਜਿਹੜੇ ਗੱਲਾਂ ਇਦਾਂ ਦੀਆਂ ਕਰ ਜਾਣੀਆਂ, ਜਾਣੀ ਕਿ ਸਾਡੇ ਵਿੱਚ ਫ੍ਰੈਕਸ਼ਨ ਪਾਉਣੀ ਚਾਹੁੰਦੇ ਆ। ਇਹ ਨਹੀਂ ਪਤਾ ਹੁੰਦਾ ਵੀ ਅਸੀਂ ਇਕੱਠੇ ਆ
ਪਰ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਤੁਸੀਂ ਜ਼ਰੂਰਤ ਹੈ ਘੰਟੇ ਬਾਅਦ ਦੁਬਾਰਾ ਪ੍ਰੋਗਰਾਮ ਆ ਜਾਣਾ, ਤੁਸੀਂ ਕਾਲ ਕਰ ਲਓ, ਉਦੋਂ ਤੁਸੀਂ ਕਰਦੇ ਨਹੀਂ। ਭਾਈ ਜੇ ਕਿਸੇ ਹੋਸਟ ਨੇ ਗੱਲ ਕਰਤੀ ਚਲੋ ਠੀਕ ਆ ਜੀ, ਅਸੀਂ ਦੀਪ ਸਿੱਧੂ ਜਾਊਗਾ ਤਾਂ ਲੱਡੂ ਵੰਡਾਂਗੇ, ਚਲੋ ਠੀਕ ਆ ਜੀ। ਅਗਲੇ ਜੁੜੇ ਹੋਏ ਨੇ ਦੀਪ ਸਿੱਧੂ ਨਾਲ, ਕਿੱਡੀ ਗੱਲ ਆ, ਖੁਸ਼ੀ ਬਿਲਕੁਲ ਜੀ, ਬਿਲਕੁਲ ਬੰਦੇ ਨੂੰ ਜਿਹੜਾ ਬੰਦਾ ਜੁੜਿਆ ਹੁੰਦਾ ਐਡੀ ਕਿਹੜੀ ਗੱਲ ਆ, ਹਨਾ। ਉਹੀ ਕਹਿਣਾ ਸੀਗਾ ਆਪਣਾ ਜਨਾਨੀ ਵਾਲਾ ਕੰਮ ਨਾ ਕਰਿਆ ਕਰ, ਜਾ ਕੇ ਸਿੱਧਾ ਹਿੱਕ ਤੇ ਵੱਜਣ ਦੀ। ਜੀ ਬਿਲਕੁਲ ਜੀ, ਬਿਲਕੁਲ। ਧੰਨਵਾਦ ਜੀ, ਧੰਨਵਾਦ। ਬਹੁਤ ਵਧੀਆ ਵਿਚਾਰ ਆ ਜੀ ਤੁਹਾਡੇ, ਪਰ ਇਹ ਹਟਦੇ ਨਹੀਂ ਜੀ, ਜਿਹੜੀ ਆਦਤਾਂ ਤੋਂ ਮਜਬੂਰ ਹੁੰਦੇ ਆ। ਹਾਂਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ, ਸਵਾਗਤ ਹੈ ਜੀ। 3391। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲਾਂ ਤਾਂ ਜੀ ਮੈਂ ਟਾਂਡੀ ਮੰਗਤੇ ਦੀ ਗੱਲ ਦਾ ਜਵਾਬ ਦੇ ਦੇਣਾ, ਇਹ ਕਣਕ ਕਿਹੜਾ ਜ਼ਿਆਦਾ ਪੈਦਾ ਕਰਦਾ ਜੀ। ਅੱਜ ਦੀ ਡੇਟ ਦੇ ਵਿੱਚ ਪਹਿਲਾਂ ਪੰਜਾਬ ਸੀਗਾ ਜੀ, ਹੁਣ ਮੱਧ ਪ੍ਰਦੇਸ਼ ਹੈ ਜੀ ਨੰਬਰ 1 ਤੇ ਜੀ। ਇਸ ਟਾਈਮ ਮੱਧ ਪ੍ਰਦੇਸ਼ ਸਭ ਤੋਂ ਜ਼ਿਆਦਾ ਕਣਕ ਪੈਦਾ ਕਰ ਰਿਹਾ ਇੰਡੀਆ ਜੀ। ਤੇ ਦੂਜੀ ਗੱਲ ਦੇਖੋ, ਇਹਦੇ ਵਿੱਚ ਹੁਣ ਕਈ ਗੱਲਾਂ ਹੈਗੀਆਂ ਵੀ ਮਤਲਬ ਕਿ ਕਾਨੂੰਨ ਦੇਖੋ ਰੱਦ ਕਿਸਾਨ ਕਹਿੰਦੇ ਆ, ਪਰ ਥੋੜਾ ਜਿਹਾ ਇਸ ਟਾਈਮ ਨਾ ਉਹਨਾਂ ਨੂੰ MSP ਦੇ ਉੱਤੇ ਜ਼ੋਰ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਜੀ। ਰਾਈਟ, ਉਹਦਾ ਕਾਨੂੰਨ ਬਣਵਾ ਲੈਣਾ ਤੇ ਬਾਕੀ ਫਿਰ ਜਿਹੜੇ ਦੂਜੇ ਹੈਗੇ ਉਹ ਬਾਅਦ ਦੇ ਵਿੱਚੋਂ ਚੱਲੀ ਜਾਊਗਾ ਕੰਮ। ਲੇਕਿਨ ਇਸ ਟਾਈਮ ਜ਼ਰੂਰਤ ਜੇ ਹੈਗੀ ਆ ਤਾਂ MSP ਦੀ ਹੈਗੀ ਆ ਸਭ ਤੋਂ ਪਹਿਲਾਂ। ਜੀ ਜੀ। ਚਾਹੇ ਪ੍ਰਾਈਵੇਟ ਪਲੇਅਰ ਹੋਵੇ ਚਾਹੇ ਗਵਰਨਮੈਂਟ ਆਪ ਕਰੀਤੇ, ਉਹ ਜ਼ਰੂਰ ਇਹਨਾਂ ਨੂੰ ਇਸ ਟਾਈਮ ਜ਼ੋਰ ਸਭ ਤੋਂ ਵੱਧ ਉਹਦੇ ਤੇ ਲਾਉਣਾ ਚਾਹੀਦਾ, ਉਹਦੇ ਤੇ ਗੱਲਬਾਤ ਤਿਆਰ ਕਰਨੀ ਚਾਹੀਦੀ ਹੈਗੀ ਆ। ਮਤਲਬ ਕਿ ਏਦਾਂ ਬੈਠ ਕੇ ਮਤਲਬ ਕਿ ਲੋਕ ਵੀ ਪੈਦਾ ਹੋ ਰਹੇ ਹੈਗੇ ਆ, ਰਾਈਟ। ਏਦਾਂ ਕਿ ਲੰਮਾ ਕਿੰਨਾ ਕੁ ਆਪਾਂ ਲੰਮਾ ਖਿੱਚੀ ਚੱਲਾਂਗੇ, ਰਾਈਟ। ਗੱਲਬਾਤ ਸ਼ੁਰੂ ਗਵਰਨਮੈਂਟ ਜੇ ਨਹੀਂ ਕਰਦੀ, ਤੁਸੀਂ ਪ੍ਰਪੋਜ਼ਲ ਬਣਾ ਕੇ ਭੇਜੋ, ਰਾਈਟ। ਸਵਾਲ ਤਾਂ ਆਪਾਂ ਇਹੀ ਸਵਾਲ ਸੀ ਨਾ, ਵੀਰ ਹੋਣੀ ਕਹਿੰਦੇ ਵੀ ਇਹ ਤੇ ਪਾਵਰ ਹੀ ਹੈ ਨਹੀਂ ਕਿ ਸੈਂਟਰ ਦੇ ਕੋਲ ਪਾਵਰ ਹੀ ਹੈ ਨਹੀਂ ਕਾਨੂੰਨ ਬਣਾਉਣ ਦੀ, ਪਾਵਰ ਸਟੇਟਾਂ ਦੇ ਕੋਲ ਪਾਵਰ ਹੈ ਨਹੀਂ ਗੀ ਜੀ ਸੈਂਟਰ ਗਵਰਨਮੈਂਟ ਦੇ ਉੱਤੇ। ਤੇ ਕਿਸਾਨ ਜਥੇਬੰਦੀਆਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਟਾਈਮ ਕੈਪਟਨ ਅਮਰਿੰਦਰ ਨੂੰ ਘੇਰਨਾ ਚਾਹੀਦਾ ਜੀ, ਰਾਈਟ। ਉਹਨਾਂ ਨੂੰ ਕਹੋ ਦੂਜੀ ਵਾਰੀ ਕਾਨੂੰਨ ਰੱਦ ਕਰਕੇ ਦੁਬਾਰਾ ਪਾਰਲੀਮੈਂਟ ਦੇ ਵਿੱਚ ਰੱਦ ਕਰਕੇ ਦੁਬਾਰਾ ਉਹਨੂੰ ਗਵਰਨਰ ਨੂੰ ਭੇਜੇ ਜਾਣ, ਫਿਰ ਉਹਨੂੰ ਸਾਈਨ ਕਰਨੇ ਪੈਣੇ ਆ, ਹਰ ਹਾਲਤ 'ਚ ਦੂਜੀ ਵਾਰੀ ਕਰਨੇ ਪੈਣੇ ਆ। ਕਿਉਂ ਨਹੀਂ ਉਸ ਚੀਜ਼ ਦੇ ਉੱਤੇ ਕਿਉਂ ਨਹੀਂ ਜਥੇਬੰਦੀਆਂ ਜ਼ੋਰ ਦਿੰਦੀਆਂ ਹੈਗੀਆਂ? ਸਮਝ ਤੋਂ ਬਾਹਰ ਹੈਗਾ ਵੀ ਕਈ ਵਾਰੀ ਤਾਂ ਖੇਡ ਲੱਗਦੀ ਹੈਗੀ ਆ, ਠੀਕ ਆ। ਉਹ ਬੰਦੇ ਬਹੁਤ ਚਿਰ ਦੇ ਲੜਦੇ ਆ, ਕਿਸਾਨਾਂ ਲਈ ਲੜਦੇ ਆ, ਪਰ ਕਈ ਵਾਰੀ ਹੁਣ ਹੌਲੀ ਹੌਲੀ ਜਦੋਂ ਪੰਜਾਬ ਸਰਕਾਰ ਦੇ ਉੱਤੇ ਜ਼ੋਰ ਨਹੀਂ ਪਾ ਰਹੇ ਨਾ, ਤਾਂ ਫਿਰ ਲੱਗਣ ਲੱਗ ਜਾਂਦਾ ਕਿ ਪੋਲੀਟਿਕਸ ਵੀ ਹੋ ਰਹੀ ਹੈ। ਪਰ ਸ਼ਾਇਦ ਪੰਜਾਬ ਸਰਕਾਰ ਨੇ ਕਰਤਾ ਜੀ, ਦੁਬਾਰਾ ਉਹਨੂੰ ਫਿਰ ਦੁਬਾਰਾ ਕਰਕੇ ਭੇਜ ਦਿੱਤਾ ਆਲਰੇਡੀ ਗਵਰਨਰ ਦੇ ਕੋਲ। ਵੈਸੇ ਸੱਦਿਆ ਤਾਂ ਹੈ ਨਹੀਂ ਜੀ ਉਹਨਾਂ ਨੇ, ਸੱਦਿਆ ਦੁਆਰਾ ਵਿਧਾਨ ਸਭਾ ਬੁਲਾਈ ਨਹੀਂ ਸੀ, ਉਹਦੇ ਵਿੱਚ ਹੋ ਗਿਆ। ਪਰ ਇਹਦੇ ਲਈ ਵੀ ਆਪਾਂ ਕਲੀਅਰ ਕਰਾਂਗੇ RCGP ਕੋਲ ਸਵੇਰੇ ਨਾ। ਵੈਸੇ ਕਲੀਅਰ ਕਰ ਲਿਓ, ਪਰ ਜਿੱਥੇ ਤੱਕ ਮੇਰੀ ਜਾਣਕਾਰੀ ਜੀ ਇੱਕੋ ਵਾਰੀ ਹੋਇਆ ਜੇ ਤੱਕ। ਬਿਲਕੁਲ ਜੀ, ਕਿਉਂਕਿ ਸ਼ਾਇਦ ਹੁਣ ਮੇਰੇ ਵੀ ਦਿਮਾਗ 'ਚ ਇਹ ਗੱਲ ਹੈ ਨਹੀਂ ਕਿ ਜੇ ਕਿਸੇ ਵੀਰ ਨੂੰ ਪਤਾ ਹੋਵੇ ਜ਼ਰੂਰ ਕਾਲ ਕਰ ਸਕਦਾ। ਧੰਨਵਾਦ ਵੀਰ। ਦੂਜੀ ਗੱਲ ਮਾੜਾ ਜਿਹਾ ਕਿ ਕੈਪਟਨ ਅਮਰਿੰਦਰ ਦੇ ਦੁਆਲੇ ਹੀ ਹੋਣਾ ਚਾਹੀਦਾ, ਇਹਨੂੰ ਖੁੱਲਾ ਛੱਡ ਕੇ, ਰਾਈਟ। ਏਦਾਂ ਨਹੀਂ ਕੁਝ ਮਿਲਣਾ ਹੈਗਾ, ਠੀਕ ਆ। ਜਿਹੜਾ ਸੈਂਟਰ ਗਵਰਨਮੈਂਟ ਦੇ ਦੁਆਲੇ ਹੋਏ ਆ ਉਹ ਤਾਂ ਵੱਖਰੀ ਗੱਲ ਆ, ਪੰਜਾਬ ਸਰਕਾਰ ਦੇ ਵੀ ਦੁਆਲੇ ਹੋਣਾ ਚਾਹੀਦਾ। ਜਿਹੜੀਆਂ ਇਹਨਾਂ ਦੇ ਅੰਦਰ ਕਈ ਚੀਜ਼ਾਂ ਆਉਂਦੀਆਂ ਉਹਦੇ ਉੱਤੇ ਪੰਜਾਬ ਸਰਕਾਰ ਤੋਂ MSP ਲੈਣੀ ਚਾਹੀਦੀ ਹੈ ਇਹਨਾਂ ਤੋਂ ਜੀ, ਠੀਕ ਆ ਨਾ। ਜੇ ਕਾਨੂੰਨ ਠੀਕ ਆ, ਜੇ ਕੇਂਦਰ ਨਹੀਂ ਕਰਦੀ, ਪਹਿਲੀ ਗੱਲ ਤਾਂ ਕਿਸੇ ਚੰਗੇ ਵਕੀਲ ਦੇ ਨਾਲ ਰੱਦ ਕਰਵਾਉਣਾ ਚਾਹੀਦਾ ਵੀ ਇਹ ਕੇਂਦਰ ਦਾ ਅਧਿਕਾਰ ਹੀ ਨਹੀਂ ਹੈਗਾ ਇਹ ਕਾਨੂੰਨ। ਪੰਜਾਬ ਸਰਕਾਰ ਨੂੰ ਖੁਦ, ਪੰਜਾਬ ਸਰਕਾਰ ਦੇ ਜਿਹੜੇ ਏਡੇ ਏਡੇ ਵਕੀਲ ਆ, ਹਰ ਕੇਸ ਜਾ ਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਜਾ ਕੇ ਦੂਜਿਆਂ ਸੂਬਿਆਂ ਨੂੰ ਜਿਤਾਏ ਆਉਂਦੇ ਆ। ਸੌਰੀ ਟੂ ਸੇ, ਇਹ ਹੁਣ ਤਾਂ ਇਹੀ ਹੋਇਆ ਵੀ ਦੂਜੇ ਸੂਬਿਆਂ ਨੂੰ ਜਿਤਾਉਂਦੇ ਰਹੇ ਆ ਉਹ। ਇਹ ਪੰਜਾਬ ਸਰਕਾਰ ਕਿਉਂ ਨਹੀਂ ਜਾਂਦੀ ਵੀ ਇਹ ਜੀ ਸਾਡੇ ਹੈਗਾ, ਇਹ ਸਟੇਟ ਦਾ ਅਧਿਕਾਰ ਹੈਗਾ ਕਿ ਸੈਂਟਰ ਗਵਰਨਮੈਂਟ ਕਿੱਦਾਂ ਦੇ ਹੱਕ 'ਚ ਲੈ ਕੇ ਫੈਸਲਾ ਲੈ ਸਕਦੀ ਹੈਗੀ ਆ। ਇਹਦਾ ਮਤਲਬ ਕਿ ਸਾਰੇ ਰਲੇ ਮਿਲੇ ਹੋਏ ਹੈਗੇ ਆ। ਸਰਕਾਰ ਸੈਂਟਰ ਪੰਜਾਬ ਦੀ ਸਰਕਾਰ ਨੂੰ ਖੁਦ ਸੁਪਰੀਮ ਕੋਰਟ ਜਾਣਾ ਚਾਹੀਦਾ ਜੇ ਕਿਸਾਨ ਜਥੇਬੰਦੀਆਂ ਨਹੀਂ ਜਾਂਦੀਆਂ ਹੈਗੀਆਂ। ਕਈ ਵਾਰੀ ਤਾਂ ਵੀਰ ਏਦਾਂ ਲੱਗਦਾ ਹੁੰਦਾ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਦੇ ਵਿੱਚ BJP ਦੀ ਸਰਕਾਰ ਚਲਾ ਰਹੇ। ਆਪਾਂ ਬੜੀ ਵਾਰੀ ਗੱਲ ਕੀਤੀ ਹੈ। ਦੇਖੋ ਹੱਥ ਠੋਕਾ ਜੀ ਇਸ ਟਾਈਮ, ਚਾਹੇ ਕੋਈ ਦੋ ਰਾਵਾਂ ਨਹੀਂ ਹੈਗੀਆਂ, ਉਹਦਾ ਪੂਰਾ ਹੱਥ ਠੋਕਾ ਬਣਾ ਹੋਇਆ ਭਾਰਤੀ ਜਨਤਾ ਪਾਰਟੀ ਦਾ। ਜਿਹੜੇ ਬੰਦਿਆਂ ਨੂੰ ਆਪਦਾ ਡਰ ਹੋਵੇ, ਰਾਈਟ, ਉਹ ਦੂਜਿਆਂ ਨੂੰ ਕੀ ਉਹ ਸਹਿਯੋਗ ਕਰਨਗੇ ਜਾਂ ਦੂਜਿਆਂ ਦੀ ਕੀ ਰੱਖਿਆ ਕਰ ਲੈਣਗੇ ਉਹ, ਠੀਕ ਹੈ ਨਾ। ਜਿਹਨੂੰ ਆਪਦੇ ਮੋਹਰਾਂ 'ਚ ਪੈਂਦੀਆਂ ਦਿਖਦੀਆਂ ਹੋਣ। ਜੀ ਜੀ ਜੀ, ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ। ਧੰਨਵਾਦ ਵੀਰ, ਧੰਨਵਾਦ ਜੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ। ਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਹੇ ਜੀ ਸਾਡਾ G&G ਟਰੈਕਿੰਗ ਸੋਲੂਸ਼ਨ ਵਾਲੇ। ਤੁਸੀਂ ਅਥਾਰਟੀਆਂ CVR IFTA US ਲੈਣਾ ਜੀ, ਤੇ 905 461 2525 ਤੇ ਤਨਵੀਰ ਢੱਡਾ ਉਹਨਾਂ ਨੂੰ ਕਾਲ ਕਰ ਲਓ। ਤੇ ਜੇ ਤੁਸੀਂ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ, ਉਹਨੂੰ ਪੇਂਟ ਕਰਾਉਣਾ ਚਾਹੁੰਦੇ ਹੋ, ਰਿਮ ਪੇਂਟ ਕਰਾਉਣੀ ਚਾਹੁੰਦੇ ਹੋ, ਪੀਲ ਆਟੋ ਕੋਲੀਜਨ 14 ਹਿਲ ਰੋਡ ਬਰੈਂਪਟਨ ਦੇ ਵਿੱਚ 905 459 1300 ਤੇ ਕਾਲ ਕੀਤੀ ਜਾ ਸਕਦੀ ਆ। ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ, ਤੇ 514 566 0055। ਘਰ ਖਰੀਦਣਾ ਜਾਂ ਵੇਚਣਾ, ਪੰਕਜ ਸਪਰਾ ਰੀਮੈਕਸ ਰਿਐਲਟੀ ਨਾਲ ਕੰਮ ਕਰਦੇ, 416 722 2385 ਤੇ ਕਾਲ ਕਰ ਸਕਦੇ ਹੋ। ਤੁਸੀਂ ਘਰ ਵੇਚਣ ਤੋਂ ਪਹਿਲਾਂ ਜ਼ਰੂਰ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਿਆ ਕਰੋ, ਬਹਿ ਕੇ ਦੱਸਿਆ ਕਰੋ ਕੋਈ ਵੀ ਉਹਦੇ ਵਿੱਚ ਘਰ 'ਚ ਕਮੀ ਆ ਸਾਰੀ ਕੱਢ ਕੇ, ਜੇ ਪੇਂਟ ਹੋਣ ਵਾਲਾ ਸਾਰਾ ਕੁਝ ਕਰਕੇ ਤੇ ਫੇਰ ਹੀ ਉਹਨੂੰ
ਲਿਸਟਿੰਗ ਕਰਦੇ ਆ ਜੀ। ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਫਿਰ ਤੁਹਾਡੇ ਨਾਲ ਜੁੜਦੇ ਹਾਂ ਜੀ। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ। ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 647 705 5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ, ਲੀਜ਼ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰॉयल ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ। ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ। ਸਵੇਰੇ, ਦੁਪਹਿਰ, ਸ਼ਾਮ 24 ਘੰਟੇ ਸਰਵਿਸ। ਕਾਲ 5145606613। ਗੱਲ ਸੁਣੋ, ਇੰਜ ਵੇਲੇ ਬਹਿ ਕੇ ਕਿਵੇਂ ਗੁਜ਼ਾਰਾ ਚੱਲੇਗਾ? ਮੈਨੂੰ ਆਪ ਨਹੀਂ ਸਮਝ ਆ ਰਹੀ ਕਿੱਥੇ ਪਤਾ ਕਰਾਂ ਕੰਮ ਦਾ। ਕੱਲ ਭਾਈ ਸਾਹਿਬ ਦੱਸਦਾ ਰਹੇ ਸੀ ਵੀ jobsinGTA.com ਵਾਲੇ ਫੁੱਲ ਟਾਈਮ ਜੌਬ ਦਵਾ ਦਿੰਦੇ ਨੇ। ਲੈ ਮੈਂ ਫਿਰ ਅੱਜ ਹੀ ਜਾਣਾ। ਜੀ ਹਾਂ, ਜੇ ਤੁਸੀਂ ਟੋਰਾਂਟੋ, ਮਿਸੀਸਾਗਾ, ਬ੍ਰੈਂਪਟਨ, ਵੁੱਡਬ੍ਰਿਜ ਜਾਂ ਕੈਂਬਰਿਜ ਦੇ ਏਰੀਆ 'ਚ ਜੌਬ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਰਜਿਸਟ੍ਰੇਸ਼ਨ ਕਰਵਾਓ www.jobsingta.com ਤੇ। ਇੱਥੇ ਨੇ ਹਜ਼ਾਰਾਂ ਦੇ ਹਿਸਾਬ ਨਾਲ ਜੌਬਸ। ਤੁਸੀਂ ਨਵੇਂ ਹੋ ਜਾਂ ਕੋਈ ਵੀ ਕੈਟੇਗਰੀ ਹੋਵੇ, ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ 4162130092 416 213 0092 और 9056140300 905 614 0300। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ
ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 Hill Road, Brampton. Call Darbara Singh 9054591300 905 409 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012. 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਦੁਬਾਰਾ ਆਇਆ ਜੀ ਜੀ ਸਤਿ ਸ਼੍ਰੀ ਅਕਾਲ। ਦੇਖੋ ਜੀ, ਜਿੱਦਣ ਦਾ ਕਿਸਾਨੀ ਸੰਘਰਸ਼ ਚੱਲਿਆ, ਅਸੀਂ MST ਦਾ ਕਹਿੰਦੇ ਆ ਵੀ ਮੁੱਦਾ ਦਾ ਕਾਨੂੰਨ ਬਣੇ ਜੀ। ਤੇ MST ਚਲੋ ਬਣ ਜਾਂਦੀ ਆ, ਗੌਰਮੈਂਟ ਹੁਣ ਖਰੀਦੀ ਆ, ਸਾਨੂੰ ਪੈਸੇ ਮਿਲ ਜਾਂਦੇ ਆ। MST ਜਿਲੇ ਬਣ ਗਈ, ਵਪਾਰੀਆਂ ਤੇ ਲਾਗੂ ਹੋ ਗਈ, ਗੌਰਮੈਂਟ ਨੇ ਬਾਹਰ ਨਿਕਲ ਜਾਣਾ। ਜੇ ਵਪਾਰੀ ਨਾ ਖਰੀਦੂਗਾ ਤਾਂ ਅਸੀਂ ਕੀ ਕਰਾਂਗੇ? ਉੱਥੇ ਕੋਈ ਵੀ ਕਾਨੂੰਨ ਆ, ਉਹ ਕਾਨੂੰਨ ਉਹਦੀ ਹੈਲਪ ਕਰਦਾ ਜਿਹਦੀ ਜੇਬ 'ਚ 4 ਪੈਸੇ ਆ। ਮਾੜੇ ਬੰਦੇ ਨੂੰ ਕਾਨੂੰਨ ਦੱਬਦਾ, ਉਹਦੇ ਲਈ ਕੋਈ ਕਾਨੂੰਨ ਨਹੀਂ। ਤੇ ਇਹਨਾਂ ਕੋਲ ਪੈਸੇ ਹੁੰਦੇ, ਵਪਾਰੀਆਂ ਕੋਲ। ਕਿਸਾਨ ਨੂੰ ਉਸਲੇ ਪੈਸੇ ਦੀ ਲੋੜ ਹੁੰਦੀ ਆ, ਫਸਲ ਵੇਚ ਕੇ ਸਾਰੇ ਉਹਨਾਂ ਨੇ ਕੰਮ ਚਲਾਣੇ ਹੁੰਦੇ ਆ। ਜੇ ਉਸ ਟਾਈਮ ਦੇ ਵਪਾਰੀ ਸਾਨੂੰ MST ਤੇ ਪੈਸੇ ਨਾ ਦਊਗਾ, ਸਾਨੂੰ ਤਾਂ ਲੋੜ ਹੁੰਦੀ ਆ, ਉਹਨੇ ਲੋਕ ਦਾ ਫਾਇਦਾ ਉਠਾਉਣਾ ਆ। ਉਹ ਇਹ MST ਦਾ ਕਾਨੂੰਨ ਆ, ਉਹਦੇ ਕੋਲ ਪੈਸਾ ਉੱਤੇ ਤਾਂ ਲਾਗੂ ਨਹੀਂ ਹੋਣਾ। ਅਸੀਂ ਕਰਾਂਗੇ ਕਿ ਜੀ ਉਹ ਨਾ ਖਰੀਦੂਗਾ। ਪਰ ਸਰਕਾਰੀ ਏਜੰਸੀ ਹੈ ਜੀ FCI, ਜਿੱਦਾਂ ਜਦੋਂ ਕਣਕ ਤੇ ਝੋਨਾ ਉਹ FCI ਖਰੀਦਦੀ ਆ, ਪ੍ਰਾਈਵੇਟ ਤਾਂ ਬਹੁਤ ਘੱਟ ਸ਼ੈਲਰ ਮਾਰਕ ਖਰੀਦਦੇ ਆ, ਪਰ ਉਸੇ ਰੇਟ ਤੇ FCI ਖਰੀਦੀ, ਫਿਰ ਉਹਨਾਂ ਨੂੰ ਖਰੀਦਣਾ ਪੈਂਦਾ ਜੀ। ਨਹੀਂ, ਇਹ ਤਾਂ ਗਵਰਨਮੈਂਟ ਦੀ ਹੈ ਨਾ ਸੰਸਥਾ। ਗਵਰਨਮੈਂਟ ਖਰੀਦਦੀ, ਗਵਰਨਮੈਂਟ ਪੈਸਾ ਕਰਦੀ ਆ। ਗਵਰਨਮੈਂਟ ਨੇ ਇਹਦੇ ਵਿੱਚੋਂ ਬਾਹਰ ਨਿਕਲਣਾ, ਵਪਾਰੀਆਂ ਦੇ ਹੱਥ ਸਭ ਕੁਝ ਦੇਣਾ। ਫਿਰ ਉੱਥੇ ਕੋਈ ਕਾਨੂੰਨ ਲਾਗੂ ਨਹੀਂ ਹੋਣਾ ਜੇ ਕਾਨੂੰਨ ਬਣਾ ਵੀ ਦੇਣ। ਉੱਥੇ ਕੋਈ ਕਾਨੂੰਨ ਨੂੰ ਮੰਨਦਾ ਨਹੀਂ। ਜ਼ਿਮੀਂਦਾਰਾਂ ਨੂੰ ਪੈਸੇ ਉਹਨਾਂ ਚਿਰ ਸਹੀ ਮਿਲਣੇ ਆ MST ਦੇ ਹਿਸਾਬ ਨਾਲ, ਜਿੰਨਾ ਚਿਰ ਗਵਰਨਮੈਂਟ ਦੀਆਂ ਏਜੰਸੀਆਂ ਖਰੀਦੀਆਂ। ਇਹ ਪ੍ਰਾਈਵੇਟ ਨਹੀਂ, ਗਵਰਨਮੈਂਟ ਦੀਆਂ ਆ। ਇਹ ਮੈਨੂੰ ਸ਼ੰਕਾ ਹੈਗੀ ਆ, ਵਪਾਰੀਆਂ ਨੇ ਕਾਨੂੰਨ ਨੂੰ ਮੰਨਣਾ ਨਹੀਂ, ਸਾਨੂੰ ਉਹਲੇ ਪੈਸੇ ਦੀ ਲੋੜ ਹੁੰਦੀ ਆ। ਤੇ ਵਪਾਰੀਆਂ ਦੇ ਉੱਤੇ ਕਾਨੂੰਨ ਕੋਈ ਲਾਗੂ ਨਹੀਂ, ਇਹਨਾਂ ਦੀ ਸਪੋਰਟ ਗਵਰਨਮੈਂਟ ਕਰਦੀ ਆ। ਤੇ ਫਿਰ ਉਹਨੇ ਲੁੱਟ ਕੋ ਜ਼ਿਮੀਂਦਾਰ ਦੀ ਉਸਲੇ ਵੀ ਹੋਣੀ ਆ। ਬਿਲਕੁਲ ਜੀ, ਤੁਹਾਡਾ ਖਾਦਸ਼ਾ ਜਿਹੜਾ ਬਿਲਕੁਲ ਸਹੀ ਆ। ਧੰਨਵਾਦ ਜੀ। ਵਾਕਿਆ ਇਸ ਵਿਸ਼ੇ ਤੇ ਆਪਾਂ ਕੱਲ ਨੂੰ ਅਰਸ਼ਦੀਪ ਦੇ ਨਾਲ ਗੱਲਬਾਤ ਕਰਾਂਗੇ ਜੀ। ਧੰਨਵਾਦ ਜੀ। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾਹ ਹੁਣਾਂ ਨੂੰ 9057943233 905 794 3233 416 731 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ, ਹੈ ਕਿ ਨਾ? ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ, ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ, ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਬਿਲਕੁਲ ਜੀ, ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ ਜੀ। ਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ 5149169593 514 916 9593 ਤੇ ਕਾਲ ਕਰ ਸਕਦੇ ਹੋ। ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ